Yes, please. Good morning, everybody. Today we will discuss paper number 3, Land Administrative Manual. LAM ਜਿਹਨੂੰ ਅਸੀਂ ਸ਼ਾਰਟ ਚ ਕਹਿ ਦਿੰਦੇ ਹਾਂ। ਤੁਸੀਂ ਪੇਪਰ 'ਚ ਜਦੋਂ ਕੁਐਸਚਨ ਆਨਸਰ ਕਰਨੇ ਤਦ ਵੀ ਤੁਸੀਂ ਤੁਹਾਨੂੰ ਪੂਰਾ ਲਿਖਣ ਦੀ ਲੋੜ ਨਹੀਂ ਹੁੰਦੀ, LAM ਲਿਖ ਕੇ ਸਾਰ ਸਕਦੇ ਹੈਗੇ ਹੋ। ਇਹਦੇ ਆਪਣੇ ਚੈਪਟਰ ਹੈਗੇ ਆ, ਚੈਪਟਰ ਨੰਬਰ 2 ਲੈਂਡਲੋਰਡ ਐਂਡ ਟੇਨੈਂਟਸ। ਦੈਨ ਚੈਪਟਰ ਨੰਬਰ 6 ਸਾਡਾ ਜਿਹੜਾ ਸਿਲੇਬਸ ਹੈਗਾ ਉਹਦੇ ਵਿੱਚ ਹੈਗਾ ਚੈਪਟਰ ਨੰਬਰ 2 ਲੈਂਡਲੋਰਡ ਐਂਡ ਟੇਨੈਂਟਸ। ਚੈਪਟਰ ਨੰਬਰ 6 ਪਾਵਰ ਆਫ ਦਾ ਰੈਵਨਿਊ ਆਫੀਸਰਸ। ਦੈਨ ਆ ਜਾਂਦਾ ਚੈਪਟਰ ਨੰਬਰ 7 ਪਟਵਾਰੀ ਐਂਡ ਕਾਨੂੰਗੋ। then chapter number 8 village headman ਇਨਾਮਦਾਰ ਜੈਲਦਾਰ। then ਹੈਗਾ ਸਾਡਾ ਜਿਹੜਾ ਹੈਗਾ chapter number 11 it related with agriculture statics मतलब कि लाल किताब। then chapter number 13 partition and then collection of the land revenue। chapter number 15 chapter number 16 suspension remission and reduction of the assessment of land revenue। ਇਹ ਸਾਡਾ ਜਿਹੜਾ ਸਿਲੇਬਸ ਹੈਗਾ। ਅੱਜ ਅਸੀਂ ਡਿਸਕਸ ਕਰਾਂਗੇ ਚੈਪਟਰ ਨੰਬਰ 2 ਲੈਂਡਲੋਰਡ ਐਂਡ ਟੇਨੈਂਟਸ। ਚੈਪਟਰ ਨੰਬਰ 2 ਲੈਂਡਲੋਰਡ ਐਂਡ ਟੇਨੈਂਟਸ। ਸਭ ਤੋਂ ਪਹਿਲਾਂ ਸੈਕਸ਼ਨ 4 ਦੇ ਵਿੱਚ ਗੱਲ ਕੀਤੀ ਗਈ ਹੈ ਰੂਰਲ ਕਮਿਊਨਿਟੀਜ਼। ਸਾਡੀ ਜਿਹੜੀ ਰੂਰਲ ਕਮਿਊਨਿਟੀ ਹੈਗੀ ਹੈ ਇਹਦੇ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਲ ਹੁੰਦੇ ਹੈਗੇ ਆ। ਲੈਂਡਲੋਰਡ ਹੁੰਦੇ ਆ, ਟੇਨੈਂਟ ਹੁੰਦੇ ਆ, ਗ੍ਰੇਨ ਡੀਲਰਸ ਹੁੰਦੇ ਆ, ਆਰਟੀਸਨਸ, ਸਰਵੈਂਟਸ, ਕਾਰੀਗਰ ਜਿਹੜੇ ਹੈਂਡ ਵਰਕ ਕਰਦੇ ਆ, ਤਰਖਾਨ, ਲੋਹਾਰ। ਠੀਕ ਹੈ ਜੀ, ਇਹ ਸਾਰੇ ਜਿਹੜੇ ਹੈਗੇ ਸਾਡੇ ਇਸ ਨੂੰ ਵਿਲੇਜ ਕਮਿਊਨਿਟੀ ਕਿਹਾ ਗਿਆ ਹੈਗਾ। ਦੈਨ ਹੈਗਾ ਪੰਜਾਬ ਅ ਕੰਟਰੀ ਆਫ ਪੀਜ਼ੈਂਟ ਲੈਂਡ ਓਨਰਸ। ਸੈਕਸ਼ਨ ਜਿਹੜਾ ਰੂਲ ਹੈਗਾ 5 ਹੈਗਾ, ਪੰਜਾਬ ਨੂੰ ਕੀ ਕਿਹਾ ਗਿਆ, ਕੰਟਰੀ ਆਫ ਪੀਜ਼ੈਂਟ ਲੈਂਡ ਓਨਰਸ। ਜਿਹੜੇ ਕਿਸਾਨ ਨੇ, ਜਿਹੜੇ ਮਾਲਕ ਨੇ ਉਹੀ ਕਿਸਾਨ ਹੈਗੇ ਆ, ਮਤਲਬ ਕਿ ਜਿਹੜੇ ਓਨਰ ਹੈ ਖੁਦ ਖੇਤੀ ਕਰਦੇ ਹੈਗੇ ਆ, ਇਹ ਕਲਗੀ ਹੀ ਹੈਗੀ ਹੈ। ਤਾਂ ਪੰਜਾਬ ਇਜ਼ ਦਾ ਅਸੈਂਸ਼ੀਅਲ ਐਨ ਐਗਰੀਕਲਚਰ ਕੰਟਰੀ, one half of which is owned and tilled by the peasant landowners। ਲਗਭਗ ਜਿਹੜੇ ਅੱਧੇ ਲੋਕ ਹੈਗੇ, ਜਿਹੜੇ ਲੈਂਡ ਓਨਰ ਹੈਗੇ ਆ, ਉਹ ਖੇਤੀ ਖੁਦ ਕਰਦੇ ਹੈਗੇ ਆ। ਜ਼ਿਆਦਾਤਰ ਮਤਲਬ ਇਹ ਗੱਲ ਕਹੀ ਗਈ ਇਹਦੇ ਵਿੱਚ ਵੀ ਸਾਡੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਲੈਂਡ ਓਨਰ ਨੇ, ਬਹੁਤ ਜਿਹੜੇ ਛੋਟੇ ਛੋਟੇ ਲੈਂਡ ਓਨਰ ਨੇ, ਮੈਕਸਿਮਮ ਘੱਟ ਤੋਂ ਘੱਟ 50% ਤੋਂ ਵੀ ਜ਼ਿਆਦਾ ਜਿਹੜੇ ਲੋਕ ਹੈਗੇ ਆ ਆਪ ਖੇਤੀ ਕਰਦੇ ਆ। ਬਹੁਤ ਥੋੜੇ ਲੋਕ ਨੇ ਜਿਹੜੇ ਵੱਡੇ ਪ੍ਰੋਪਰਾਈਟਰਸ ਹੈਗੇ ਆ, ਬਹੁਤ ਥੋੜੇ ਲੋਕ ਨੇ ਜਿਹੜੇ ਵੱਡੇ ਪ੍ਰੋਪਰਾਈਟਰਸ ਨੇ ਉਹ ਪੇ ਦਾ ਮੋਰ ਦੈਨ 500 ਰੁਪਏ ਤੋਂ ਜ਼ਿਆਦਾ ਜਿਹੜੇ ਲੈਂਡ ਰੈਵਨਿਊ ਜਿਹੜੇ ਅਦਾ ਕਰਦੇ ਆ ਪੂਰੇ ਪੰਜਾਬ ਦੇ ਵਿੱਚ। ਉਸ ਵੇਲੇ ਦੀ ਗੱਲ ਕੀਤੀ ਗਈ ਜਦੋਂ ਇਹ ਜਿਹੜਾ ਐਕਟ ਬਣਿਆ, ਰੂਲ ਸਾਡਾ ਬਣਿਆ ਹੈਗਾ। 2500 ਦੇ ਕਰੀਬ ਜਿਹੜੀਆਂ ਫੈਮਲੀਆਂ ਸੀਗੀਆਂ, ਸਿਰਫ ਜਿਹੜੇ ਵੱਡੇ ਜ਼ਿਮੀਂਦਾਰ ਸੀ ਜਿਹੜੇ 500 ਰੁਪਏ ਤੋਂ ਵੱਧ ਮਾਮਲਾ ਅਦਾ ਕਰਦੇ ਸੀਗੇ ਲੈਂਡ ਰੈਵਨਿਊ। ਜਿਹੜਾ ਸਾਡਾ ਪਲੇਨ ਏਰੀਆ ਹੈਗਾ, ਪਲੇਨ ਏਰੀਆ 'ਚ ਗੱਲ ਕੀਤੀ ਗਈ ਤਾਂ ਮੈਜੋਰਟੀ ਆਫ ਦਾ ਓਨਰਸ, ਇਹ ਇੱਕ ਤਰ੍ਹਾਂ ਦੀ ਹਿਸਟਰੀ ਹੈਗੀ ਹੈ, ਹਿਸਟਰੀ ਆਫ ਦਾ ਪੰਜਾਬ ਲੈਂਡ ਓਨਰ ਦੀ ਹਿਸਟਰੀ ਦੱਸੀ ਗਈ ਹੈ। not more relevant for the purpose of examination, but ਪਰ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈਗੀ ਸਾਡੀ ਹਿਸਟਰੀ ਬਾਰੇ। the majority of the owners holding in the plains are less than 10 acres। ਜਿਹੜੇ ਮੈਜੋਰਟੀ ਜਿਹੜੀ ਲੋਕਾਂ ਦੀ ਸੀਗੀ ਐਗਰੀਕਲਚਰ ਦੀ, ਜਿਹੜੀ ਮੈਜੋਰਟੀ ਸੀ, ਮਾਲਕਾਂ ਦੀ ਜਿਹੜੀ ਮੈਜੋਰਟੀ ਸੀ ਪਲੇਨ ਏਰੀਆ ਦੇ ਵਿੱਚ 10 ਏਕੜ ਤੋਂ ਘੱਟ ਦੇ ਜਿਹੜੇ ਮਾਲਕ ਸੀ ਲਗਭਗ 50% ਤੋਂ ਜ਼ਿਆਦਾ ਹੈਗੇ ਸੀਗੇ। ਪਰ ਜਿੱਥੇ ਕਿਤੇ ਗੱਲ ਆ ਗਈ ਪਹਾੜੀ ਏਰੀਆ ਦੀ, ਦੈਨ ਉੱਥੇ ਜਿਹੜੀ ਹੈਗੀ ਲੋਕਾਂ ਦੀ ਜਿਹੜੀ ਓਨਰਸ਼ਿਪ ਹੈਗੀ ਆ ਉਹ 3 ਏਕੜ ਤੋਂ ਵੀ ਘੱਟ ਜ਼ਿਆਦਾ ਹੈਗੀ ਆ। ਡੇਂਜਰ ਟੂ ਦਾ ਪੀਜ਼ੈਂਟ ਓਨਰਸ਼ਿਪ ਫਰੋਮ ਦਾ ਡਿਵੀਜ਼ਨ ਆਫ ਹੋਲਡਿੰਗ। ਕੀ ਲੋਕਾਂ 'ਚ ਮੁੱਖ ਖਤਰਾ ਕੀ ਬਣਿਆ ਰਹਿੰਦਾ ਸੀਗਾ? ਲੋਕਾਂ 'ਚ ਮੁੱਖ ਖਤਰਾ ਇਹ ਬਣਿਆ ਰਹਿੰਦਾ ਵੀ ਜਿਹੜੀ ਸਾਡੀ ਜ਼ਮੀਨ ਹੈਗੀ ਹੈ, ਕਿਸੇ ਕੋਲੇ 5 ਕਿੱਲੇ ਜ਼ਮੀਨ ਹੈ ਜਾਂ 7 ਕਿੱਲੇ ਜ਼ਮੀਨ ਹੈ, ਜਦੋਂ ਹੋਰ ਉਹਨਾਂ ਦੀ ਜਿਹੜੀ ਫੈਮਿਲੀ ਵਧੇਗੀ, ਬੱਚੇ ਮੁੰਡੇ ਜ਼ਿਆਦਾ, ਲੜਕੇ ਜ਼ਿਆਦਾ ਹੋਣਗੇ, ਤਾਂ ਜਿਹੜੀ ਡਿਵੀਜ਼ਨ ਹੈਗੀ ਜ਼ਮੀਨ ਦੀ ਬਣ ਜਾਏਗੀ, ਤਾਂ ਜ਼ਮੀਨ ਹੋਰ ਥੋੜ੍ਹੀ ਥੋੜ੍ਹੀ ਹੋ ਜਾਏਗੀ। ਇਹ ਇੱਕ ਆਮ ਖਤਰਾ ਸੀ ਲੋਕਾਂ 'ਚ ਜਿਹੜਾ ਬਣਿਆ ਰਹਿੰਦਾ ਸੀ। ਫਿਰ ਜਾ ਕੇ ਮਿਸ ਐਪਰੋਪ੍ਰੀਏਸ਼ਨ ਆਫ ਦਾ ਮਨੀ ਲੈਂਡਰ, ਜਾਂ ਫਿਰ ਉਹਨਾਂ ਦੇ ਜਿਹੜੇ ਕਰਜ਼ ਦਾ, ਜਿਹੜੇ ਉਹਨੂੰ ਕਰਜ਼ਾ ਦਿੰਦੇ ਸੀਗੇ, ਠੀਕ ਹੈ, ਉਹਨਾਂ ਤੋਂ ਵੀ ਖਤਰਾ ਬਣਿਆ ਰਹਿੰਦਾ ਸੀ। ਉਸ ਵੇਲੇ ਇਕਨੋਮਿਕਲ ਡੇਂਜਰ ਬਣਿਆ ਰਹਿੰਦਾ ਸੀ। ਆਮ ਜਿਹੜੇ ਓਨਰ ਸੀਗੇ ਇਹ ਖਤਰੇ ਕਿਉਂ ਬਣੇ ਰਹਿੰਦੇ ਸੀਗੇ? ਕਿਉਂਕਿ ਬਹੁਤ ਸਾਰੇ ਜਿਹੜੇ ਲਾਅ ਸੀ ਸਾਡੇ ਉਹ ਇੱਦਾਂ ਦੇ ਸੀਗੇ, ਕਿਸੇ ਵਿਅਕਤੀ ਨੂੰ ਆਪਣੀ ਜਿਹੜੀ ਜ਼ਮੀਨ ਵੇਚ ਕੇ ਬਹੁਤ ਜਲਦੀ ਜ਼ਰੂਰਤ ਉਹਦੀ ਕੋਈ ਹੁੰਦੀ ਸੀ, ਉਹਨੂੰ ਪੂਰਾ ਕਰਨ ਦੇ ਵਿੱਚ ਬਹੁਤ ਜਿਹੜੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਸੀਗੀਆਂ। ਕਿਉਂਕਿ ਜਿਹੜਾ ਲਾਅ ਆਫ ਪ੍ਰੀਐਮਪਸ਼ਨ ਸੀਗਾ, ਹੱਕ ਸੂਬੇ ਦਾ ਜਿਹੜਾ ਰਾਈਟ ਸੀਗਾ, ਹੱਕ ਸੂਬੇ ਦਾ ਰਾਈਟ ਇੱਕ ਬਹੁਤ ਵੱਡੀ ਪ੍ਰੋਬਲਮ ਸੀਗੀ ਲੋਕਾਂ ਦੇ ਲਈ। ਕੋਈ ਵੀ ਵਿਅਕਤੀ ਆਪਣੀ ਜ਼ਮੀਨ ਦਾ ਕੋਈ ਟੁਕੜਾ ਵੇਚ ਕੇ
ਆਪਣੀ ਜਿਹੜੀ ਜ਼ਰੂਰਤ ਸੀਗੀ ਉਹ ਪੂਰੀ ਨਹੀਂ ਸੀ ਕਰ ਸਕਦਾ। ਬਹੁਤ ਸਾਰੀਆਂ ਬੰਦਿਸ਼ਾਂ ਲੱਗੀਆਂ ਹੋਈਆਂ ਸੀ ਉਹਦੇ ਵਿੱਚ। ਜਿਵੇਂ ਆਪਾਂ ਗੱਲ ਕਰਕੇ ਗਏ ਹਾਂ ਪਹਿਲਾਂ ਟੈਨੈਂਸੀ ਐਕਟ ਦੇ ਵਿੱਚ ਕਿਵੇਂ ਕਿਵੇਂ ਕਿਸੇ ਵਿਅਕਤੀ ਨੇ ਜੇ ਕੋਈ ਜ਼ਮੀਨ ਆਪਦੀ ਸੇਲ ਕਰਨੀ ਹੁੰਦੀ ਸੀਗੀ ਤਾਂ ਸਭ ਤੋਂ ਪਹਿਲਾਂ ਉਸਨੂੰ ਆਪਦੇ ਭਰਾਵਾਂ ਨੂੰ ਪੁੱਛਣਾ ਪੈਂਦਾ ਸੀਗਾ ਵੀ ਕੀ ਤੁਸੀਂ ਤੁਹਾਡੇ ਚੋਂ ਕੋਈ ਬੰਦਾ ਪਰਚੇਜ ਕਰ ਸਕਦਾ ਹੈ। ਜੇ ਪਰਚੇਜ ਕਰ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਉਹਦਾ ਰਾਈਟ ਬਣ ਜਾਂਦਾ ਸੀ ਪਰਚੇਜ ਕਰਨ ਦਾ। ਠੀਕ ਹੈ। ਫਿਰ ਜੇ ਆਪਦਾ ਸਕਾ ਭਰਾ ਵਗੈਰਾ ਕੋਈ ਨਹੀਂ ਸੀ ਸੇਲ ਕਰਦਾ ਫਿਰ ਚਾਚੇ ਤਾਏ ਚਲੀ ਜਾਂਦੀ ਸੀ। ਫਿਰ ਉਹਦੇ ਖੇਵਟ ਦੇ ਜਿਹੜੇ ਇਹ ਸ਼ੇਅਰ ਹੋਲਡਰ ਸੀ ਸ਼ੇਅਰ ਹੋਲਡਰਾਂ ਦਾ ਰਾਈਟ ਬਣ ਜਾਂਦਾ ਸੀ। ਫਿਰ ਕਮਿਊਨਿਟੀ ਦਾ ਰਾਈਟ ਬਣ ਜਾਂਦਾ ਸੀਗਾ। ਇਸ ਤਰ੍ਹਾਂ ਬਹੁਤ ਸਾਰੀਆਂ ਬੰਦਿਸ਼ਾਂ ਸੀਗੀਆਂ ਜਿਹੜੀਆਂ ਕਿ ਹਰ ਟਾਈਮ ਜਿਹੜੇ ਐਗਰੀਕਲਚਰਿਸਟ ਸੀਗੇ ਛੋਟੇ ਜ਼ਮੀਨ ਦੇ ਮਾਲਕ ਸੀ ਉਹਨੂੰ ਹਰ ਟਾਈਮ ਖਤਰਾ ਬਣਿਆ ਰਹਿੰਦਾ ਸੀਗਾ। ਜਦੋਂ ਫਿਰ ਕਦੀ ਉਹ ਕਿਸੇ ਸ਼ਾਹੂਕਾਰ ਤੋਂ ਕੋਈ ਕਰਜ਼ਾ ਲੈਂਦੇ ਸੀ ਉਹ ਜਿਹੜਾ ਕਰਜ਼ਾ ਸੀ ਫਿਰ ਉਹ ਵੱਧਦਾ ਰਹਿੰਦਾ ਸੀਗਾ। ਆਪਣੀ ਜ਼ਮੀਨਾਂ ਫਿਰ ਗਹਿਣੇ ਰੱਖ ਦਿੰਦੇ ਸੀਗੇ। ਇਸ ਕਰਕੇ ਜਿਹੜੀ ਹੈਗੀ ਸੀਗੀ ਜਿਹੜੀ ਲੋਕਾਂ ਦੀ ਹਾਲਤ ਸੀਗੀ ਇਕਨੋਮਿਕਲ ਪੋਜੀਸ਼ਨ ਬਹੁਤ ਜ਼ਿਆਦਾ ਵਧੀਆ ਨਹੀਂ ਸੀ ਹੁੰਦੀ। ਸਾਡੇ ਲਾਅ ਦੇ ਕਾਰਨ ਸਾਡੇ ਲਾਅ 'ਚ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਾਂ ਚਲੀ ਆਉਂਦੀਆਂ ਸੀਗੀਆਂ। ਸੈਕੰਡ ਐਂਡ ਮੋਰ ਸੀਰੀਅਸ ਡੇਂਜਰ ਜੋ ਆਪਾਂ ਗੱਲ ਕਰਕੇ ਹਟੇ ਮੈਂ ਹੁਣੀ ਦੱਸ ਕੇ ਹਟਿਆ ਤੁਹਾਨੂੰ ਵੀ ਜਿਹੜਾ ਸੈਕੰਡ ਮੋਰ ਸੀਰੀਅਸ ਡੇਂਜਰ ਕੀ ਸੀ ਲੋਕਾਂ ਦੇ ਵਿੱਚ ਟ੍ਰਾਂਸਫਰ ਆਫ ਦਾ ਲੈਂਡ ਬਾਈ ਸੇਲ। ਆਪਦੀ ਜ਼ਮੀਨ ਨੂੰ ਸੇਲ ਕਰਕੇ ਉਹ ਕਿਸੇ ਵਿਅਕਤੀ ਨੂੰ ਟ੍ਰਾਂਸਫਰ ਨਹੀਂ ਸੀ ਕਰ ਸਕਦੇ ਪ੍ਰੋਪਰ ਤਰੀਕੇ ਦੇ ਨਾਲ। ਬਹੁਤ ਮੁਸ਼ਕਲ ਸੀ ਜ਼ਮੀਨ ਨੂੰ ਸੇਲ ਕਰਨਾ। ਐਂਡ ਮੌਰਗੇਜ ਟੂ ਦੋਜ਼ whose outlook on life prevented them from cultivating it their own hands। ਤੇ ਜ਼ਮੀਨ ਨੂੰ ਕਾਸ਼ਤ ਕਰਨਾ ਬਹੁਤ ਔਖਾ ਹੁੰਦਾ ਸੀਗਾ। ਸੇਲ ਐਂਡ ਮੌਰਗੇਜ ਰੂਲ 10 ਦੇ ਵਿੱਚ ਕਿਹਾ ਹੈਗਾ ਸੇਲ ਐਂਡ ਮੌਰਗੇਜ ਆਫ ਦਾ ਲੈਂਡ ਟੂ ਮਨੀ ਲੈਂਡਰਸ became a feature of the village life। ਕੀ ਹੁੰਦਾ ਸੀ ਜਿਸ ਕਿਸੇ ਵਿਅਕਤੀ ਨੂੰ ਕੋਈ ਜ਼ਮੀਨ ਆਪਦੀ ਗਹਿਣੇ ਕੀਤੀ ਜਾਂਦੀ ਸੀ ਜਾਂ ਉਸ ਤੋਂ ਕੋਈ ਪੈਸੇ ਲਏ ਜਾਂਦੇ ਸੀ ਹੌਲੀ ਹੌਲੀ ਕਰਕੇ ਜਿਹੜਾ ਪੈਸਾ ਸੀਗਾ ਉਧਾਰ ਦਾ ਉਹ ਵੱਧਦਾ ਰਹਿੰਦਾ ਸੀ। ਅਖੀਰ ਤੇ ਆ ਕੇ ਜਿਹੜੀ ਜ਼ਮੀਨ ਸੀਗੀ ਉਹਨਾਂ ਮਾਲਕਾਂ ਨੂੰ ਹੀ ਸੇਲ ਕਰਨੀ ਪੈਂਦੀ ਸੀ। ਪਰ ਉਹਦੇ ਵਿੱਚ ਉਹ ਫਿਰ ਬੇਨਾਮੀ ਟ੍ਰਾਂਜੈਕਸ਼ਨ ਹੁੰਦੀਆਂ ਸੀਗੀਆਂ ਕਿਉਂਕਿ ਉਹਨਾਂ ਨੂੰ ਰਾਈਟ ਨਹੀਂ ਸੀ ਖਰੀਦਣ ਦਾ। ਇਸ ਕਰਕੇ ਇਹ ਜਿਹੜਾ ਸੀਗਾ ਸਿਸਟਮ ਚੱਲਦਾ ਰਿਹਾ। It was maintained that the resources of the country would be developed by the application to the improvement of the land of capital and money classes। ਲੈਂਡ ਨੂੰ ਇੰਪਰੂਵਮੈਂਟ ਦੇ ਸਿਸਟਮ ਵੀ ਚੱਲਦੇ ਰਹੇ। ਲੈਂਡ ਆਫ ਦਾ ਕੈਪੀਟਲ ਦਾ ਮਨੀ ਕਲਾਸਿਸ ਸਰਕਾਰ ਵੱਲੋਂ ਸਮੇਂ-ਸਮੇਂ ਤੇ ਸੁਧਾਰ ਕੀਤੇ ਜਾਂਦੇ ਰਹੇ। ਸਿਵਲ ਕੋਰਟਸ ਐਕਸੈਪਟ ਡਾਕਟ੍ਰਿਨ ਆਫ ਲਿਮਟਿਡ ਓਨਰਸ਼ਿਪ। ਜਿਹੜੀਆਂ ਕੋਰਟਾਂ ਸੀਗੀਆਂ ਕੋਰਟਾਂ ਕੋਲ ਵੀ ਲਿਮਟਿਡ ਓਨਰਸ਼ਿਪ ਦੇ ਜਿਹੜੇ ਰਾਈਟ ਸੀਗੇ ਉਹਦੇ ਮੁਤਾਬਕ ਹੀ ਕੋਰਟਾਂ ਨੂੰ ਫੈਸਲੇ ਕਰਨੇ ਹੁੰਦੇ ਸੀਗੇ। ਦਿਸ ਡਾਕਟ੍ਰਿਨ ਇਜ਼ ਇਨਵੇਡਡ ਦਾ ਸਿਵਲ ਕੋਰਟਸ ਵਿਚ ਵਰ ਬਾਉਂਡ ਬਾਈ ਸੈਕਸ਼ਨ 5। ਆਪਾਂ ਸੈਕਸ਼ਨ ਲੈਂਡ ਲਾਅ ਦਾ ਸੈਕਸ਼ਨ ਐਕਟ ਹੈਗਾ ਲੈਂਡ ਲਾਅ ਐਕਟ ਦਾ ਸੈਕਸ਼ਨ 5 ਹੈਗਾ ਜਿਹਦੇ ਵਿੱਚ ਜਿਵੇਂ ਹਾਂਜੀ ਲੈਂਡ ਐਡਮਿਨਿਸਟ੍ਰੇਟਿਵ ਮੈਨੂਅਲ ਪੇਪਰ ਨੰਬਰ 3 ਲੈਂਡ ਐਡਮਿਨਿਸਟ੍ਰੇਟਿਵ ਮੈਨੂਅਲ ਚੈਪਟਰ ਨੰਬਰ 2। ਜਿਵੇਂ ਕਿ ਕੋਰਟਾਂ ਵੀ ਬਾਉਂਡ ਹੁੰਦੀਆਂ ਸੀਗੀਆਂ ਐਕਟਾਂ ਦੇ ਅਕੋਰਡਿੰਗ ਕੋਰਟਾਂ ਨੂੰ ਫੈਸਲੇ ਕਰਨੇ ਪੈਂਦੇ ਸੀਗੇ। ਇਨਹੈਰੀਟੈਂਸ ਦਾ ਜਿਹੜਾ ਇਨਹੈਰੀਟੈਂਸ ਕਿਸੇ ਵਿਰਾਸਤ ਹੁੰਦੀ ਸੀ ਵਿਰਾਸਤ ਦੀਆਂ ਕਈ ਪ੍ਰੋਬਲਮਾਂ ਹੁੰਦੀਆਂ ਸੀ। ਸੈਕਸ਼ਨ 5 ਚ ਅਸੀਂ ਟੀਨੈਂਸੀ ਐਕਟ 'ਚ ਪੜ੍ਹ ਕੇ ਗਏ ਹਾਂ ਜਾਂ ਲੈਂਡ ਲਾਅ ਦਾ ਐਕਟ ਸੈਕਸ਼ਨ 5 ਉਹਦੇ ਵਿੱਚ ਵੀ ਹੈਗੀ ਹੈ। ਅਡੋਪਸ਼ਨ ਦਾ ਇਨਹੈਰੀਟੈਂਸ ਦਾ ਗਿਫਟ ਪ੍ਰਾਇਮਰੀ ਇਹ ਜਿਹੜੀਆਂ ਪ੍ਰੋਬਲਮਾਂ ਸੀਗੀਆਂ ਕੋਰਟਾਂ ਨੂੰ ਵੀ ਹੈਗਾ ਸੀਗਾ ਸੈਕਸ਼ਨਸ ਕੋਰਟਾਂ ਤੇ ਹੁੰਦੀਆਂ ਸੀਗੀਆਂ। ਉਹਨਾਂ ਨੂੰ ਜਿਹੜੇ ਸਿਧਾਂਤ ਸੀਗੇ ਸਾਡੇ ਲਾਅ ਦੇ ਮੁਤਾਬਕ ਹੀ ਫੈਸਲੇ ਕਰਨੇ ਹੁੰਦੇ ਸੀਗੇ। ਨੈਸੈਸਿਟੀ ਆਫ ਰਿਸਟ੍ਰਿਕਟਿੰਗ ਕ੍ਰੈਡਿਟ ਬੇਸਿਸ ਪੰਜਾਬ ਅਲਾਈਨੇਸ਼ਨ ਆਫ ਲੈਂਡ ਐਕਟ। ਰਿਸਟ੍ਰਿਕਸ਼ਨ ਸੀ ਸੇਲ ਦੇ ਉੱਪਰ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਸੇਲ ਕਰਨ ਦੇ ਵਿੱਚ ਬਹੁਤ ਰਿਸਟ੍ਰਿਕਸ਼ਨ ਹੁੰਦੀ ਸੀ ਲੋਕਾਂ ਨੂੰ। ਹਰ ਬੰਦਾ ਕੋਈ ਆਰਾਮ ਨਾਲ ਕੋਈ ਵਿਅਕਤੀ ਆਪਣੀ ਜਿਹੜੀ ਜ਼ਮੀਨ ਦਾ ਕੋਈ ਟੁਕੜਾ ਪਰ ਪੀਸ ਆਫ ਦਾ ਲੈਂਡ ਕੋਈ ਸੇਲ ਕਰਕੇ ਆਪਦਾ ਕੰਮ ਨਹੀਂ ਸੀ ਸੁਧਾਰ ਸਕਦਾ। ਆਪਣੀ ਕੋਈ ਮੈਰਿਜ ਕੋਈ ਸ਼ਾਦੀ ਕਿਸੇ ਬੱਚੇ ਦੀ ਨਹੀਂ ਸੀ ਕਰ ਸਕਦਾ। ਉਹਨੂੰ ਕਰਜ਼ਾ ਲੈਣਾ ਪੈਂਦਾ ਸੀ ਕਿਉਂਕਿ ਉਹਨੂੰ ਸੇਲ ਕਰਨ ਦੇ ਲਈ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਤਰੀਕੇ ਕੀ ਹੁੰਦਾ ਕਿਸਾਨ ਕਰਜ਼ਈ ਹੁੰਦੇ ਗਏ। ਇਕਨੋਮਿਕਲ ਪੋਜੀਸ਼ਨ ਕਿਸਾਨਾਂ ਦੀ ਮਾੜੀ ਹੁੰਦੀ ਗਈ। ਫਿਰ ਕੀ ਹੋਇਆ ਸਮੇਂ-ਸਮੇਂ ਪੈਣ ਤੇ ਜਿਹੜੇ ਲੋਕ ਸੀ ਆਪਣੀਆਂ ਜਿਹੜੀਆਂ ਪ੍ਰਾਪਰਟੀਆਂ ਸੀਗੀਆਂ ਉਹ ਵੱਡੇ ਵੱਡੇ ਲੈਂਡ ਓਨਰਸ ਨੂੰ ਟ੍ਰਾਂਸਫਰ ਕਰਦੇ ਗਏ। ਸਿਰਫ ਲੈਂਡ ਰੈਵਨਿਊ ਨਾ ਭਰਨ ਕਰਕੇ ਲੈਂਡ ਰੈਵਨਿਊ ਉਹਨਾਂ ਤੋਂ ਭਰਿਆ ਨਾ ਜਾਂਦਾ ਗਿਆ। ਜਦੋਂ ਗਰੀਬੀ ਛਾ ਜਾਂਦੀ ਪਰਿਵਾਰਾਂ ਦੇ ਵਿੱਚ ਤਾਂ ਲੈਂਡ ਰੈਵਨਿਊ ਵੀ ਭਰਨ ਤੋਂ ਕਈ ਲੋਕ ਅਸਮਰਥ ਹੋ ਜਾਂਦੇ ਸੀਗੇ। ਸਿਰਫ ਲੈਂਡ ਰੈਵਨਿਊ ਦੇ ਬੇਸਿਸ ਤੇ ਹੀ ਜਿਹੜੀ ਪ੍ਰਾਪਰਟੀ ਸੀਗੀ ਜੀ ਸਰ ਜੀ ਪੈਰਾ ਨੰਬਰ ਕਿੰਨਾ ਪੜ ਰਹੇ ਨੇ 14 ਠੀਕ ਹੈ ਸਰ। then ਸੀਗਾ ਪੈਰਾ ਨੰਬਰ 15 classification of the measures taken at the different times to protect ਸਮੇਂ ਸਮੇਂ ਤੇ ਫਿਰ ਕੀ ਹੈਗਾ
लैंड प्रोटेक्ट द लैंड ओनर्स, लैंड ओनर ਨੂੰ ਬਚਾਉਣ ਦੀ ਖਾਤਰ ਕਈ ਮੇਜਰ ਕੀਤੇ ਗਏ ਗਵਰਨਮੈਂਟ ਵੱਲੋਂ, ਕਈ ਮੇਜਰ ਲਏ ਗਏ। ਲੀਗਲ ਇਨਫੋਰਸਮੈਂਟ ਆਫ ਦਾ ਕਸਟਮ ਆਫ ਪ੍ਰੀਐਂਪਸ਼ਨ, ਜਿਹੜਾ ਕਸਟਮ ਸੀਗਾ, ਰੀਤੀ ਰਿਵਾਜ ਸੀਗਾ ਲੋਕਾਂ ਦੇ ਵਿੱਚ, ਹੱਕ ਸੁਫੇ ਦਾ ਜਿਹੜਾ ਰਿਵਾਜ ਸੀਗਾ ਉਸ ਨੂੰ ਲੀਗਲ ਇਨਫੋਰਸਮੈਂਟ ਦਿੱਤੀ ਗਈ, ਲਾਅ ਬਣਾਇਆ ਗਿਆ। Section of transfer by the landowners belonging to the agriculture tribes। ਐਗਰੀਕਲਚਰ ਜਿਹੜੀਆਂ ਟ੍ਰਾਈਬ ਸੀ ਆਪਾਂ ਪੜ੍ਹ ਕੇ ਗਏ ਹਾਂ ਪਹਿਲਾਂ, ਉਹਦੇ ਵਿੱਚ ਪੜ੍ਹਿਆ ਸੀਗਾ ਆਪਾਂ ਨੇ, ਸ਼ਾਇਦ ਟੈਨੈਂਸੀ ਐਕਟ 'ਚ ਪੜ੍ਹਿਆ ਸੀ, ਜਿਹੜੀ ਐਗਰੀਕਲਚਰ ਟ੍ਰਾਈਬ ਸੀਗੀਆਂ ਆਪਣੀ ਟ੍ਰਾਈਬ ਤੋਂ ਬਾਹਰ ਜਾ ਕੇ ਕਿਸੇ ਹੋਰ ਵਿਅਕਤੀ ਨੂੰ ਕੋਈ ਆਪਣੀ ਜ਼ਮੀਨ ਟ੍ਰਾਂਸਫਰ ਨਹੀਂ ਸੀ ਕਰ ਸਕਦੀਆਂ। The restrictions of transfers by the landowners belonging to the agriculture tribes, exemption from the sale in execution of the decree। ਡਿਗਰੀ ਜਦੋਂ ਕਿਸੇ ਵਿਅਕਤੀ ਦੀ ਹੁੰਦੀ ਸੀ, ਕੋਈ ਟੈਨੈਂਟ ਦੇ ਖਿਲਾਫ ਕੋਈ ਡਿਗਰੀ ਪਾਸ ਹੋ ਜਾਂਦੀ ਸੀ, ਕਿਸੇ ਨੇ ਲੈਂਡਰ ਨੂੰ ਪਤਾ ਨਹੀਂ ਕੀਤਾ ਤਾਂ ਮਾਲਕ ਵੱਲੋਂ ਡਿਗਰੀ ਲੈ ਲਈ ਜਾਂਦੀ ਸੀ ਕੋਰਟ ਦੇ ਵਿੱਚੋਂ, ਠੀਕ ਹੈ। ਉਹਦੇ ਵਿੱਚ ਕੁਝ ਪ੍ਰਾਪਰਟੀਆਂ ਨੂੰ ਫਿਰ ਐਗਜ਼ੈਂਪਸ਼ਨ ਦਿੱਤੀ ਗਈ, ਜਿਵੇਂ ਕਿਸੇ ਮਾਲਕ ਦੀ ਜਿਹੜੀ ਘਰ ਹੈਗਾ ਜਾਂ ਘਰ ਦੇ ਨਾਲ ਲੱਗਦਾ ਕੋਈ ਏਰੀਆ ਹੈਗਾ, ਉਸ ਨੂੰ ਐਗਜ਼ੈਂਪਸ਼ਨ ਦਿੱਤੀ ਗਈ ਲਾਅ ਦੇ ਵਿੱਚ ਆ ਕੇ ਵੀ ਉਹ ਪ੍ਰਾਪਰਟੀ ਜਿਹੜੀ ਹੈਗੀ ਆ ਉਹ ਸੇਲ ਨਹੀਂ ਹੋ ਸਕਦੀ, ਉਹ ਡਿਗਰੀ ਦੇ ਵਿੱਚ ਜਿਹੜੀ ਸੇਲ ਨਹੀਂ ਕੀਤੀ ਜਾ ਸਕਦੀ। ਪ੍ਰੀਐਂਪਸ਼ਨ ਇਟਸ ਨੇਚਰ, ਪ੍ਰੀਐਂਪਸ਼ਨ ਕੀ ਸੀਗਾ? ਟ੍ਰਾਈਬਲ ਲਾਅ ਆਫ ਦਾ ਪੰਜਾਬ, ਇੱਕ ਰਾਈਟਰ ਹੋਏ ਨੇ ਉਸ ਵੇਲੇ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ, ਰॉ ਐਂਡ ਰੈਟੀਗਨ, ਰॉ ਐਂਡ ਰੈਟੀਗਨ ਇਹਨਾਂ ਕੋਲੋਂ ਬੁੱਕ ਲਿਖੀ ਹੋਈ ਹੈ ਇਹਨਾਂ ਵੱਲੋਂ। ਟ੍ਰਾਈਬਲ ਲਾਅ ਆਫ ਦਾ ਪੰਜਾਬ, ਠੀਕ ਹੈ। ਉਸ ਸਮੇਂ ਦੇ ਮੁਤਾਬਕ ਜਿਵੇਂ ਲੋਕਾਂ ਦਾ ਵਿੱਚ ਚੱਲਦਾ ਸੀਗਾ ਸਿਸਟਮ, ਲੈਂਡ ਓਨਰ ਸੀਗੇ, ਕਰਜ਼ੇ ਹੁੰਦੇ ਸੀ, ਇਕਨੋਮਿਕਲ ਹਾਲਤ ਮਾੜੀ ਸੀਗੀ, ਜੇ ਉਹਨਾਂ ਨੂੰ ਲੋੜ ਪੂਰੀ ਕਰਨੀ ਪੈਂਦੀ ਸੀ ਆਪਦੀ ਤਾਂ ਕੀ ਕਰਦੇ ਸੀ, ਆਪਣੀ ਜ਼ਮੀਨ ਨੂੰ ਅੱਗੇ ਦੇ ਕੇ ਗਹਿਣੇ ਕਰੀ ਜਾਂਦੇ ਸੀਗੇ, ਠੀਕ ਹੈ। ਤਾਂ ਟ੍ਰਾਈਬਲ ਲਾਅ ਦੇ ਨਾਂ ਤੇ, ਟ੍ਰਾਈਬਲ ਲਾਅ ਦਾ ਪੰਜਾਬ ਦੇ ਨਾਂ ਤੇ ਜਿਹੜੀ ਬੁੱਕ ਲਿਖੀ ਹੈ ਰॉ ਐਂਡ ਰੈਟੀਗਨ ਨੇ, ਤੇ ਇਹਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਦੱਸਿਆ ਹੈਗਾ ਵੀ ਜਿਹੜਾ ਲਾਅ ਸੀਗਾ ਉਸ ਵੇਲੇ ਦਾ ਪੰਜਾਬ ਦਾ, ਉਹ ਜ਼ਿਆਦਾ ਵਧੀਆ ਲਾਅ ਨਹੀਂ ਹੈਗਾ ਸੀਗਾ। ਟ੍ਰਾਈਬਲ ਲਾਅ ਕਿਹਾ ਗਿਆ ਉਸਨੂੰ। ਆਈ ਥਿੰਕ ਉਹਦੇ ਕਿਹਾ ਗਿਆ, ਆਈ ਥਿੰਕ ਦੈਟ this is quite an erroneous view and that preemption is merely a corollary of the general principle regulating the succession। ਉਹਨੇ ਕਿਹਾ ਵੀ ਜਿਹੜੀ ਪ੍ਰੀਐਂਪਸ਼ਨ ਹੈਗੀ ਹੈ ਇਹ ਵੀ ਕੋਈ ਵਧੀਆ ਗੱਲ ਨਹੀਂ ਹੈਗੀ। ਪਾਵਰ ਟੂ ਡਿਸਪੋਜ਼ਲ ਦਾ ਲੈਂਡ, ਜ਼ਮੀਨ ਨੂੰ ਸੇਲ ਕਰਨ ਦੀ ਜਿਹੜੀ ਪਾਵਰਸ ਹੈਗੀਆਂ ਨੇ ਜਾਂ ਸਕਸੈਸ਼ਨ ਦੀਆਂ ਜਿਹੜੀਆਂ ਪਾਵਰਾਂ ਹੈਗੀਆਂ ਨੇ, ਇਹਦੀ ਲਿਮਟਿਡ ਪਾਵਰਸ ਦਿੱਤੀਆਂ ਗਈਆਂ ਨੇ ਪ੍ਰੀਐਂਪਸ਼ਨ ਦੇ ਵਿੱਚ। ਸਮਾਂ ਪਾ ਕੇ ਜਿਹੜੀ ਇਹ ਪ੍ਰੀਐਂਪਸ਼ਨ ਦੀ ਜਿਹੜੀ ਐਕਟ ਸੀਗਾ, ਇਹ ਫਿਰ ਬਾਅਦ ਦੇ ਵਿੱਚ ਜੋ ਸਟੇਟ ਗਵਰਨਮੈਂਟ ਵੱਲੋਂ ਇੰਪਰੂਵਮੈਂਟਸ ਕੀਤੀਆਂ ਗਈਆਂ ਲਾਅ ਦੇ ਵਿੱਚ, ਇਹ ਪ੍ਰੀਐਂਪਸ਼ਨ ਜਿਹੜਾ ਐਕਟ ਸੀਗਾ ਇਹਨੂੰ ਖਤਮ ਕਰ ਦਿੱਤਾ ਗਿਆ। ਪ੍ਰੀਐਂਪਸ਼ਨ ਐਕਟ ਦੇ ਵਿੱਚ ਕੀ ਕਿਹਾ? ਸਕਸੈਸ਼ਨ, ਸੇਲ, ਗਿਫਟ, ਮੌਰਗੇਜ, ਅਡਾਪਸ਼ਨ, ਇਹ ਸਾਰੇ ਉੱਪਰ ਕੁਝ ਬੰਦਿਸ਼ਾਂ ਲਗਾਈਆਂ ਗਈਆਂ ਸੀਗੀਆਂ ਇਸ ਐਕਟ ਦੇ ਰਾਹੀਂ। ਬਾਅਦ 'ਚ ਇਸ ਐਕਟ ਨੂੰ ਸਰਕਾਰ ਵੱਲੋਂ ਖਤਮ ਕਰ ਦਿੱਤਾ ਗਿਆ। ਫਿਰ ਗੱਲ ਆ ਗਿਆ ਪੈਰਾ ਨੰਬਰ 18 'ਚ, ਐਂਟਰੀਜ਼ ਇਨ ਦਾ ਵਿਲੇਜ ਐਡਮਿਨਿਸਟ੍ਰੇਸ਼ਨ ਪੇਪਰ। ਵਿਲੇਜ ਐਡਮਿਨਿਸਟ੍ਰੇਸ਼ਨ ਪੇਪਰ 'ਚ ਤੁਸੀਂ ਉਲਝਣਾ ਨਹੀਂ ਹੈਗਾ, ਇਸਨੂੰ ਅਸੀਂ ਉਹ ਕਹਿ ਦਿੰਦੇ ਹਾਂ ਵਾਜਬੁਲ ਅਰਜ਼। ਜਿਹੜੇ ਕਿਤੇ ਤੁਹਾਨੂੰ ਕੁਐਸਚਨ ਇੱਦਾਂ ਦਾ ਆ ਜਾਏ ਵਿਲੇਜ ਐਡਮਿਨਿਸਟ੍ਰੇਸ਼ਨ ਪੇਪਰ ਦੇ ਸੰਬੰਧ 'ਚ ਕੁਐਸਚਨ ਆ ਜਾਂਦਾ ਹੈ ਤਾਂ ਇਸਨੂੰ ਅਸੀਂ ਵਾਜਬੁਲ ਅਰਜ਼ ਕਹਿੰਦੇ ਹਾਂ। ਵਾਜਬੁਲ ਅਰਜ਼ ਕੀ ਹੁੰਦੀ ਆਪਾਂ ਪਹਿਲਾਂ ਵੀ ਪੜ੍ਹ ਕੇ ਗਏ ਹਾਂ। ਪਿੰਡ ਦੇ ਰੀਤੀ ਰਿਵਾਜ, ਦਾ ਕਸਟਮਸ ਗਵਰਨਿੰਗ ਪ੍ਰੀਐਂਪਸ਼ਨ, ਪ੍ਰੀਐਂਪਸ਼ਨ ਦੇ ਜਿਹੜੇ ਕਸਟਮ ਸੀਗੇ ਇਹਦੇ ਵਿੱਚ ਦਰਜ ਕੀਤੇ ਜਾਂਦੇ ਸੀ ਵੀ ਕੌਣ ਵਿਅਕਤੀ, ਕਿਹੜਾ ਮਾਲਕ ਕਿਸ ਨੂੰ ਪ੍ਰਾਪਰਟੀ ਸੇਲ ਕਰ ਸਕਦਾ ਹੈ। ਸਭ ਤੋਂ ਪਹਿਲਾਂ ਰਾਈਟ ਕਿਹਦਾ ਬਣਦਾ ਹੈ? ਜੇ ਕੋਈ ਪ੍ਰਾਪਰਟੀ ਕੋਈ ਬੰਦਾ ਵਿਅਕਤੀ ਸੇਲ ਕਰਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਕਿਹਦਾ ਰਾਈਟ ਬਣਦਾ ਹੈ? ਕੌਣ ਖਰੀਦੇਗਾ? ਜੇ ਉਹ ਨਹੀਂ ਖਰੀਦੇਗਾ ਤਾਂ ਅਗਲਾ ਖਰੀਦੇਗਾ, ਜੇ ਅਗਲਾ ਨਹੀਂ ਖਰੀਦੇਗਾ ਤਾਂ ਫਿਰ ਹੋਰ ਅਗਲਾ ਖਰੀਦੇਗਾ, ਜੇ ਹੋਰ ਅਗਲਾ ਨਹੀਂ ਖਰੀਦੇਗਾ ਫਿਰ ਹੋਰ ਅਗਲਾ ਖਰੀਦੇਗਾ। ਜਿੱਥੇ ਕਿਤੇ ਵੀ ਜਿਹੜੇ ਰਾਈਟ ਸਾਰੇ ਖਤਮ ਹੋ ਜਾਂਦੇ ਆ ਤਾਂ ਦੈਨ ਹੀ ਹੈਵ ਟੂ ਗੈਟ ਦਾ ਪਰਮਿਸ਼ਨ ਫਰੋਮ ਦਾ ਕਮਿਸ਼ਨਰ। ਤਾਂ ਫਿਰ ਉਹਨੂੰ ਕਮਿਸ਼ਨ ਤੋਂ ਪਰਮਿਸ਼ਨ ਲੈ ਕੇ ਹੀ ਪ੍ਰਾਪਰਟੀ ਨੂੰ ਕੋਈ ਜਿਹੜਾ ਹੈਗਾ ਸੀ, ਜੇ ਕਿਸੇ ਸਟ੍ਰੇਂਜਰ ਨੂੰ ਕੋਈ ਪ੍ਰਾਪਰਟੀ ਬੰਦਾ ਆਪਣਾ ਵਿਅਕਤੀ ਕੋਈ ਸੇਲ ਕਰਦਾ ਸੀਗਾ, ਕੋਈ ਵੀ ਉਹਦਾ ਜਿਹੜਾ ਲੀਗਲ ਜਿਹਦਾ ਰਾਈਟ ਬੰਦਾ ਸੀ, ਜਦੋਂ ਕੋਈ ਪ੍ਰਾਪਰਟੀ ਨਾ ਪਰਚੇਜ ਕਰਦਾ ਹੋਵੇ ਦੈਨ ਜਿਹੜੀ ਪ੍ਰਾਪਰਟੀ ਸੀ ਜਿਹੜੀ ਸੇਲ ਕਰਨ ਦੀ ਖਾਤਰ ਕਿਸੇ ਸਟ੍ਰੇਂਜਰ ਨੂੰ ਤਾਂ ਜਿਹੜੀ ਹੈਗੀ ਸੀ ਪਰਮਿਸ਼ਨ ਲਈ ਜਾਂਦੀ ਸੀ ਗਵਰਨਮੈਂਟ ਵੱਲੋਂ, ਕਮਿਸ਼ਨਰ ਵੱਲੋਂ। ਰਾਈਟ ਰਿਸਟ੍ਰਿਕਟਡ ਬਾਈ ਦਾ ਸਿਵਲ ਕੋਡਸ। usufructuary mortgage, the court held that the right did not extend to the usufructuary mortgage। ਪ੍ਰੀਐਂਪਸ਼ਨ ਜਿਹੜਾ ਰਾਈਟ ਹੈ ਕਿਸੇ ਕੋਰਟ ਨੇ ਕਿਸੇ ਵੇਲੇ ਕਿਹਾ ਸੀਗਾ ਵੀ ਜਿਹੜਾ ਪ੍ਰੀਐਂਪਸ਼ਨ ਜਿਹੜਾ ਰਾਈਟ ਹੈਗਾ, ਇਹ ਜਿਹੜਾ ਹੱਕ ਸੂਬੇ ਦਾ ਰਾਈਟ ਹੈਗਾ, ਇਹ ਯੂਜ਼ੂਫਰੈਕਟਰੀ ਮੌਰਗੇਜ 'ਚ ਲਾਗੂ ਨਹੀਂ ਹੁੰਦਾ। Provisions of the Punjab Act, ਪੈਰਾ 4 1872, ਜਿਹਦੇ ਵਿੱਚ ਕੀ ਕਿਹਾ ਗਿਆ? ਵਿਲੇਜ ਕਮਿਊਨਿਟੀ ਐਂਡ ਐਕਸਟੈਂਡਸ ਟੂ ਦਾ ਵਿਲੇਜ ਸਾਈਟਸ ਆਫ ਦਾ ਹਾਊਸਸ। ਜਦੋਂ ਕਿਸੇ ਦੀ ਕੋਈ ਡਿਗਰੀ ਕਿਸੇ ਦੇ ਖਿਲਾਫ ਆ ਜਾਂਦੀ ਸੀਗੀ, ਠੀਕ ਹੈ,
ਤਾਂ ਜਦੋਂ ਕੋਈ ਪ੍ਰਾਪਰਟੀ ਸੇਲ ਕੀਤੀ ਜਾਂਦੀ ਸੀ ਕਿਸੇ ਵਿਅਕਤੀ ਦੀ, ਉਹਦੇ ਤੇ ਕੀ ਹੈ ਵਿਲੇਜ ਸਾਈਟ ਆਫ ਦਾ ਹਾਊਸਸ, ਇਹਨਾਂ ਨੂੰ ਕੀ ਸੀਗਾ ਐਗਜ਼ੈਂਪਟ ਕੀਤਾ ਗਿਆ ਸੀ, ਲੈਂਡਸ ਵਿਦ ਇਨ ਦਾ ਵਿਲੇਜ ਬਾਉਂਡਰੀ, ਆਲ ਦਾ ਟ੍ਰਾਂਸਫਰੇਬਲ ਰਾਈਟਸ ਆਫ ਦਾ ਆਕੂਪੈਂਸੀ, ਇਹ ਜਿਹੜੇ ਸੀਗੇ ਸਾਰੇ ਸੇਲ ਕਰਨ ਤੋਂ ਰੋਕੇ ਗਏ। ਫੋਲੋਇੰਗ ਪਰਸਨਸ ਇਨ ਆਰਡਰ ਟੂ ਸਟੇਟ, ਫਸਟ ਕੀ ਹੈ ਜੁਆਇੰਟ ਅਨਡਿਵਾਈਡਡ ਇਮੂਵੇਬਲ ਪ੍ਰਾਪਰਟੀ, ਇਹ ਦੱਸਿਆ ਗਿਆ ਵੀ ਕਿਹਨੂੰ ਕੋਈ ਵਿਅਕਤੀ ਕੋਈ ਪ੍ਰਾਪਰਟੀ ਸੇਲ ਕਰ ਸਕਦਾ ਸੀਗਾ। ਪਹਿਲਾ ਹੱਕ ਕਿਹਦਾ ਬਣਦਾ ਸੀ, ਜੁਆਇੰਟ ਅਨਡਿਵਾਈਡਡ ਇਮੂਵੇਬਲ ਪ੍ਰਾਪਰਟੀ, ਜੇ ਕੋਈ ਪ੍ਰਾਪਰਟੀ ਜਿਹੜੀ ਇਮੂਵੇਬਲ ਪ੍ਰਾਪਰਟੀ ਸੀ, ਡਿਵਾਈਡ ਨਹੀਂ ਕੀਤੀ ਗਈ ਸੀ, ਤਾਂ ਜਿਹੜਾ ਸ਼ੇਅਰ ਹੋਲਡਰ ਸੀਗਾ ਉਹ ਪ੍ਰਾਪਰਟੀ ਜਿਹੜਾ ਸੀਗਾ ਪਹਿਲੇ ਆਧਾਰ ਤੇ ਉਸ ਨੂੰ ਰਾਈਟ ਸੀਗਾ ਪ੍ਰਾਪਰਟੀ ਪਰਚੇਜ ਕਰਨਾ ਕਿਸੇ ਸ਼ੇਅਰ ਹੋਲਡਰ ਦੀ। ਦੈਨ ਹੈਗਾ ਫਿਰ ਐਂਸੈਸਟਰ ਸ਼ੇਅਰਸ, ਸੈਕੰਡਲੀ ਕੋਈ ਉਹਦੇ ਜਿਹੜੇ ਬਜ਼ੁਰਗ ਸੀਗੇ, ਠੀਕ ਹੈ, ਉਹ ਪ੍ਰਾਪਰਟੀ ਪਰਚੇਜ ਕਰ ਸਕਦੇ ਸੀਗੇ। ਥਰਡਲੀ नो co-sharer ਔਰ ਰਿਲੇਸ਼ਨ, ਜੇ ਕੋਈ co-sharer ਜਾਂ ਰਿਲੇਸ਼ਨ ਜਾਂ ਕੋਈ ਵਿਅਕਤੀ ਪ੍ਰਾਪਰਟੀ ਸੇਲ ਨਹੀਂ ਪਰਚੇਜ ਨਹੀਂ ਕਰਦਾ ਕਿਸੇ ਵਿਅਕਤੀ ਦੀ, ਤਾਂ ਦੇਖੋ ਕਿੰਨਾ ਪ੍ਰੋਬਲਮ ਸੀਗੀ ਕਿਸੇ ਨੂੰ ਆਪਣੀ ਜ਼ਮੀਨ ਸੇਲ ਕਰਨ ਦੇ ਮਕਸਦ ਦੇ ਲਈ। ਤਾਂ ਜਿਹੜਾ ਕੋਈ ਸੀਗਾ ਉਸ ਪੱਤੀ ਦਾ ਲੈਂਡ ਓਨਰ ਸੀਗਾ, ਪੱਤੀ ਦਾ ਲੈਂਡ ਓਨਰ ਪ੍ਰਾਪਰਟੀ ਪਰਚੇਜ ਕਰ ਸਕਦਾ ਸੀਗਾ। ਸਰ ਮੈਨੂੰ ਇਹਦੇ ਵਿੱਚ ਤਾਂ ਇੱਕ ਪੋਜ਼ਿਟਿਵ ਪੁਆਇੰਟ ਵੀ ਲੱਗਦਾ ਹੀ ਆ ਵੀ ਜੇ ਨਹੀਂ ਸੇਲ ਕਰ ਸਕਦੇ ਸੀ ਆਪਣੇ ਹੱਕ ਤੋਂ ਬਾਹਰ, ਇਹਦਾ ਮਤਲਬ ਇਹ ਆ ਕਿ ਉਹਨੂੰ ਫਾਇਦਾ ਵੀ ਤਾਂ ਇਸ ਚੀਜ਼ ਦਾ ਰਹਿੰਦਾ ਹੀ ਸੀਗਾ ਵੀ ਜੇ ਕੋਈ ਬੰਦਾ ਉਹਦੀ ਜ਼ਮੀਨ ਨਹੀਂ ਘਟਦੀ ਸੀਗੀ, ਜੇ ਉਹ ਨਹੀਂ ਸੇਲ ਕਰਦਾ ਸੀ ਤਾਂ ਫਿਰ ਉਹ ਇਕਨੋਮਿਕਲ ਉਹਦੇ ਪਰਿਵਾਰ ਕੋਲ ਰਹਿੰਦੀ ਸੀ। ਨਹੀਂ, ਇਹ ਵੀ ਤਾਂ ਸੁਣੋ ਨਾ, ਇਕਨੋਮਿਕਲ ਕਿੰਨਾ ਉਹ ਵੀਕ ਹੋ ਜਾਂਦਾ ਸੀਗਾ, ਉਹ ਕਰਜ਼ਈ ਹੋ ਜਾਂਦਾ ਸੀਗਾ। ਜੀ ਸਰ, ਜੀ ਸਰ। ਫਿਰ ਕਿਉਂ ਖਤਮ ਨਹੀਂ ਫਿਰ ਕਿਉਂ ਨਹੀਂ ਫਿਰ ਕਿਉਂ, ਇੱਕ ਮਿੰਟ ਸੁਣੋ, ਫਿਰ ਕਿਉਂ ਖਤਮ ਕੀਤਾ ਗਿਆ ਲਾਅ? ਇਹ ਲਾਅ ਖਤਮ ਹੈ ਇਸ ਕਰਕੇ ਬਾਅਦ ਚ ਕੀਤਾ ਗਿਆ ਕਿਉਂਕਿ ਚਲੋ ਇਹ ਆਪਣੇ ਵਿਊਜ਼ ਹੈਗੇ ਆ, ਠੀਕ ਹੈ। ਇਹ ਹੈਗਾ ਵੀ ਉਸ ਵੇਲੇ ਪ੍ਰੋਬਲਮ ਸੀਗੀਆਂ, ਇਹ ਉਸ ਵੇਲੇ ਜਿਹੜਾ ਸਾਡਾ ਕਸਟਮ ਸੀ, ਸਾਡੇ ਕਸਟਮ ਦੇ ਮੁਤਾਬਕ ਸਾਡੇ ਲਾਅ ਬਣੇ। ਫਿਰ ਜਿਹੜੇ ਲਾਅ ਜੇ ਕਿਤੇ ਉਹ ਜਿਹੜੇ ਸੀਗੇ ਉਹਦੇ ਵਿੱਚ ਪ੍ਰੋਬਲਮਾਂ ਕ੍ਰੀਏਟ ਹੋਈਆਂ, ਲੋਕਾਂ 'ਚ ਗਰੀਬੀ ਛਾ ਗਈ, ਲੋਕ ਕਰਜ਼ਈ ਹੋ ਗਏ, ਕਰਜ਼ਾ ਮੁਕਤ ਹੋ ਗਏ, ਆਪਣੀਆਂ ਪ੍ਰਾਪਰਟੀਆਂ ਉਹਨਾਂ ਨੇ ਇਨਫੈਕਟ ਤਾਂ ਸੇਲ ਕਰਤੀਆਂ, ਪਰ ਉਹਨਾਂ ਨੇ ਮੌਰਗੇਜ ਕੀਤੀਆਂ, ਥਰਡ ਪਰਸਨ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਰਾਹੀਂ ਮੌਰਗੇਜ ਕੀਤੀਆਂ, ਠੀਕ ਹੈ। ਹਾਂ, ਤੇ ਫਿਰ ਸਰਕਾਰ ਨੇ ਤਾਂ ਹੀ ਉਹ ਜਿਹੜਾ ਬੈਂਕਿੰਗ ਸਿਸਟਮ ਲੈ ਕੇ ਆਂਦਾ ਕਰਜ਼ਾ ਮੁਕਤ ਖਤਮ ਕਰਨ ਦੇ ਲਈ, ਲੋਕਾਂ ਨੂੰ ਕਰਜ਼ੇ ਤੋਂ ਮੁਕਤੀ ਕਰਨ ਦੇ ਲਈ। ਜਿਹੜਾ ਕਰਜ਼ਾ ਸੀਗਾ ਦੇਖੋ ਹੁਣ ਕੀ ਹੈਗਾ, ਉਸ ਵੇਲੇ ਵਿਆਜ ਤੋਂ ਵਿਆਜ ਇੱਕ ਮੁੱਠੀ ਦਾਣੇ ਦੀ ਜਿਵੇਂ ਕਹਿੰਦੇ ਬੋਰੀ ਬਣ ਜਾਂਦੀ ਸੀਗੀ, ਠੀਕ ਹੈ। ਇੱਕ ਮੁੱਠੀ ਕਿਤੇ ਕਿਲੋ ਦਾਣੇ ਵਾਲੇ ਨੇ ਲਏ ਉਧਾਰ ਕਿਸੇ ਵੀ ਤੋਂ, ਠੀਕ ਹੈ, ਉਹ ਬੋਰੀ ਦੇ ਰੂਪ 'ਚ ਵੀ ਕਈ ਵਾਰੀ ਉਹਨੂੰ ਦੇਣੇ ਪੈਂਦੇ ਸੀਗੇ। ਹੁਣ ਸਰਕਾਰ ਨੇ ਫਿਰ ਕੀ ਕੀਤਾ, ਕਰਜ਼ਾ ਸੀਗਾ ਜਿਹੜਾ, ਠੀਕ ਹੈ। ਲਾਅ ਵੀ ਅਸੀਂ ਦੇਖਦੇ ਹਾਂ ਵੀ ਕਈ ਥਾਂ ਤੇ ਅਸੀਂ ਜਿਹੜੀਆਂ ਕੋਰਟ ਦੀਆਂ ਜੱਜਮੈਂਟਸ ਦੇਖਦੇ ਹਾਂ ਵੀ ਕਿਸੇ ਵਿਅਕਤੀ ਤੋਂ ਜਿਹੜਾ ਹੈਗਾ ਜਿੰਨਾ ਉਹਨੇ ਪ੍ਰਿੰਸੀਪਲ ਅਮਾਊਂਟ ਲਈ ਹੁੰਦੀ ਹੈ, ਡਬਲ ਦੇ ਅਮਾਊਂਟ ਤੋਂ ਵੱਧ ਜਿਹੜੀ ਪੇਮੈਂਟ ਹੈਗੀ ਆ ਉਸਨੂੰ ਜਿਹੜੀ ਹੈਗੀ ਹੈ ਜਿਹੜੀ ਨਹੀਂ ਦਿੱਤੀ ਜਾ ਸਕਦੀ ਹੁੰਦੀ। ਇਹ ਵੀ ਕਈ ਜਿਹੜੀਆਂ ਜੱਜਮੈਂਟਸ ਹੈਗੀਆਂ ਨੇ ਕੋਰਟਾਂ ਦੀਆਂ। ਪਰ ਇੱਥੇ ਕੀ ਹੁੰਦਾ ਸੀਗਾ, ਜਿਹੜਾ ਕਰਜ਼ਾ ਸੀ ਇਹ ਨਹੀਂ ਪਤਾ ਸੀਗਾ, ਜਿੰਨੀ ਪ੍ਰਿੰਸੀਪਲ ਅਮਾਊਂਟ ਵਾਲੇ ਨੇ ਲਈ ਹੁੰਦੀ ਉਹਦੇ 5 ਗੁਣਾ 6 ਗੁਣਾ 10 ਗੁਣਾ ਵੀ ਜਿਹੜਾ ਕਰਜ਼ਾ ਬਣ ਜਾਂਦਾ ਸੀਗਾ। ਇਸ ਕਰਕੇ ਚਲੋ ਸੈਪਰੇਟ ਵਿਊਜ਼ ਹੈਗੇ ਆ, ਠੀਕ ਹੈ। ਇਹ ਦਿੱਕਤਾਂ ਸੀਗੀਆਂ। 6 ABCDEFG H ਇੰਨੀਆਂ ਜਿਹੜੇ ਪੁਆਇੰਟਸ ਦਿੱਤੇ ਗਏ ਨੇ ਵੀ ਬੰਦਾ ਜੇ ਪ੍ਰਾਪਰਟੀ ਸੇਲ ਕਰਦਾ ਤਾਂ ਕਿਵੇਂ ਸੇਲ ਕਰਦਾ ਸੀਗਾ, ਠੀਕ ਹੈ। ਨੈਕਸਟ ਹੈਗਾ 21 ਇੰਟਰਪ੍ਰੀਟੇਸ਼ਨ ਅਪਲਾਈਡ ਐਜ਼ ਰਿਗਾਰਡਸ ਕਸਟਮਰੀ ਰਾਈਟਸ ਆਫ ਪ੍ਰੀਐਮਪਸ਼ਨ। ਇਹ ਕਸਟਮ ਸੀਗਾ ਲੋਕਾਂ ਦਾ, ਕਸਟਮ ਤੋਂ ਹੀ ਲਾਅ ਬਣਿਆ। ਲਾਅ ਤੋਂ ਮਤਲਬ ਕਿ ਰੀਤੀ ਰਿਵਾਜ ਜਿਹੜੇ ਤੁਹਾਡੇ ਵਾਜਬੁਲ ਅਰਜ਼ ਸੀ ਉਹਦੇ ਮੁਤਾਬਕ ਹੀ ਕੋਰਟ ਫੈਸਲੇ ਕਰਦੀਆਂ ਸੀਗੀਆਂ। ਜਿਹੜੇ ਐਕਟਸ ਨੇ, ਜਿਹੜੇ ਸਾਡੇ ਐਕਟ ਜਿਹੜੇ ਬਣਦੇ ਨੇ ਉਹ ਸਾਡੇ ਜਿਹੜੇ ਕਸਟਮ ਹੈਗੇ ਉਹਨਾਂ ਨੂੰ ਸੇਵ ਕਰਦੇ ਹੈਗੇ ਆ, ਠੀਕ ਹੈ। ਤੇ ਐਕਟ ਇਹ ਜਿਹੜੇ ਹੁਣ ਸਾਡੇ ਕਸਟਮ ਨੇ ਸਾਡੀਆਂ ਵਾਜਬੁਲ ਅਰਜ਼ ਦੇ ਮੁਤਾਬਕ ਜੀ ਸਾਡੇ ਜਿਹੜੇ ਬਹੁਤ ਸਾਰੇ ਪੁਰਾਣੇ ਕੇਸ ਜਿਹੜੇ ਚੱਲਦੇ ਹੈਗੇ ਆ, ਠੀਕ ਹੈ। ਉਹ ਉਸ ਪਿੰਡ ਦੇ ਜਿਹੜੇ ਕਸਟਮ, ਹਰ ਪਿੰਡ ਦੇ ਕਸਟਮ ਜਿਹੜੇ ਰੀਤੀ ਰਿਵਾਜ ਹੁੰਦੇ ਆ ਵੱਖਰੇ ਹੋ ਸਕਦੇ ਆ। The chief courts has held that village administration papers furnish valuable evidence, ਠੀਕ ਹੈ। ਇਹ ਕਿਹਾ ਗਿਆ ਉਹਦੇ ਵਿੱਚ the Punjab Law Act, Tribal Law and Punjab by Roy and Redigans, page 83 ਤੇ ਕਿਹਾ ਗਿਆ that chief courts has held that the village administration paper furnish valuable evidence। ਜਿਹੜੀ ਰੀਤੀ ਰਿਵਾਜ ਜਿਹੜੇ ਪਿੰਡ ਦੇ ਹੈਗੇ ਆ ਉਹ ਜਿਹੜੀ ਹੈਗੀ ਆ ਜਿਹੜੀ ਐਵੀਡੈਂਸ ਤੋਂ ਲਈ ਜਾਂਦੀ ਆ, ਉਹ ਵੈਲਿਊਏਬਲ ਐਵੀਡੈਂਸ, ਉਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੁੰਦੀ ਹੈ। ਫਿਰ ਪੰਜਾਬ ਐਕਟ ਨੰਬਰ 2 1905 ਦੇ ਵਿੱਚ ਬਣਿਆ। ਇਹਦੇ ਵਿੱਚ ਵੀ ਪ੍ਰੀਐਮਪਸ਼ਨ ਦੇ ਬਾਰੇ ਬਹੁਤ ਸਾਰਾ ਕੁਝ ਕਿਹਾ ਗਿਆ। ਐਗਰੀਕਲਚਰ ਲੈਂਡ ਸੀਗੀ, ਓਨਲੀ ਐਗਰੀਕਲਚਰ ਲੈਂਡ ਤੇ ਫਿਰ ਕਹਿੰਦੇ ਇਹ ਲਾਗੂ ਹੋਏਗਾ, ਦੂਜੀ ਲੈਂਡ ਤੇ ਲਾਗੂ ਨਹੀਂ ਹੋਏਗਾ। ਦੈਨ ਆ ਗਿਆ ਕਮਿਸ਼ਨਰ ਸੈਂਕਸ਼ਨ ਟੂ ਟ੍ਰਾਂਸਫਰ ਦ ਸਟ੍ਰੇਂਜਰ ਫਾਰਮਲੀ ਰਿਕੁਆਇਰਡ। ਆਪਾਂ ਉੱਪਰ ਪੜ੍ਹ ਕੇ ਗਏ ਹਾਂ ਵੀ ਜਦੋਂ ਕਿਤੇ ਇੰਨੇ 8-10 ਜਿਹੜੇ ਹੈਗੇ ਨੇ ਲੋਕਾਂ ਦੇ ਵਿੱਚ ਜਦੋਂ ਰਾਈਟਸ ਖਤਮ ਹੋ ਜਾਂਦੇ ਵੀ ਉਹ ਪ੍ਰਾਪਰਟੀ ਕੋਈ ਪਰਚੇਜ ਨਹੀਂ ਕਰਦਾ, ਦੈਨ ਕਿਸੇ ਥਰਡ ਪਰਸਨ ਹੀ ਪ੍ਰਾਪਰਟੀ ਸੇਲ ਕੀਤੀ ਜਾਂਦੀ ਸੀ। ਤਦ ਹੈਗਾ ਜਿਹੜਾ ਰੂਲ 23 ਹੈਗਾ ਵੀ ਕਮਿਸ਼ਨਰ ਦੀ ਜਿਹੜੀ ਸੈਂਕਸ਼ਨ ਸੀ ਉਹ ਲਈ ਜਾਂਦੀ ਸੀਗੀ।
ਕਮਿਸ਼ਨਰ ਦੀ ਸੈਂਕਸ਼ਨ ਲੈਣ ਤੋਂ ਪਹਿਲਾਂ ਸਾਰੀ ਐਪਲੀਕੇਸ਼ਨ ਦਿੱਤੀ ਜਾਂਦੀ ਸੀ, ਮੈਨੂੰ ਇਸ ਕਰਕੇ ਪੈਸੇ ਦੀ ਜ਼ਰੂਰਤ ਹੈਗੀ ਹੈ, ਮੈਂ ਆਹ ਕੰਮ ਕਰਨਾ ਚਾਹੁੰਦਾ ਹੈਗਾ, ਠੀਕ ਹੈ। ਉਹਨੂੰ ਸੈਟੀਸਫੈਕਸ਼ਨ ਜਿਹੜੀ ਹੋਣੀ ਚਾਹੀਦੀ ਸੀ ਕਮਿਸ਼ਨਰ ਦੀ, ਤਦ ਹੀ ਜਾ ਕੇ ਇਹ ਜਿਹੜੀ ਹੈਗੀ ਸੀ ਪਰਮਿਸ਼ਨ ਮਿਲਦੀ ਸੀ ਸੇਲ ਕਰਨ ਦੀ ਪ੍ਰੋਪਰਟੀ। ਫॉर ਰੀਚਿੰਗ ਚੇਂਜਸ ਅਫੈਕਟਡ ਬਾਈ ਪੰਜਾਬ ਲੈਂਡ ਅਲਾਈਨੇਸ਼ਨ ਐਕਟ। then ਹੈਗਾ ਰੂਲ 26 ਯੂਜ਼ਫਰੈਕਟਰੀ ਐਂਡ ਕੋਲੈਟਰਲ ਮੌਰਗੇजेस। ਯੂਜ਼ਫਰੈਕਟਰੀ ਮੌਰਗੇਜ ਕੀ ਹੁੰਦਾ? ਕਬਜ਼ਾ ਦਿੱਤਾ ਜਾਂਦਾ ਹੈਗਾ। ਕੋਲੈਟਰਲ ਮੌਰਗੇਜ ਜਿਹੜਾ ਕਬਜ਼ਾ ਹੈਗਾ ਮਾਲਕ ਕੋਲ ਹੀ ਰਹਿੰਦਾ ਹੈ। ਯੂਜ਼ਫਰੈਕਟਰੀ ਮੌਰਗੇਜ ਕਿੱਥੋਂ ਆਇਆ? ਇਹ ਹੈਗਾ ਅਸਲ 'ਚ ਜਿਹੜਾ ਵਰਡ ਬਣਿਆ ਹੈਗਾ, ਇਹ ਵਰਡ ਬਣਿਆ ਕਰਜ਼ੇ ਤੋਂ ਵਰਡ ਬਣਿਆ। ਜਿਹੜਾ ਕਰਜ਼ੇ 'ਚ ਬੰਦਾ ਇੰਨਾ ਦਬ ਜਾਂਦਾ ਸੀਗਾ, ਫਿਰ ਉਹ ਆਪਣੀ ਜਿਹੜੀ ਜ਼ਮੀਨ ਸੀਗੀ ਉਸ ਨੂੰ ਗਹਿਣੇ ਪਾ ਦਿੰਦਾ ਸੀਗਾ। ਇਹਦਾ ਨਾਮ ਫਿਰ ਯੂਜ਼ਫਰੈਕਟਰੀ ਮੌਰਗੇਜ ਪੈ ਗਿਆ। ਲੋੜ ਮੁਤਾਬਕ ਉਹਨੂੰ ਪੈਸੇ ਦੀ ਜ਼ਰੂਰਤ ਹੁੰਦੀ ਸੀਗੀ, ਠੀਕ ਹੈ। ਜ਼ਮੀਨਾਂ ਕਿਵੇਂ ਹੁੰਦੀਆਂ ਸੀਗੀਆਂ? ਮਾਮਲੇ ਦੇ ਨਾਲ, ਮਾਮਲੇ ਦੇ ਉੱਪਰ ਜਿਹੜਾ ਵਿਆਜ ਪੈ ਗਿਆ, ਵਿਆਜ ਤੇ ਜਿਹੜੇ ਹੀ ਪ੍ਰਿੰਸੀਪਲ ਅਮਾਉਂਟ ਬਣ ਜਾਂਦੀ ਸੀਗੀ ਗਹਿਣੇ ਦੀ, ਇਹਦੇ ਵਿੱਚ ਤੇ ਜਿਹੜੀ ਜ਼ਮੀਨ ਸੀ ਮੌਰਗੇਜ ਕਰ ਦਿੱਤੀ ਜਾਂਦੀ ਸੀਗੀ। ਮੈਂਬਰਸ ਆਫ ਦਾ ਐਗਰੀਕਲਚਰ ਟ੍ਰਾਈਬਸ, ਐਗਰੀਕਲਚਰਿਸਟ ਕਿਹਾ ਜਾਂਦਾ ਸੀ ਉਹਨੂੰ। ਜਿਹੜੇ ਕੋਈ ਵਿਅਕਤੀ ਜਿਹੜੇ ਮੈਂਬਰ ਕਿਸੇ ਐਗਰੀਕਲਚਰ ਟ੍ਰਾਈਬ ਦੇ ਜਿਹੜੇ ਮੈਂਬਰ ਸੀਗੇ, ਦੈਟ ਇਜ਼ ਉਹ ਜਿਹੜੀ ਪਰਿਭਾਸ਼ਾ ਸੀਗੀ ਉਹ ਐਗਰੀਕਲਚਰਿਸਟ ਦੀ ਪਰਿਭਾਸ਼ਾ, ਮਤਲਬ ਖੇਤੀ ਕਰਨ ਵਾਲੇ ਲੋਕ ਦੀ ਪਰਿਭਾਸ਼ਾ ਚਾਹੁੰਦੇ ਸੀ। ਦੋਜ਼ ਹੂ ਆਰ ਦਾ ਮੈਂਬਰਸ ਆਫ ਦਾ ਐਗਰੀਕਲਚਰ ਟ੍ਰਾਈਬਸ, ਦੋਜ਼ ਹੂ ਆਰ ਨਾਟ ਦਾ ਮੈਂਬਰ ਆਫ ਐਗਰੀਕਲਚਰ ਟ੍ਰਾਈਬਸ, ਐਗਰੀਕਲਚਰਿਸਟ ਕੀ ਕਿਹਾ ਇਹਦੇ ਵਿੱਚ? ਮੈਂਬਰ ਆਫ ਐਗਰੀਕਲਚਰ ਟ੍ਰਾਈਬਸ ਮਤਲਬ ਕਿ ਕਹਿਣ ਦਾ ਭਾਵ ਤਾਂ ਇਹ ਸੀਗਾ ਵੀ ਜਦੋਂ ਕੋਈ ਵਿਅਕਤੀ, ਜਦੋਂ ਕੋਈ ਐਗਰੀਕਲਚਰ ਟ੍ਰਾਈਬ, ਜਿਹੜੀ ਟ੍ਰਾਈਬ ਕਿਹੜੀਆਂ ਹੁੰਦੀਆਂ ਸੀਗੀਆਂ, ਕਿਸੇ ਪਿੰਡ ਦੇ ਵਿੱਚ ਕੋਈ ਅਲੱਗ-ਅਲੱਗ ਕੌਮਾਂ ਹੁੰਦੀਆਂ ਸੀਗੀਆਂ, ਠੀਕ ਹੈ। ਉਹ ਕੌਮ ਕਿਸੇ ਹੋਰ ਪਿੰਡ ਦੇ ਵਿੱਚ ਵੀ ਹੁੰਦੀ ਸੀਗੀ। ਜੇ ਉਸ ਪਿੰਡ ਦੇ ਵਿੱਚ ਉਸ ਕੌਮ ਦਾ ਕੋਈ ਮੈਂਬਰ ਪ੍ਰੋਪਰਟੀ ਪਰਚੇਜ ਨਹੀਂ ਸੀ ਕਰ ਸਕਦਾ, ਤਾਂ ਦੂਜੇ ਪਿੰਡ ਦੇ ਵਿੱਚ ਉਸ ਟ੍ਰਾਈਬ ਦੇ ਵਿੱਚ ਵੀ ਪ੍ਰੋਪਰਟੀ ਸੇਲ ਪਰਚੇਜ ਕੀਤੀ ਜਾ ਸਕਦੀ ਸੀ। ਐਗਰੀਕਲਚਰ ਕਿਹਨੂੰ ਕਿਹਾ ਗਿਆ? ਕੋਈ ਜਿਹੜਾ ਵਿਅਕਤੀ ਖੁਦ ਖੇਤੀ ਕਰਦਾ ਉਹ ਐਗਰੀਕਲਚਰ 'ਚ ਉਹ ਓਨਰ ਹੈ, ਚਾਹੇ ਉਹ ਟੇਨੈਂਟ ਵੀ ਹੋ ਸਕਦਾ ਹੈ। then restrictions on the sale ਫਿਰ ਦੁਬਾਰਾ ਆ ਗਿਆ, the sale by the members of an agriculture tribe to any one not belonging to such a tribe। ਇੱਕ ਟ੍ਰਾਈਬ ਤੋਂ ਦੂਜੀ ਟ੍ਰਾਈਬ ਦੇ ਵਿੱਚ, ਜਦੋਂ ਇੱਕ ਟ੍ਰਾਈਬ ਦੇ ਵਿੱਚ ਹੀ ਸੇਲ ਕਰਦੇ ਸੀ ਤਾਂ ਕੀਤੀ ਜਾ ਸਕਦੀ ਸੀ, ਪਰ ਜਦੋਂ ਇੱਕ ਟ੍ਰਾਈਬ ਤੋਂ ਦੂਜੀ ਟ੍ਰਾਈਬ 'ਚ ਕਿਤੇ ਸੇਲ ਕਰਨੀ ਹੁੰਦੀ ਸੀ ਤਾਂ ਡਿਪਟੀ ਕਮਿਸ਼ਨਰ ਦੀ ਜਿਹੜੀ ਹੈਗੀ ਹੈ ਜਿਹੜੀ ਸੈਂਕਸ਼ਨ ਹੈਗੀ ਹੈ, that was required। all the agriculture tribes in each district from a single group, few exceptions ਹੈਗੀਆਂ ਨੇ single group ਦੀਆਂ। members of the agriculture tribes have therefore with these exceptions full power of selling and buying inter-se within the limits of the district। ਇੱਕ ਜ਼ਿਲ੍ਹੇ ਦੇ ਵਿੱਚ ਜੇ ਕਿਤੇ ਮੈਂਬਰ ਕੋਈ ਇੱਕ ਟ੍ਰਾਈਬ ਦਾ ਉਸੇ ਟ੍ਰਾਈਬ ਦੇ ਵਿੱਚ ਸੇਲ ਕਰਦਾ ਹੈਗਾ ਤਾਂ ਉਹਦੇ ਕੋਲ ਜਿਹੜੀਆਂ ਫੁੱਲ ਪਾਵਰ ਹੁੰਦੀਆਂ ਸੀਗੀਆਂ ਜ਼ਿਲ੍ਹੇ ਦੇ ਵਿੱਚ। ਜੇ ਜ਼ਿਲ੍ਹੇ ਤੋਂ ਬਾਹਰ ਸੀਗਾ then permission required ਹੁੰਦੀ ਸੀਗੀ। order sanctioning sale does not affect right of the reversioners। ਜੇ ਕਿਤੇ ਕੋਈ ਵਿਅਕਤੀ ਕਿਤੇ ਥਰਡ ਪਰਸਨ ਨੂੰ, ਸਟ੍ਰੇਂਜਰ ਨੂੰ ਪਰਮਿਸ਼ਨ ਲੈ ਕੇ ਆਪਣੀ ਕੋਈ ਜ਼ਮੀਨ ਸੇਲ ਕਰਦਾ ਸੀਗਾ, ਤਾਂ ਜੇ ਕੋਈ ਵਿਅਕਤੀ ਫੇਰ ਖੜਾ ਹੁੰਦਾ ਸੀਗਾ ਰਿਵਰਸ਼ਨਰ, ਕਹਿੰਦਾ ਸੀ ਮੇਰਾ ਰਾਈਟ ਪਹਿਲਾਂ ਬਣਦਾ ਹੈ, ਮੈਂ ਪ੍ਰੀਐਮਪਸ਼ਨ ਲਾਅ ਦੇ ਅਗੇਂਸਟ, ਪ੍ਰੀਐਮਪਸ਼ਨ ਲਾਅ ਦੇ, ਤੁਸੀਂ ਦੇਖਿਆ ਹੋਣਾ ਹੁਣ ਇਹ ਸਾਰੇ ਮੁਕੱਦਮੇ ਮੇਰੇ ਧਿਆਨ 'ਚ ਨਹੀਂ ਕੋਈ ਚੱਲਦਾ ਹੋਵੇ, ਪਰ ਜਦੋਂ ਜੌਬ ਦੇ ਵਿੱਚ ਆਏ ਸੀ ਉਸ ਵੇਲੇ ਜਿਹੜੇ ਹੱਕ ਸੂਬੇ ਦੇ ਮੁਕੱਦਮੇ ਬਹੁਤ ਸਾਰੇ ਕੋਰਟਾਂ ਵਿੱਚ ਲੰਬਤ ਸੀਗੇ, ਚੱਲ ਰਹੇ ਹੁੰਦੇ ਸੀਗੇ, ਠੀਕ ਹੈ। ਤੁਸੀਂ ਵੀ ਜਿਨ੍ਹਾਂ ਦੀ ਸਰਵਿਸ 30-35 ਸਾਲ ਦੀ ਹੋ ਚੁੱਕੀ ਹੈ, ਉਹਨਾਂ ਨੇ ਵੀ ਸੁਣਿਆ ਹੋਵੇਗਾ ਹੱਕ ਸੂਬੇ ਦਾ ਦਾਅਵਾ ਚੱਲਦਾ ਕੋਰਟਾਂ ਦੇ ਵਿੱਚ। ਅਕਸਰ ਦਾਅਵੇ ਚੱਲਦੇ ਸੀ ਲੋਕਾਂ ਦੇ ਕੋਰਟਾਂ ਦੇ ਵਿੱਚ, ਜ਼ਮੀਨ ਵਾਲੇ ਨੇ ਸੇਲ ਕਰ ਲਈ, ਪਰਚੇਜ ਕਰ ਲਈ, ਉਸ ਤੋਂ ਬਾਅਦ 20-30 ਸਾਲ ਜਿਹੜੇ ਦਾਅਵੇ ਚੱਲਦੇ ਰਹਿੰਦੇ ਸੀਗੇ ਹੱਕ ਸੂਬੇ ਦੇ। ਇੱਥੇ ਇਹਦੇ ਵਿੱਚ ਇਹ ਕਿਹਾ ਗਿਆ ਹੈਗਾ ਵੀ ਜੇ ਕਿਸੇ ਸਟ੍ਰੇਂਜਰ ਨੇ ਪ੍ਰੋਪਰਟੀ ਪਰਚੇਜ ਵੀ ਕਰ ਲਈ, ਫਿਰ ਵੀ ਜਿਹੜਾ ਕੋਈ ਰਿਵਰਸ਼ਨਰ ਸੀਗਾ, ਕੋਈ ਉਹਦਾ ਹੱਕੀ ਕਹਿੰਦਾ ਸੀ ਮੈਂ ਇਹਦਾ ਹੱਕੀ ਮੰਨਦਾ, ਮੇਰਾ ਰਾਈਟ ਬਣਦਾ ਹੈ, ਪ੍ਰੀਐਮਪਸ਼ਨ ਦੇ ਅਧੀਨ ਮੈਂ ਪ੍ਰੋਪਰਟੀ ਪਰਚੇਜ ਕਰੀ ਜਾਂਦਾ, ਫਿਰ ਉਹ ਕੋਰਟ ਦੇ ਵਿੱਚ ਜਾ ਕੇ ਆਪਦਾ ਜਿਹੜਾ ਰਾਈਟ ਸੀਗਾ ਕਲੇਮ ਕਰ ਸਕਦਾ ਸੀਗਾ। ਇਹ ਨਹੀਂ ਵੀ ਉਹ ਡਿਪਟੀ ਕਮਿਸ਼ਨਰ ਤੋਂ ਮਨਜ਼ੂਰੀ ਲੈ ਕੇ ਪ੍ਰੋਪਰਟੀ ਸੇਲ ਕੀਤੀ ਹੈ, ਉਹਦਾ ਰਾਈਟ ਇਹਦੇ ਨਾਲ ਖਤਮ ਨਹੀਂ ਸੀ ਹੋ ਜਾਂਦਾ। ਐਕਸਚੇਂਜ ਗਿਫਟ ਐਂਡ ਵਿਲਸ, ਰੂਲ ਆਫ ਸੇਲ ਆਲਸੋ ਅਪਲਾਈ ਟੂ ਦਾ ਐਕਸਚੇਂਜ ਗਿਫਟ ਐਂਡ ਵਿਲਸ, ਇਹ ਵੀ ਉੱਤੇ ਲਾਗੂ ਹੁੰਦਾ ਸੀਗਾ। ਪ੍ਰੀਐਮਪਸ਼ਨ ਦਾ ਜਿਹੜਾ ਲਾਅ ਸੀਗਾ ਉਹ
ਐਕਸਚੇਂਜ ਦੇ ਉੱਪਰ ਵੀ, ਗਿਫਟ ਦੇ ਉੱਪਰ ਵੀ ਤੇ ਬਿਲਸ ਦੇ ਉੱਪਰ ਵੀ ਲਾਗੂ ਹੁੰਦਾ ਸੀ। ਨਾਟ ਡੋਨਰ ਲਿਮਟਿਡ, ਡੋਨਰਸ ਹੇਅਰ ਕੈਨ ਫਾਈਲ ਸੂਟ ਔਨ ਗਿਫਟ ਆਫ ਦਾ ਲੈਂਡ। ਜਦੋਂ ਕੋਈ ਜਿਹੜਾ ਡੋਨਰ ਸੀਗਾ, ਕਿਸੇ ਵਿਅਕਤੀ ਨੂੰ ਕੋਈ ਜਿਹੜੀ ਲੈਂਡ ਸੀਗੀ ਉਹ ਲੋੜ ਤੋਂ ਵੱਧ ਗਿਫਟ ਕਰ ਦਿੰਦਾ ਸੀਗਾ, ਉਹਦੇ ਪਰਿਵਾਰ ਦੇ ਮੈਂਬਰ ਨੂੰ ਲੱਗਦਾ ਸੀ ਵੀ ਜਿਹੜੀ ਗਿਫਟ ਕੀਤੀ ਹੈ ਗਲਤ ਕੀਤੀ ਹੈ, ਇਹ ਜ਼ਿਆਦਾ ਜ਼ਮੀਨ ਦੀ ਗਿਫਟ ਕਰ ਦਿੱਤੀ ਹੈਗੀ, ਇਹਦਾ ਮਕਸਦ ਕੋਈ ਹੋਰ ਹੈਗਾ, ਅਸਲ 'ਚ ਇਹ ਸੇਲ ਹੋਈ ਹੈ। ਠੀਕ ਹੈ, ਤਾਂ ਜਿਹੜਾ ਹੈਗਾ ਸੀਗਾ ਉਸ ਫੈਮਿਲੀ ਦੇ ਜਿਹੜੇ ਮੈਂਬਰ ਸੀਗੇ ਉਹ ਦਾਅਵਾ ਕਰ ਸਕਦੇ ਸੀਗੇ ਗਿਫਟ ਨੂੰ ਦੌਰਾਨ ਦੀ ਖਾਤਰ, ਇਹ ਵੀ ਰਾਈਟ ਹੈਗਾ। 37 ਚ ਪੜ੍ਹ ਰਹੇ ਹਾਂ, ਇੰਸਟਰਕਸ਼ਨਸ ਐਜ਼ ਟੂ ਗਿਵਿੰਗ ਔਰ ਵਿਦ ਹੋਲਡਿੰਗ ਸੈਂਕਸ਼ਨ ਟੂ ਸੇਲ। ਜਦੋਂ ਸੈਂਕਸ਼ਨ ਦਿੱਤੀ ਜਾਂਦੀ ਸੀ ਕਲੈਕਟਰ ਵੱਲੋਂ ਜਾਂ ਕਮਿਸ਼ਨਰ ਵੱਲੋਂ, ਠੀਕ ਹੈ, ਉਹਦੀਆਂ ਕੁਝ ਹਦਾਇਤਾਂ ਹੁੰਦੀਆਂ ਸੀਗੀਆਂ, ਉਹ ਹਦਾਇਤਾਂ ਦੀ ਜਿਹੜੀ ਪਾਲਣਾ ਕੀਤੀ ਜਾਂਦੀ ਸੀ ਡਿਪਟੀ ਕਮਿਸ਼ਨਰ ਵੱਲੋਂ ਕਿਸੇ ਵਿਅਕਤੀ ਨੂੰ ਸੇਲ ਕਰਨ ਦੇ ਲਈ ਸੈਂਕਸ਼ਨ ਦੇਣ ਵੇਲੇ ਕੀ ਦੇਖਿਆ ਜਾਂਦਾ ਸੀ, ਸੈਂਕਸ਼ਨ ਸ਼ੁੱਡ ਨਾਟ ਬੀ ਗਿਵਨ unless the deputy commissioner is satisfied that the transfer is really advantageous to the vendor and his family। ਜਦੋਂ ਲੱਗਦਾ ਸੀਗਾ ਡਿਪਟੀ ਕਮਿਸ਼ਨਰ ਨੂੰ ਵੀ ਵਾਕਈ ਇਹਦੇ ਫਾਇਦੇ ਦੇ ਲਈ ਇਹ ਜਿਹੜੀ ਪ੍ਰਾਪਰਟੀ ਇਹਦੇ ਵੱਲੋਂ ਟ੍ਰਾਂਸਫਰ ਕੀਤੀ ਜਾ ਰਹੀ ਹੈ, ਸੇਲ ਕੀਤੀ ਜਾ ਰਹੀ ਹੈ ਫਾਰ ਦਾ ਪਰਪਸ ਆਫ ਇਨਹਾਂਸਮੈਂਟ ਆਫ ਹਿਸ ਇਨਕਮ, ਆਪਦਾ ਕੋਈ ਇਨਕਮ ਸੋਰਸ ਵਧਾਉਣ ਦੀ ਖਾਤਰ, ਕੋਈ ਨਾਲ ਲੱਗਦੀ ਕੋਈ ਫੈਕਟਰੀ ਬਣਾਉਣ ਦੀ ਖਾਤਰ, ਕੋਈ ਨਾ ਕੋਈ ਇੱਦਾਂ ਦਾ ਕੋਈ ਜਿਹੜਾ ਇਹਦੇ ਵੱਲੋਂ ਕੋਈ ਪਲੈਨਿੰਗ ਬਣਾਈ ਗਈ ਹੈਗੀ ਹੈ, ਕੋਈ ਪਾਲਿਸੀ ਤਿਆਰ ਕੀਤੀ ਗਈ ਆਪਦੇ ਪਰਿਵਾਰ ਦੇ ਮੈਂਬਰਾਂ ਦੀ ਜਿਹੜੀ ਹੈਗੀ ਇਨਕਮ ਸੋਰਸ ਵਧਾਉਣ ਦੀ ਖਾਤਰ, ਇਹ ਦੇਖਿਆ ਜਾਂਦਾ ਸੀ ਡਿਪਟੀ ਕਮਿਸ਼ਨਰ ਵੱਲੋਂ, ਤਦ ਹੀ ਜਾ ਕੇ ਸੈਂਕਸ਼ਨ ਦਿੱਤੀ ਜਾਂਦੀ ਸੀ। ਸੈਂਕਸ਼ਨ ਸ਼ੁੱਡ be given if the deputy commissioner is satisfied that there is no intention of evading the act, ਵੀ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਕੀਤੀ ਜਾ ਰਹੀ, ਜਿਹੜੀ ਹੈਗੀ ਹੈ ਜਿਹੜੀ ਸੈਂਕਸ਼ਨ ਹੈ ਇਹ ਲਈ ਜਾ ਰਹੀ ਹੈ ਕਿਸੇ ਖਾਸ ਕਾਰਨ ਕਰਕੇ ਲਈ ਜਾ ਰਹੀ ਹੈ, ਜਿਵੇਂ ਕਿ ਥੱਲੇ ਲਿਖਿਆ ਆਈਸਾਈਟ ਆਫ ਅ ਵਰਕਸ਼ਾਪ ਔਰ ਫੈਕਟਰੀ ਔਰ ਬਿਲਡਿੰਗ ਫਾਰ ਦਾ ਅਕੋਮੋਡੇਸ਼ਨ ਆਫ ਦਾ ਵੈਲਫੇਅਰ ਆਫ ਦਾ ਪਰਸਨਸ। ਕੋਈ ਫੈਕਟਰੀ ਲਗਾਉਣੀ ਹੈ ਉਹਦੇ ਲਈ ਪੈਸੇ ਦੀ ਜ਼ਰੂਰਤ ਹੈਗੀ ਹੈ, ਕੋਈ ਵਰਕਸ਼ਾਪ ਬਣਾਉਣੀ ਹੈ, ਕੋਈ ਬਿਲਡਿੰਗ ਬਣਾਉਣੀ ਹੈ, ਕੋਈ ਇਮਾਰਤ ਬਣਾਉਣੀ ਹੈ ਉਸਨੇ, ਜਾਂ ਪਰਿਵਾਰ ਦੇ ਕੋਈ ਵੈਲਫੇਅਰ ਦੇ ਲਈ ਕੋਈ ਕੰਮ ਕਰਨਾ ਹੈਗਾ, ਠੀਕ ਹੈ, ਇਹ ਸਾਰਾ ਕੁਝ ਦੇਖ ਕੇ ਹੀ ਜਿਹੜੀ ਸੈਂਕਸ਼ਨ ਦਿੱਤੀ ਜਾਂਦੀ ਸੀਗੀ। ਜਾਂ ਫਿਰ ਇਹ ਵੀ ਸੀਗਾ ਇੱਕ ਪ੍ਰੋਵੀਜ਼ੋ ਹੈਗੀ ਹੈ, ਸੈਂਕਸ਼ਨ ਮੇ ਬੀ ਗਿਵਨ ਟੂ ਦਾ ਅਲਾਈਨੇਸ਼ਨ ਆਫ ਦਾ ਲੈਂਡ, ਪ੍ਰੋਪਰਟੀ ਟ੍ਰਾਂਸਫਰ ਕਰਨ ਦੀ ਪਾਵਰ ਦਿੱਤੀ ਜਾਂਦੀ, ਸੈਂਕਸ਼ਨ ਦਿੱਤੀ ਜਾਂਦੀ ਸੀ ਕਿਹਨਾਂ ਨੂੰ, ਵੈਲਦੀ ਜ਼ਿਮੀਂਦਾਰ ਹੁੰਦੇ ਸੀ, ਜਿਹੜੇ ਅਮੀਰ ਜ਼ਿਮੀਂਦਾਰ, ਆਮ ਤੌਰ ਤੇ ਰੋਕ ਲਗਾਈ ਜਾਂਦੀ ਸੀ ਕਿ ਇਹਨਾਂ ਦੇ ਉੱਪਰ ਜਿਹੜੇ ਗਰੀਬ ਜ਼ਿਮੀਂਦਾਰ ਹੁੰਦੇ ਸੀਗੇ, ਕਿਸਾਨ ਹੁੰਦੇ ਸੀ, ਵੀ ਤਾਂ ਕਿ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਸ਼ਾਰਟ ਨਾ ਹੋ ਜਾਵੇ। ਪਰ ਜਿਹੜੇ ਵੈਲਦੀ ਜ਼ਿਮੀਂਦਾਰ ਹੁੰਦੇ ਸੀ ਉਹਨਾਂ ਨੂੰ ਇਹ ਕਮਰਸ਼ੀਅਲ ਰੀਜ਼ਨ ਦੇ ਕਾਰਨ ਕੋਈ ਉਹਨੇ ਕੋਈ ਕੰਮ ਕਰਨਾ, ਕੋਈ ਇੰਪਰੂਵਮੈਂਟ ਕਰਨੀ ਹੈ, ਠੀਕ ਹੈ, ਕੋਈ ਆਪਣੀ ਲੈਂਡ ਨੂੰ ਸੁਧਾਰਨਾ ਕਰ ਰਿਹਾ, ਕੋਈ ਕੰਸੋਲੀਡੇਟ ਕਰਨੀ ਹੈ ਦੇਅਰ ਪ੍ਰੋਪਰਟੀਜ਼, ਇਸ ਕਰਕੇ ਉਹਨਾਂ ਨੂੰ ਜਿਹੜੀ ਹੈਗੀ ਹੈ ਸੈਂਕਸ਼ਨ ਦੇ ਦਿੱਤੀ ਜਾਂਦੀ ਸੀ। ਫਿਰ ਹੈਗਾ ਬਾਈ ਦਾ ਇੰਟਰਪਟਡ ਜ਼ਿਮੀਂਦਾਰਸ ਓਇੰਗ ਮੌਰਗੇਜਡ ਲੈਂਡ। ਚ ਹੈਗਾ ਮੌਰਗੇजेस ਬਾਈ ਵੇ ਆਫ ਕੰਡੀਸ਼ਨਲ ਸੇਲ ਐਬੋਲਿਸ਼ਡ। ਪਹਿਲਾਂ ਆਪਾਂ ਪੜ੍ਹ ਕੇ ਗਏ ਹਾਂ, ਸੈਕਸ਼ਨ 10 ਚ ਪੜ੍ਹਿਆ ਸੀ, ਸ਼ਾਇਦ ਤੁਹਾਨੂੰ ਯਾਦ ਹੋਏਗਾ, ਸੈਕਸ਼ਨ 10 ਚ ਪੜ੍ਹਿਆ ਸੀ ਐਬੋਲਿਸ਼ ਕੰਡੀਸ਼ਨਲ ਸੇਲ ਆਫ ਦਾ ਮੌਰਗੇਜ। ਜਦੋਂ ਕੋਈ ਮੌਰਗੇਜ ਕੀਤੀ ਜਾਂਦੀ ਸੀਗੀ ਪ੍ਰਾਪਰਟੀ ਕਿਸੇ ਵਿਅਕਤੀ ਵੱਲੋਂ, ਕਿਸੇ ਮਾਲਕ ਵੱਲੋਂ, ਤਾਂ ਉਹ 'ਚ ਇੱਕ ਸ਼ਰਤ ਲਗਾਈ ਜਾਂਦੀ ਸੀਗੀ ਵੀ ਜੇ ਇੰਨੀ ਤਰੀਕ ਤੱਕ ਤੁਸੀਂ ਮੈਨੂੰ ਇੰਨੇ ਸਾਲਾਂ ਦੇ ਵਿੱਚ ਜੇ ਕੋਈ ਪੇਮੈਂਟ ਤੁਸੀਂ ਆਹ ਜ਼ਮੀਨ ਨਹੀਂ ਛਡਾਈ ਤਾਂ ਇਟ ਇਜ਼ ਪ੍ਰਜ਼ਿਊਮ ਟੂ ਬੀ ਸੇਲ। ਬਾਅਦ ਵਿੱਚ ਜਿਹੜਾ ਇਹ ਲਾਅ ਹੈ ਇਹ ਐਬੋਲਿਸ਼ ਹੋ ਗਿਆ। ਫਿਰ ਹੈਗਾ ਯੂਜ਼ੂਫੈਕਟਰੀ ਮੌਰਗੇਜ ਫਾਰ ਲਿਮਟਿਡ ਪੀਰੀਅਡ, ਇਹ ਵੀ ਇੱਕ ਬਣਿਆ ਯੂਜ਼ੂਫੈਕਟਰ ਐਕਸਟਿੰਗੁਇਸ਼ਿੰਗ ਪ੍ਰਿੰਸੀਪਲ ਐਂਡ ਇੰਟਰਸਟ, ਵੀ ਜੇ ਕੋਈ ਕਿਸੇ ਨੂੰ ਯੂਜ਼ੂਫੈਕਟਰੀ ਮੌਰਗੇਜ ਕਰਨੀ ਹੈਗੀ ਹੈ ਤਾਂ ਜਿਹੜਾ ਹੈਗਾ ਸੀ ਇਹਦਾ ਸਮਾਂ ਨਿਯਤ ਕੀਤਾ ਜਾਵੇ 20 ਸਾਲ ਤੋਂ ਵੱਧ ਸਮੇਂ ਦੇ ਲਈ ਇਹ ਨਹੀਂ ਕੀਤੀ ਜਾ ਸਕਦੀ, 20 ਈਅਰ ਦੀ। ਯੂਜ਼ੂਫੈਕਟਰੀ ਮੌਰਗੇਜ ਫਾਰ ਦਾ ਅਨਲਿਮਟਿਡ ਪੀਰੀਅਡ ਵਿਦ reservation right of the occupancy. In the second form of the usufructory mortgage, the term is subject to no statutory limitation, ਕਹਿੰਦੇ ਕੋਈ statutory limitation ਨਹੀਂ ਬਣਦੀ ਉਹਦੇ ਪਰ ਉਹਦੇ ਜਿਹੜਾ mortgage ਹੁੰਦਾ ਉਹਦੇ ਕੋਈ ਰਾਈਟ ਹੁੰਦੇ ਨੇ ਜਿਹੜੇ occupancy ਦੇ ਉਹ ਰਿਜ਼ਰਵ ਰਹਿੰਦੇ ਹੈਗੇ ਆ। mortgager tenant cannot alienate the right of cultivation, ਜਿਹੜਾ mortgager ਸੀਗਾ tenant ਹੁੰਦਾ ਸੀਗਾ cannot alienate his right of cultivation and he can only be ejected on some ground। ਜਦੋਂ ਕੋਈ ਏਦਾਂ ਕਿਤੇ ਟ੍ਰਾਂਸਫਰ ਕਰਦਾ ਸੀ ਤਾਂ ਉਸਨੂੰ ਜਿਹੜਾ eject ਕਰ ਦਿੱਤਾ ਜਾਂਦਾ ਸੀ ਓਨਰ ਵੱਲੋਂ। ਕੋਲੈਟਰਲ ਮੌਰਗੇਜ ਕੀ ਹੁੰਦੀ ਸੀ? ਕੋਲੈਟਰਲ ਮੌਰਗੇਜ ਹੁੰਦੀ ਹੈ ਬਿਨਾਂ ਕਬਜ਼ੇ ਤੋਂ ਕਿਸੇ ਨੂੰ ਜ਼ਮੀਨ ਗਹਿਣੇ ਕਰਦੇ ਨਹੀਂ, ਪੈਸਾ ਲੈ ਕੇ ਉਸਨੂੰ ਜ਼ਮੀਨ ਟ੍ਰਾਂਸਫਰ ਨਾ ਕਰਨੀ ਪਰ ਗਹਿਣੇ ਕਰ ਦੇਣੀ, ਉਹਦੇ ਲੀਨ ਕ੍ਰੀਏਟ ਕਰ ਦੇਣਾ ਕਿਸੇ ਵਿਅਕਤੀ ਦਾ।
The condition that if he fails to pay principal and interest in the accordance with the terms and conditions, mortgagee may apply to the deputy commissioner to put him in possession of the land. Collateral mortgage ਕੀ ਹੁੰਦਾ, ਕਬਜ਼ਾ ਨਹੀਂ ਦਿੱਤਾ ਜਾਂਦਾ ਸੀ mortgage ਨੂੰ, ਪਰ ਜੇ ਉਹ ਪ੍ਰਿੰਸੀਪਲ ਤੇ ਉਹਦਾ ਜਿਹੜਾ ਇੰਟਰਸਟ ਹੈ ਕਿਤੇ ਪੇ ਨਹੀਂ ਸੀ ਕਰਦਾ ਤਾਂ ਉਹਦੇ ਕੋਲ ਰਾਈਟ ਸੀਗਾ, mortgagee ਕੋਲੇ ਰਾਈਟ ਸੀਗਾ ਡਿਪਟੀ ਕਮਿਸ਼ਨਰ ਕੋਲੇ ਐਪਲੀਕੇਸ਼ਨ ਦੇ ਸਕਦੇ ਵੀ ਮੈਨੂੰ ਇਹਦਾ ਕਬਜ਼ਾ ਦਵਾਇਆ ਜਾਵੇ, ਨਾ ਇਹਨੇ ਮੈਨੂੰ ਪ੍ਰਿੰਸੀਪਲ ਦਿੱਤਾ ਨਾ ਹੀ ਮੈਨੂੰ ਇੰਟਰਸਟ ਦਿੱਤਾ। ਫਿਰ ਇਹ ਜਿਹੜੀ ਕੋਲੈਟਰਲ ਮੌਰਗੇਜ ਸੀਗੀ ਇਹ ਟ੍ਰਾਂਸਫਰ ਹੋ ਜਾਂਦੀ ਸੀਗੀ ਯੂਜ਼ੂਫਰੈਕਟਰੀ ਮੌਰਗੇਜ ਦੇ ਵਿੱਚ। Then 43 conditions which may be interested in statutory mortgage. Limited right mortgager and mortgagee. mortgager ਤੇ ਜਿਹੜਾ ਹੈਗਾ ਉਹਦੇ mortgagee ਦੋਨਾਂ ਦੇ limited right ਦੱਸੇ ਗਏ ਹੈ ਇਹਦੇ ਵਿੱਚ। In these statutory mortgage conditions may be insulted limited right of the mortgager and the mortgagee in possession regarding possession, cut and sell of the mortgage trees. ਦਰਖਤ ਖੜੇ ਜ਼ਮੀਨ ਦੇ ਵਿੱਚ, ਕੌਣ ਕੱਟੇਗਾ ਕੌਣ ਵੇਚੇਗਾ, do not act affecting the permanent value of the land. ਇਦਾਂ ਦਾ ਕੋਈ ਕੰਮ ਨਹੀਂ ਕਰੇਗਾ ਕੋਈ ਜਿਹਦੇ ਨਾਲ ਜਿਹੜੀ ਪ੍ਰੋਪਰਟੀ ਦੀ ਜਿਹੜੀ ਵੈਲਿਊ ਹੈਗੀ ਆ ਉਹ ਅਫੈਕਟ ਕਰਦੀ ਹੋਵੇ, ਘਟ ਜਾਂਦੀ ਹੋਵੇ, ਜਿਵੇਂ ਮਿੱਟੀ ਪਟਾ ਦੇਣੀ। ਠੀਕ ਹੈ। The time in the agriculture year at which mortgager who redeems his land may resume, ਸਮਾਂ ਨਿਸ਼ਚਿਤ ਕੀਤਾ ਜਾਂਦਾ ਸੀਗਾ ਵੀ ਕਦੋਂ ਜਿਹੜਾ ਕਿੰਨੇ ਸਮੇਂ ਦੇ ਲਈ ਇਹ ਮੌਰਗੇਜ ਕੀਤੀ ਜਾ ਰਹੀ ਹੈ, ਕਦੋਂ ਇਹ ਜਿਹੜਾ ਸਮਾਂ ਖਤਮ ਹੋਣ ਤੇ ਜਿਹੜਾ ਇਹ ਰਾਈਟ ਹੈ ਖਤਮ ਹੋ ਜਾਏਗਾ। ਵਾਪਸੀ ਦਾ ਸਮਾਂ ਵੀ ਨਿਯਤ ਕੀਤਾ ਜਾਂਦਾ ਸੀ, ਪਰ ਜਿਹੜੇ ਕੋਈ ਇਦਾਂ ਦੇ ਕੋਈ ਲੈਂਡ ਮੌਰਗੇਜਰ ਤੇ ਮੌਰਗੇਜੀ ਦੇ ਵਿਚਕਾਰ ਕੋਈ ਇਦਾਂ ਦੀਆਂ ਸ਼ਰਤਾਂ ਐਜ਼ ਪਰ ਸਟੈਚੂਰੀ ਲਾਅ ਕੀਤੇ ਜਾਂਦੇ ਸੀ, ਉਹਦੇ ਵਿੱਚ ਕੋਈ ਵੀ ਜਿਹੜੀ ਲਾਅ ਦੇ ਅਗੇਂਸਟ ਨਹੀਂ ਸੀ ਹੋ ਸਕਦੀ। ਰਿਵੀਜ਼ਨ ਆਫ ਟਰਮਸ ਅਨਆਥੋਰਾਈਜ਼ਡ ਮੌਰਗੇਜਸ। ਅਨਆਥੋਰਾਈਜ਼ਡ ਮੌਰਗੇਜ, ਜਿੱਥੇ ਕਿਤੇ ਅਨਆਥੋਰਾਈਜ਼ਡ ਮੌਰਗੇਜ ਹੁੰਦੀ ਹੈ ਉੱਥੇ ਕੀ ਹੈਗਾ ਡਿਪਟੀ ਕਮਿਸ਼ਨਰ ਕੋਲੇ ਪਾਵਰਸ ਹੈਗੀਆਂ ਸੀਗੀਆਂ। ਡੀਸੀ ਕੈਨ ਰਿਵਾਈਜ਼ ਟਰਮਸ ਆਫ ਦਾ ਮੌਰਗੇਜ। ਕਈ ਵਾਰੀ ਮਾਲਕਾਂ ਵੱਲੋਂ ਇਦਾਂ ਦੀਆਂ ਜਾਂ ਮੌਰਗੇਜੀ ਵੱਲੋਂ ਜਦੋਂ ਪੈਸਾ ਦਿੱਤਾ ਜਾਂਦਾ ਹੈ ਮੌਰਗੇਜ ਵੱਲੋਂ ਮੌਰਗੇਜਰ ਨੂੰ ਇਦਾਂ ਦੀਆਂ ਸ਼ਰਤਾਂ ਨੀਤ ਕਰ ਲਿੱਤੀਆਂ ਜਾਂਦੀਆਂ ਵਿੱਚ ਮੌਰਗੇਜ ਡੀਡ ਦੇ ਵਿੱਚ, ਜਿਹਦੇ ਨਾਲ ਜਿਹੜਾ ਮੌਰਗੇਜਰ ਦਾ ਹੈਗਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਹੈ। ਠੀਕ ਹੈ। ਉਦੋਂ ਜਦੋਂ ਪੈਸੇ ਦੀ ਜ਼ਰੂਰਤ ਹੁੰਦੀ ਹੈ ਉਦੋਂ ਬੰਦਾ ਬੋਲਦਾ ਨਹੀਂ ਹੈਗਾ, ਉਹ ਕਹਿੰਦਾ ਜੋ ਲਿਖ ਲੈ ਜਿੱਥੇ ਸਾਈਨ ਕਰਾਉਣਾ ਕਰਾਉਣਾ। ਜਿਵੇਂ ਹੁਣ ਬੈਂਕ 'ਚ ਜਾਂਦੇ ਆ ਕੋਈ ਲੋਕ, ਆਪਾਂ ਲੈਂਦੇ ਹਾਂ ਕਰਜ਼ੇ ਲੈਂਦੇ ਹਾਂ, ਉੱਥੇ 50 ਪੇਜ ਆਪਣੇ ਅੱਗੇ ਰੱਖ ਦਿੱਤੇ ਜਾਂਦੇ ਆ, ਕਰੋ ਜੀ ਸਾਈਨ। ਉੱਥੇ ਅੱਖਾਂ ਮੀਚ ਕੇ ਨਾ 50 ਪੇਜ ਪੜ੍ਹਨ ਯੋਗ ਹੁੰਦੇ ਆ ਨਾ ਪੜ੍ਹੇ ਜਾ ਸਕਦੇ ਹੁੰਦੇ ਆ, ਆਪਾਂ ਵੀ ਅੱਖਾਂ ਮੀਚ ਕੇ ਸਾਈਨ ਕਰੀ ਜਾਂਦੇ ਆ। ਇਦਾਂ ਦੇ ਕੇਸ ਵਿੱਚ ਕਿਹਾ ਹੈਗਾ ਜਿੱਥੇ ਕਿਤੇ ਕੋਈ ਇਦਾਂ ਦੀ ਕੰਡੀਸ਼ਨਸ ਕਿਸੇ ਮਾਲਕ ਨੇ ਕਿਸੇ ਮੌਰਗੇਜੀ ਨੇ ਕਿਸੇ ਮਾਲਕ ਤੋਂ ਐਗਰੀਮੈਂਟ 'ਚ ਲਿਖਵਾ ਲਈਆਂ ਹੋਣ ਔਰ ਉਹ ਜਿਹੜੀਆਂ ਕੰਟਰਾਡਿਕਟਰੀ ਟੂ ਲਾਅ ਹੋਣ ਤਾਂ ਉੱਥੇ ਡਿਪਟੀ ਕਮਿਸ਼ਨਰ ਹੈਗਾ ਉਹਨਾਂ ਟਰਮਸ ਐਂਡ ਕੰਡੀਸ਼ਨ ਨੂੰ ਚੇਂਜ ਕਰ ਸਕਦੇ ਆ, ਪਾਵਰਸ ਹੈਗੀ ਹੈ। ਪ੍ਰੋਸੀਜਰ ਇਨ ਸੂਟਸ ਟੂ ਇਨਫੋਰਸ ਅਨਆਥੋਰਾਈਜ਼ਡ ਮੌਰਗੇਜਸ। ਦੇਖੋ ਇਹ ਜਿਹੜਾ ਹੈਗਾ ਜਿਹੜਾ ਕੰਡੀਸ਼ਨਲ ਸੇਲ ਦੀ ਗੱਲ ਕੀਤੀ ਗਈ ਇਹਦੇ ਵਿੱਚ, ਕੰਡੀਸ਼ਨਲ ਸੇਲ ਜਿਹੜਾ ਹੈਗਾ ਸਿਵਲ ਕੋਰਟ ਕੋਲੇ ਕੋਈ ਮੁਕੱਦਮਾ ਚੱਲ ਜਾਂਦਾ ਸੀ, ਸਿਵਲ ਕੋਰਟ ਫਿਰ ਡੀਸੀ ਕੋਲੇ ਟ੍ਰਾਂਸਫਰ ਕਰ ਦਿੰਦੀ ਸੀਗੀ ਵੀ ਡੀਸੀ ਡਿਸਾਈਡ ਕਰੇਗਾ ਵੀ ਕੀ ਇਹ ਜਿਹੜੀ ਕੰਡੀਸ਼ਨਲ ਸੇਲ ਦੀ ਜਿਹੜੀ ਕੰਡੀਸ਼ਨ ਲਗਾਈ ਗਈ ਹੈ ਇਸ ਮੌਰਗੇਜ ਦੇ ਵਿੱਚ ਇਹ ਸਹੀ ਹੈ ਜਾਂ ਗਲਤ ਹੈਗੀ ਹੈ। ਕਿਉਂਕਿ ਇਹ ਜਿਹੜਾ ਲਾਅ ਸੀਗਾ ਇਹ ਰੈਵਨਿਊ ਲਾਅ 'ਚ ਆ ਜਾਂਦਾ ਸੀਗਾ, ਕੋਰਟਾਂ ਸਿਵਲ ਕੋਰਟਾਂ ਕੋਲ ਕੋਈ ਇੱਦਾਂ ਦਾ ਮੁਕੱਦਮਾ ਜਾਂਦਾ ਸੀਗਾ ਉਹ ਡੀਸੀ ਕੋਲੇ ਵਾਪਸ ਭੇਜ ਦਿੰਦੀ ਸੀ, ਟ੍ਰਾਂਸਫਰ ਕਰ ਦਿੰਦੀਆਂ ਸੀਗੀਆਂ। ਮੌਰਗੇਜਸ ਰਾਈਟ ਆਫ ਰਿਡੈਂਪਸ਼ਨ ਅਨਰਿਸਟ੍ਰਿਕਟਡ। ਦੇਖੋ ਮੌਰਗੇਜਸ ਰਾਈਟ, ਮੌਰਗੇਜਰ ਕੌਣ ਹੈ ਜਿਹੜਾ ਜ਼ਮੀਨ ਆਪਣੀ ਗਹਿਣੇ ਪਾ ਰਿਹਾ ਹੈ ਮੌਰਗੇਜੀ ਹੈ। ਉਹਨਾਂ ਦੇ ਜਿਹੜੇ ਰਿਡੈਂਪਸ਼ਨ ਸੀਗੇ, ਰਿਡੈਂਪਸ਼ਨ ਫੱਕ ਕਰਵਾਉਣੀ, ਮੰਨ ਲਓ ਮਾਲਕ ਕਹਿੰਦਾ ਸਾਲ ਬਾਅਦ ਆ ਲਓ ਜੀ ਪੈਸੇ ਤੇ ਮੇਰੀ ਜ਼ਮੀਨ ਖਾਲੀ ਕਰ ਦਿਓ, ਤੇ ਜਿਹੜਾ ਮੁਰਤਨ ਹੁੰਦਾ ਉਹ ਪੈਸੇ ਲੈਂਦਾ ਨਹੀਂ ਹੈਗਾ। ਠੀਕ ਹੈ। ਤੇ ਇੱਥੇ ਕਿਹਾ ਗਿਆ ਵੀ ਮੌਰਗੇਜਸ ਰਾਈਟ ਆਫ ਰਿਡੈਂਪਸ਼ਨ ਅਨਰਿਸਟ੍ਰਿਕਟਡ, ਉਹਦੇ ਉੱਪਰ ਕੋਈ ਰੋਕ ਨਹੀਂ ਲੱਗੇਗੀ। ਜਿਹੜਾ ਲਾਅ ਕਹਿੰਦਾ ਸਟੈਚੂਟਰੀ ਲਾਅ ਕੀ ਕਹਿੰਦਾ ਵੀ ਜਿਹੜਾ ਮੌਰਗੇਜ ਰਿਹਾ ਉਹ ਕਿਸੇ ਵੀ ਸਮੇਂ ਆਪਣੀ ਪੇਮੈਂਟ ਦੇ ਕੇ ਜਿਹੜਾ ਹੈਗਾ, ਜੇ ਕਿਤੇ ਕੋਈ ਸ਼ਰਤ ਲਗਾਈ ਗਈ ਹੈ ਉਹ ਗੱਲ ਵੱਖਰੀ ਹੈਗੀ ਹੈ ਵੀ ਤੁਸੀਂ ਸਾਲ ਖਾਲੀ ਨਹੀਂ ਕਰਾ ਸਕਦੇ, 2 ਸਾਲ ਖਾਲੀ ਨਹੀਂ ਕਰਾ ਸਕਦੇ, ਪਰ ਅਦਰਵਾਈਜ਼ ਜਿਹੜਾ ਮਾਲਕ ਹੈਗਾ ਉਹ ਆਪਣੀ ਜ਼ਮੀਨ ਨੂੰ ਪੇਮੈਂਟ ਅਦਾ ਕਰਕੇ ਖਾਲੀ ਕਰਵਾ ਸਕਦਾ ਹੈਗਾ। ਉਹਦੇ ਦੇ ਜਿਹੜੇ ਰਾਈਟਸ ਨੇ ਉਹਨੂੰ ਕਿਸੇ ਵੀ ਐਕਟ ਨਹੀਂ, ਕਿਸੇ ਵੀ ਉਹਦੇ ਵਿੱਚ ਜਿਹੜਾ ਹੈਗਾ ਬਾਉਂਡ ਨਹੀਂ ਕੀਤਾ ਜਾ ਸਕਦਾ ਵੀ ਤੁਸੀਂ ਇਹ ਪ੍ਰਾਪਰਟੀ ਆਪਦੀ ਖਾਲੀ ਨਹੀਂ ਕਰਵਾ ਪਾਓਗੇ, ਵਾਪਸ ਨਹੀਂ ਲੈ ਪਾਓਗੇ, ਵੀ ਪੇਮੈਂਟ ਨਹੀਂ ਅਦਾ ਕਰੋਗੇ ਮੌਰਗੇਜੀ ਨੂੰ। ਫੱਕ ਦੇ ਇੰਤਕਾਲ ਇਸੇ ਤੋਂ ਹੁੰਦਾ ਸਰ ਇਹ ਹੈ ਜੀ, ਫੱਕ ਦੇ ਇੰਤਕਾਲ ਹੁੰਦੇ ਨੇ। ਫੱਕ ਦੇ ਇੰਤਕਾਲ ਹਾਂ ਸੂਟ ਫਾਰ ਰਿਡੈਂਪਸ਼ਨ ਫਾਈਲ ਕਰਨਾ ਹੁੰਦਾ ਹੈ ਐਸਡੀਓ ਦੀ ਕੋਰਟ ਦੇ ਵਿੱਚ, ਜਦੋਂ ਕੋਈ ਮਾਲਕ ਪੈਸੇ ਨਾ ਲੈਂਦਾ ਹੋਵੇ, ਜਦੋਂ ਕੋਈ ਮੁਰਤਨ ਪੈਸੇ ਨਾ ਲੈਂਦਾ ਹੋਵੇ ਰਾਹਨ ਤੋਂ,
ਠੀਕ ਹੈ, ਤਾਂ ਉਹਦੇ ਕੋਲ ਰਾਈਟ ਹੈਗਾ ਉਹ ਐਸਡੀਐਮ ਦੀ ਕੋਰਟ ਦੇ ਵਿੱਚ ਜਾ ਕੇ ਅੰਡਰ ਦਿਸ ਲਾਅ ਸੂਟ ਫਾਰ ਰਿਡੈਂਪਸ਼ਨ ਫਾਈਲ ਕਰ ਸਕਦਾ ਹੈਗਾ, ਤੇ ਜਿਹੜੀ ਪੇਮੈਂਟ ਹੈਗੀ ਆ ਉਹ ਕੋਰਟ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ ਐਸਡੀਐਮ ਕੋਰਟ ਦੇ ਵਿੱਚ, ਤਾਂ ਉਸ ਐਸਡੀਐਮ ਵੱਲੋਂ ਆਰਡਰ ਜਾਰੀ ਕਰ ਦਿੱਤਾ ਜਾਂਦਾ ਵੀ ਉਹ ਜ਼ਮੀਨ ਨੂੰ ਫੱਕ ਕਰ ਦਿੱਤਾ ਜਾਵੇ। ਇਸੇ ਲਾਭ ਮੁਤਾਬਕ ਹੁੰਦੀ ਹੈ ਸਰ। ਜੀ ਲੀਜ਼ ਦੀ ਗੱਲ ਆ ਗਈ 48 ਦੇ ਵਿੱਚ। ਲੀਜ਼ਸ ਕੀ ਨੇ? ਟ੍ਰਾਂਸਫਰ ਲੌਂਗ ਟਰਮ, ਜਿਹੜੀ ਲੀਜ਼ ਹੁੰਦੀ ਹੈ ਆਮ ਤੌਰ ਤੇ ਲੌਂਗ ਟਰਮ ਦੇ ਲਈ ਹੁੰਦੀ ਹੈਗੀ ਹੈ, ਪਰ ਇੱਥੇ ਸ਼ਰਤ ਲਗਾਈ ਗਈ ਹੈ ਵੀ ਜਿਹੜੀ ਇਹ ਟਰਮ ਹੈਗੀ ਆ ਇਹ ਮੈਕਸਿਮਮ 20 ਈਅਰ ਤੱਕ ਹੋ ਸਕਦੀ ਹੈ, ਇਸ ਤੋਂ ਬਾਅਦ ਜਿਹੜੀ ਲੀਜ਼ ਹੈਗੀ ਹੈ ਨਹੀਂ ਦਿੱਤੀ ਜਾ ਸਕਦੀ। ਜਿਵੇਂ ਕਿ ਹੁਣ ਤੁਸੀਂ ਪੰਚਾਇਤੀ ਜ਼ਮੀਨਾਂ ਦੀ ਗੱਲ ਕਰਦੇ ਹਾਂ ਆਪਾਂ, ਜਿਹੜੀਆਂ ਗੌਰਮੈਂਟ ਪੰਚਾਇਤ ਲੈਂਡ ਹੈਗੀਆਂ ਨੇ 30 ਈਅਰ ਦਾ ਹੁੰਦਾ ਹੈਗਾ, ਉਹ 'ਚ 30 ਸਾਲ ਤੋਂ ਬਾਅਦ ਜਿਹੜੀ ਹੈਗੀ ਹੈ ਕਿਸੇ ਨੂੰ ਲੀਜ਼ ਨਹੀਂ ਕੀਤੀ ਜਾ ਸਕਦੀ। Restrictions on the extensions of the mortgage and leases, ਕੁਝ ਰਿਸਟ੍ਰਿਕਸ਼ਨਾਂ ਲਗਾਈਆਂ ਹੋਈਆਂ ਨੇ। ਜੇ ਕੋਈ ਬੰਦਾ ਮੌਰਗੇਜ ਨੂੰ ਅੱਗੇ ਐਕਸਟੈਂਡ ਕਰਨਾ ਚਾਹੁੰਦਾ ਹੈ ਜਾਂ ਲੀਜ਼ ਨੂੰ ਅੱਗੇ ਐਕਸਟੈਂਡ ਕਰਨਾ ਚਾਹੁੰਦਾ ਹੈ, ਜਿਵੇਂ ਹੁਣ ਜੇ ਕੋਈ ਲੀਜ਼ ਨੂੰ ਅੱਗੇ ਐਕਸਟੈਂਡ ਕਰਨਾ ਚਾਹੁੰਦਾ ਹੈ, 5 ਸਾਲ ਦੀ ਲੀਜ਼ ਹੈ, 7 ਸਾਲ ਦੀ ਲੀਜ਼ ਹੈ, 10 ਸਾਲ ਦੀ ਲੀਜ਼ ਹੈ, ਤਾਂ ਪਰ ਮੈਕਸਿਮਮ ਜੇ ਉਹਨੂੰ ਐਕਸਟੈਂਡ ਤਾਂ ਕਰ ਸਕਦਾ ਹੈ, ਪਰ 20 ਈਅਰ ਤੋਂ ਵੱਧ ਨਹੀਂ ਹੋ ਸਕਦੀ। ਨੈਕਸਟ ਹੈ restrictions on hypothecation of the crops, crop ਖੜੀ ਹੈ, ਫਸਲ ਖੜੀ ਹੈ, ਠੀਕ ਹੈ, ਮੈਕਸਿਮਮ ਚਾਰਜ 1 ਈਅਰ, ਉਹਦੇ ਉੱਪਰ ਜਿਹੜਾ ਕੋਈ ਚਾਰਜ ਲਗਾਇਆ ਸਕਦਾ 1 ਸਾਲ ਤੋਂ ਵੱਧ ਨਹੀਂ ਕਿਸੇ ਖੜੀ ਫਸਲ ਤੇ ਚਾਰਜ ਲਗਾਇਆ ਜਾ ਸਕਦਾ। ਮਤਲਬ ਡੀਸੀ ਸੈਂਕਸ਼ਨ ਲੈਣੀ ਪੈਂਦੀ ਹੈ, ਮਨਜ਼ੂਰੀ ਲੈਣੀ ਪੈਂਦੀ ਹੈ ਡੀਸੀ ਦੀ। ਜਦੋਂ ਕੋਈ ਸਿਵਲ ਕੋਰਟ ਕੋਈ ਆਪਣੇ ਕੋਲ ਵਾਰੰਟ ਭੇਜਦੀ ਹੈ ਕਿਸੇ ਐਗਰੀਕਲਚਰ ਪ੍ਰੋਡਿਊਸ ਨੂੰ ਸੇਲ ਕਰਨ ਦੀ ਖਾਤਰ, ਠੀਕ ਹੈ, ਆਪਾਂ ਪਹਿਲਾਂ ਪੜ੍ਹ ਕੇ ਹਟੇ ਟੈਨੈਂਸੀ ਐਕਟ ਦੇ ਵਿੱਚ ਫਸਟ ਚਾਰਜ ਆਫ ਦਾ ਔਨ ਦਾ ਪ੍ਰੋਡਿਊਸ ਇਜ਼ ਦਾ ਆਫ ਦਾ ਜਿਹੜਾ ਹੈਗਾ ਲੈਂਡ ਓਨਰ ਦਾ ਹੁੰਦਾ ਹੈ, ਮਾਲਕ ਦਾ ਹੁੰਦਾ ਫਸਟ ਚਾਰਜ ਆਫ ਪ੍ਰੋਡਿਊਸ ਦੇ ਉੱਪਰ। ਇਸ ਕਰਕੇ ਹੀ ਕਲੈਕਟਰ ਦੀ ਜਿਹੜੀ ਪਰਮਿਸ਼ਨ ਲੈਣੀ ਹੁੰਦੀ ਹੈ, ਚਾਹੇ ਸਿਵਲ ਕੋਰਟ ਵੱਲੋਂ ਵੀ ਕੋਈ ਆਰਡਰ ਆਇਆ ਸਾਡੇ ਕੋਲ ਆਇਆ ਹੋਵੇ, ਠੀਕ ਹੈ, ਡੀਸੀ ਸੈਂਕਸ਼ਨ ਰਿਕੁਆਇਰਡ ਹੁੰਦੀ ਹੈ। ਜੇ 1 ਸਾਲ ਤੋਂ ਵੱਧ ਵੀ ਕੋਈ ਚਾਰਜ ਲਗਾਉਣਾ ਹੋਵੇ ਤਾਂ ਵੀ ਡੀਸੀ ਸੈਂਕਸ਼ਨ ਦੀ ਲੋੜ ਹੁੰਦੀ ਹੈ। ਜੇਕਰ ਕੋਈ ਕਿਸੇ ਦੀ ਪ੍ਰੋਡਿਊਸ ਸੇਲ ਕਰਨੀ ਹੋਵੇ, ਖੜੀ ਫਸਲ ਕੱਟ ਕੇ ਵੇਚਣੀ ਹੋਵੇ ਕਿਸੇ ਸਿਵਲ ਕੋਰਟ ਦੇ ਆਰਡਰ ਰਾਹੀਂ, ਤਦ ਵੀ ਡੀਸੀ ਦੀ ਮਨਜ਼ੂਰੀ ਲਈ ਜਾਣੀ ਜ਼ਰੂਰੀ ਹੁੰਦੀ ਹੈ। ਸੇਲ ਇਨ ਦਾ ਐਗਜ਼ੀਕਿਊਸ਼ਨ ਆਫ ਡਿਕਰੀ, ਜਿੱਥੇ ਕਿਤੇ ਕੋਰਟ ਦੀ ਕੋਈ ਡਿਕਰੀ ਆਈ ਹੋਈ ਹੋਵੇ, ਆਪਾਂ ਗੱਲ ਕਰ ਰਹੇ ਹਾਂ ਸੈਂਕਸ਼ਨ ਆਫ ਦਾ ਕਮਿਸ਼ਨਰ, ਜੁਡੀਸ਼ੀਅਲ ਕਮਿਸ਼ਨਰ ਦੀ ਜਾਂ ਕਮਿਸ਼ਨਰ ਦੀ ਜਿਹੜੀ ਹੈਗੀ ਹੈ ਉਹ ਸੈਂਕਸ਼ਨ ਲੈਣੀ ਹੁੰਦੀ ਹੈ ਕਿਸੇ ਪ੍ਰਾਪਰਟੀ ਨੂੰ ਸੇਲ ਕਰਨ ਦੀ ਖਾਤਰ, ਐਗਰੀਕਲਚਰ ਲੈਂਡ ਨੂੰ ਸੇਲ ਕਰਨ ਦੀ ਖਾਤਰ। ਨਹੀਂ ਦਾ ਐਗਜ਼ੀਕਿਊਸ਼ਨ ਆਫ ਏ ਡਿਕਰੀ ਹੈਜ਼ ਆਲਵੇਜ਼ ਬੀਨ ਸਬਜੈਕਟ ਟੂ ਦਾ ਸਵੀਅਰ ਰਿਸਟ੍ਰਿਕਸ਼ਨ ਦਾ ਪੰਜਾਬ। ਟੈਂਪਰੇਰੀ ਰਿਲਾਈਨੇਸ਼ਨ ਇਨ ਐਗਜ਼ੀਕਿਊਸ਼ਨ ਆਫ ਅ ਡਿਕਰੀ, ਕੋਈ ਸਾਡੇ ਕੋਲੇ ਆਪਾਂ ਪਹਿਲਾਂ ਪੜ੍ਹ ਕੇ ਗਏ ਹਾਂ ਲੈਂਡ ਰੈਵਨਿਊ ਐਕਟ ਦੇ ਵਿੱਚ, ਜਦੋਂ ਸੇਲ ਵਾਸਤੇ ਕੋਈ ਸਾਡੇ ਕੋਲੇ ਕੋਈ ਲੈਂਡ ਰੈਵਨਿਊ ਦੇ ਵਿੱਚ ਵੀ ਕੋਈ ਪੇਮੈਂਟ ਅਦਾ ਨਹੀਂ ਕਰਦਾ, ਸੈਕਸ਼ਨ 16 ਵੀ ਹੈਗਾ, ਠੀਕ ਹੈ, ਤਾਂ ਉਹਦੀ ਜਿਹੜੀ ਪ੍ਰਾਪਰਟੀ ਹੈਗੀ ਆ ਉਸ ਨੂੰ ਟੈਂਪਰੇਰੀ ਤੌਰ ਤੇ ਨਾਲ ਦੇ ਕਿਸੇ ਗੁਆਂਢੀ ਨੂੰ, ਨਾਲ ਦੇ ਕਿਸੇ ਕਿਸਾਨ ਨੂੰ ਵੀ ਜਿਹੜੀ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੁੰਦੀ ਹੈ। ਅਦਰ ਐਗਜ਼ੈਂਪਸ਼ਨਸ ਇਨ ਫੇਵਰ ਆਫ ਦਾ ਐਗਰੀਕਲਚਰਿਸਟ, ਹੋਰ ਕਿਹੜੀਆਂ ਐਗਜ਼ੈਂਪਸ਼ਨਸ ਹੁੰਦੀਆਂ ਨੇ ਐਗਰੀਕਲਚਰਿਸਟ ਨੂੰ? ਤੁਸੀਂ ਸਟੈਂਡਿੰਗ ਆਰਡਰ ਪੜ੍ਹੇ ਹੈ, ਫਾਈਨੈਂਸ਼ੀਅਲ ਕਮਿਸ਼ਨਰ ਸਟੈਂਡਿੰਗ ਆਰਡਰ, ਉਸ 'ਚ ਬਹੁਤ ਸਾਰਾ ਡਿਟੇਲ ਦਿੱਤੀ ਗਈ ਹੈਗੀ ਹੈ ਕਿਹੜੀਆਂ ਪ੍ਰਾਪਰਟੀ ਜਿਹੜੀਆਂ ਕਿਸੇ, ਜਦੋਂ ਤੁਸੀਂ ਕਿਤੇ ਕੋਈ ਡਿਗਰੀ ਐਗਜ਼ੀਕਿਊਟ ਕਰਨੀ ਹੈਗੀ ਹੈ ਤਾਂ ਕਿਹੜੀਆਂ ਪ੍ਰਾਪਰਟੀਜ਼ ਜਿਹੜੀਆਂ ਲੈਂਡ ਓਨਰ ਦੀਆਂ ਹੁੰਦੀਆਂ ਉਹਨੂੰ ਤੁਸੀਂ ਜਿਹੜੀਆਂ ਸੇਲ ਨਹੀਂ ਕਰ ਸਕਦੇ, ਐਗਜ਼ੈਂਪਟ ਕੀਤਾ ਜਾਂਦੀਆਂ ਨੇ, ਅਟੈਚਮੈਂਟ ਤੋਂ ਅਟੈਚ ਵੀ ਨਹੀਂ ਕਰ ਸਕਦੇ, ਸੇਲ ਵੀ ਨਹੀਂ ਕਰ ਸਕਦੇ। ਜਿਵੇਂ ਇੰਪਲੀਮੈਂਟ ਆਫ ਦਾ ਹਸਬੈਂਡਰੀ, ਉਹਦੇ ਜਿਹੜੇ ਕਿਸਾਨ ਦੇ ਹੈਗੇ ਨੇ ਖੇਤੀਬਾੜੀ ਦੇ ਜਿਹੜੇ ਸੰਦ ਹੈਗੇ ਆ, ਟਰੈਕਟਰ ਵਗੈਰਾ ਵਗੈਰਾ, ਠੀਕ ਹੈ, ਉਹਨਾਂ ਨੂੰ ਤੁਸੀਂ ਅਟੈਚ ਨਹੀਂ ਕਰ ਸਕਦੇ, ਸੇਲ ਨਹੀਂ ਕਰ ਸਕਦੇ। ਸੱਚ ਕੈਟਲ ਐਂਡ ਸੀਡਸ ਗ੍ਰੇਨ ਐਜ਼ ਮੇ ਇਨ ਦਾ ਓਪੀਨੀਅਨ ਆਫ ਦਾ ਕੋਰਟ ਵੀ necessary to enable him to earn his livelihood, ਆਪਣੇ ਗੁਜ਼ਾਰੇ ਦੇ ਲਈ, ਡੰਗਰਾਂ ਦੇ ਗੁਜ਼ਾਰੇ ਲਈ ਚਾਰਾ, ਬੀਜ, ਅਗਲੀ ਖੇਤੀ ਕਰਨ ਦੇ ਲਈ, ਘਰ ਦੇ ਖਾਣ ਦੇ ਲਈ, ਬੱਚਿਆਂ ਦੇ ਲਈ, ਅਗਲੀ ਫਸਲ ਆਉਂਦੇ ਤੱਕ ਉਨੀ ਕਣਕ ਵਗੈਰਾ ਜੋ ਵੀ ਹੈਗਾ ਅਨਾਜ ਹੈਗਾ ਉਹਨੂੰ ਛੱਡਣਾ ਪਏਗਾ ਜੇ ਕਿਤੇ ਅਸੀਂ ਕੋਈ ਕਿਸੇ ਕੋਰਟ ਦਾ ਆਰਡਰ ਐਗਜ਼ੀਕਿਊਟ ਕਰਦੇ ਹਾਂ ਕਿਸੇ ਕਿਸਾਨ ਦੇ ਅਗੇਂਸਟ। ਦਾ ਮਟੀਰੀਅਲਸ ਆਫ ਦਾ ਹਾਊਸਸ ਐਂਡ ਅਦਰ ਬਿਲਡਿੰਗਸ, ਉਹਦੀਆਂ ਜਿਹੜੀਆਂ ਕੋਈ ਨਾਲ ਦੀਆਂ ਜਿਹੜੀਆਂ ਹਾਊਸਸ ਦੇ ਘਰ ਦੇ ਨਾਲ ਲੱਗਦੀਆਂ ਕੋਈ ਬਿਲਡਿੰਗਸ ਹੈਗੀਆਂ ਨੇ, ਠੀਕ ਹੈ, ਡੰਗਰਾਂ ਦੀ ਖਾਤਰ ਹੈਗੀ ਹੈ, ਨੌਕਰਾਂ ਦੀ ਖਾਤਰ ਹੈਗੀ ਹੈ, ਉਹਨੂੰ ਵੀ ਕੋਈ ਅਟੈਚਮੈਂਟ ਜਾਂ ਸੇਲ ਨਹੀਂ ਕੀਤੀ ਜਾ ਸਕਦੀ। ਫਿਰ ਕੀ ਆ ਗਿਆ, ਨੋ ਰੈਵਨਿਊ ਕੋਰਟ ਔਰ ਆਫੀਸਰ ਮਸਟ ਅਰੈਸਟ, ਕੋਈ ਵੀ ਜਿਹੜਾ ਆਫੀਸਰ ਹੈਗਾ ਰੈਵਨਿਊ ਦਾ ਹੈਗਾ ਆਫੀਸਰ, ਜੇ ਕੋਈ ਹੋਰ ਆਫੀਸਰ ਹੈ ਕਿਸੇ ਵੀ ਜਿਹੜਾ ਐਗਰੀਕਲਚਰਿਸਟ ਹੈ ਉਹਨੂੰ ਅਰੈਸਟ ਨਹੀਂ ਕਰ ਸਕਦਾ। ਕਦੋਂ ਨਹੀਂ ਅਰੈਸਟ ਕਰ ਸਕਦਾ? 2 ਟਾਈਮ ਜਿਹੜੇ ਹੁੰਦੇ ਨੇ, ਇੱਕ ਫਸਲ ਬੀਜਣ ਦਾ ਟਾਈਮ ਹੁੰਦਾ ਹੈ ਸਾਉਣੀ ਵੇਲੇ, ਤੇ ਹਾੜੀ ਵੇਲੇ 1/4 ਤੋਂ 31/5 ਤੱਕ, ਤੇ 15/9 ਤੋਂ 15/11 ਤੱਕ। 1/4 ਤੋਂ 31/5 ਤੱਕ ਜਿਹੜੀ ਹੁੰਦੀ ਹੈ ਫਸਲ ਕੱਟੀ ਜਾਂਦੀ ਹੈ ਹਾੜੀ ਦੀ, ਤੇ 15/9 ਤੋਂ 15/11 ਤੱਕ ਜਿਵੇਂ ਅਕਤੂਬਰ ਦਾ ਮਹੀਨੇ ਦੇ ਵਿੱਚ ਆਮ ਤੌਰ ਤੇ ਫਸਲ ਜਿਹੜੀ ਸਾਉਣੀ ਦੀ ਆ ਜਾਂਦੀ ਹੈ ਉਹ ਕੱਟੀ ਜਾਂਦੀ ਹੈ। ਇਸ ਪੀਰੀਅਡ ਦੇ ਵਿੱਚ ਕੀ ਹੈਗਾ, ਕਿਸੇ ਜਿਹੜਾ ਐਗਰੀਕਲਚਰਿਸਟ ਹੈ ਉਸਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ। ਪ੍ਰੋਵੀਜ਼ਨਸ ਆਫ ਦਾ ਟੈਨੈਂਸੀ ਐਕਟ ਰੈਗੂਲੇਟਿੰਗ ਰਿਲੇਸ਼ਨਸ ਆਫ ਦਾ ਲੈਂਡ ਓਨਰਸ ਐਂਡ, ਉਹ ਕਹਿੰਦੇ ਵੀ ਜਿਹੜੀਆਂ ਪ੍ਰੋਵੀਜ਼ਨਸ ਹੈਗੀਆਂ ਟੈਨੈਂਸੀ ਐਕਟ ਦੇ ਵਿੱਚ ਹੈਗੀਆਂ ਨੇ ਬਹੁਤ ਸਾਰੀਆਂ, ਅਸੀਂ ਪੜ੍ਹ ਕੇ ਗਏ ਪੂਰਾ ਟੈਨੈਂਸੀ ਐਕਟ ਅਸੀਂ ਪੜ੍ਹਿਆ, ਰੂਲ ਨੰਬਰ 14 ਪੜ੍ਹਿਆਗਾ ਟੈਨੈਂਸੀ ਐਕਟ ਦਾ, ਅਪਲਾਈ ਔਨ ਦਾ ਲੈਂਡ ਟੈਨੈਂਟ
ਇਹਦੇ ਜਿਹੜੇ ਲੈਂਡ ਓਨਰ ਦੇ ਤੇ ਜਿਹੜੇ ਟੇਨੈਂਟਸ ਦੇ ਹੈਗੇ ਨੇ, ਜਿਹੜੇ ਰਿਲੇਸ਼ਨਸ ਦੇ ਹੈਗੇ ਨੇ, ਤੁਸੀਂ ਪੰਜਾਬ ਟੈਨੈਂਸੀ ਐਕਟ ਨੂੰ ਵੀ ਰੈਫਰ ਕਰ ਸਕਦੇ ਹੋ। ਲੀਨ ਆਫ ਦਾ ਲੈਂਡਲॉर्ड ਔਨ ਦਾ ਪ੍ਰੋਡਿਊਸ, ਆਪਾਂ ਪਹਿਲਾਂ ਹੀ ਗੱਲ ਕਰਕੇ ਹਟਿਆ ਵੀ ਜੇ ਕਿਸੇ ਲੈਂਡਲॉर्ड ਦੀ ਜਾਂ ਟੇਨੈਂਟ ਦੀ, ਕਿਸੇ ਟੇਨੈਂਟ ਦੀ ਜਿਹੜੀ ਪ੍ਰੋਡਿਊਸ ਹੈ ਖੜੀ ਫਸਲ ਹੈ, ਉਹਨੂੰ ਵੇਚਿਆ ਜਾ ਰਿਹਾ ਹੈ ਕਿਸੇ ਕੋਰਟ ਦੇ ਆਰਡਰ ਦੇ ਰਾਹੀਂ, ਠੀਕ ਹੈ, ਤਾਂ ਸਭ ਤੋਂ ਪਹਿਲਾਂ ਜਿਹੜਾ ਰਾਈਟ ਬਣ ਜਾਂਦਾ ਲੈਂਡ ਓਨਰ ਦਾ ਬਣ ਜਾਂਦਾ ਹੈ, ਲੈਂਡਲॉर्ड ਦਾ ਬਣ ਜਾਂਦਾ ਹੈ। ਕੀ ਲੈਂਡਲॉर्ड ਦਾ ਰਾਈਟ ਬਣ ਜਾਂਦਾ ਵੀ ਉਹ ਜਿਹੜਾ ਰੈਂਟ ਹੈ ਪਹਿਲਾਂ ਰੈਂਟ ਅਦਾ ਕੀਤਾ ਜਾਵੇ ਉਸ ਪ੍ਰੋਡਿਊਸ ਦੇ ਵਿੱਚੋਂ, ਤੇ ਬਾਕੀ ਫਸਲ ਵੇਚ ਕੇ ਹੀ ਜਿਹੜੀ ਤੁਸੀਂ ਪੇਮੈਂਟ ਹੈਗੀ ਆ ਉਸ ਡਿਗਰੀ ਦੇ ਅਧੀਨ ਕੋਰਟ ਤੇ ਜਮ੍ਹਾਂ ਕਰਵਾ ਸਕਦੇ ਹੋ। Right and duties of the landlords and tenants as regards the produce. Rights and duties ਬਾਰੇ ਆਪਾਂ ਡਿਟੇਲ ਚ ਪੜ੍ਹਿਆ ਹੈਗਾ, ਟੇਨੈਂਟ ਦੀਆਂ ਤੇ ਲੈਂਡਲॉर्ड ਦੀਆਂ। ਜੇ ਕਿਤੇ ਫਸਲ ਖੜੀ ਵੀ ਆਪਾਂ ਦੇਖਿਆ ਹੈਗਾ, ਫਸਲ ਖੜੀ ਹੈ ਤਾਂ ਉਸਨੂੰ ਟੇਨੈਂਟ ਨੇ ਕਬਜ਼ਾ, ਮਾਲਕ ਨੇ ਕਬਜ਼ਾ ਲੈਣਾ ਹੈ ਤਾਂ ਫਸਲ ਪੱਕਣ ਦਾ ਸਮਾਂ ਦਿੱਤਾ ਜਾਵੇਗਾ। ਜੇ ਫਸਲ ਪੱਕਣ ਦਾ ਸਮਾਂ ਟੇਨੈਂਟ ਨਹੀਂ ਦੇਣਾ ਚਾਹੁੰਦਾ ਤਾਂ ਟੇਨੈਂਟ ਨੂੰ ਪੇਮੈਂਟ ਦੇਣੀ ਪਏਗੀ ਮਾਲਕ ਵੱਲੋਂ, ਠੀਕ ਹੈ। ਇਹ ਰਾਈਟਸ ਐਂਡ ਡਿਊਟੀਜ਼ ਹੁੰਦੀਆਂ ਨੇ। ਜਾਂ ਟੇਨੈਂਟ ਹੈਗਾ ਕੋਈ ਸਮਾਂ ਮੰਗਦਾ ਹੈਗਾ ਤਾਂ ਉਸਨੂੰ ਉਸ ਸਮੇਂ ਦਾ ਹੋਰ ਪੀਰੀਅਡ ਦਾ ਸਮਾਂ, ਉਹਨਾਂ ਕਿਰਾਇਆ ਵੱਧ ਦੇਣਾ ਪਏਗਾ ਮਾਲਕ ਨੂੰ। ਡਿਵੀਜ਼ਨ ਬਾਈ ਰੈਫਰੀ ਅਪਾਇੰਟਡ ਬਾਈ ਤਹਿਸੀਲਦਾਰ 57। ਆਪਾਂ ਟੈਨੈਂਸੀ ਐਕਟ ਦਾ ਸੈਕਸ਼ਨ 17 ਪੜ੍ਹਿਆ ਸੀ, ਤੁਹਾਨੂੰ ਸ਼ਾਇਦ ਯਾਦ ਹੋਵੇਗਾ। ਜਦੋਂ ਕਿਤੇ ਲੈਂਡਲॉर्ड ਦੇ ਵਿੱਚ ਤੇ ਟੇਨੈਂਟ ਦੇ ਵਿਚਕਾਰ ਕੋਈ ਝਗੜਾ ਪੈ ਜਾਵੇ, ਜਦੋਂ ਉਹਨਾਂ ਦਾ ਜਿਹੜਾ ਕਿਰਾਇਆ ਹੈਗਾ, ਰੈਂਟ ਹੈਗਾ, ਉਹ ਪ੍ਰੋਡਿਊਸ ਦੇ ਵਿੱਚ ਦਿੱਤਾ ਜਾਂਦਾ ਹੋਵੇ, ਜਿਹੜੀ ਫਸਲ ਬੀਜੀ ਆ ਉਹਦੇ ਵਿੱਚ ਹਿੱਸਾ ਲੈਣਾ ਹੋਵੇ ਮਾਲਕ ਨੇ ਟੇਨੈਂਟ ਤੋਂ, ਠੀਕ ਹੈ। ਉਸ ਵੇਲੇ ਕੋਈ ਡਿਸਪਿਊਟ ਪੈ ਜਾਵੇ, ਕਿਸੇ ਮਾਲਕ ਨੂੰ ਇਹ ਲੱਗੇ ਵੀ ਜਿਹੜਾ ਕਿਰਾਏਦਾਰ ਸੀਗਾ ਉਸਨੇ ਕੋਈ ਜਿਹੜੀ ਫਸਲ ਹੈਗੀ ਉਹ ਲੁਕੋ ਲਈ ਹੈਗੀ ਆ, ਜਿੰਨੀ ਫਸਲ ਹੋਣੀ ਚਾਹੀਦੀ ਸੀ ਉਹ ਜਿਹੜਾ ਢੇਰ ਹੈਗਾ ਉਹ ਤੋਂ ਨਹੀਂ ਜਾਪਦਾ ਵੀ ਇਹ ਫਸਲ ਪੂਰੀ ਹੈ, ਠੀਕ ਹੈ, ਤਾਂ ਜਿਹੜਾ ਮਾਲਕ ਸੀ ਉਹਦੇ ਕੋਲ ਰਾਈਟ ਹੁੰਦਾ ਸੀਗਾ, ਉਹ ਤਹਿਸੀਲਦਾਰ ਕੋਲ ਜਾ ਕੇ ਅਰਜ਼ੀ ਦੇ ਸਕਦਾ ਸੀ ਵੀ ਜਿਹੜੀ ਸਾਡੀ ਫਸਲ ਹੈਗੀ ਆ ਉਹਨੂੰ ਵੰਡਵਾਇਆ ਜਾਵੇ। ਤਾਂ ਤਹਿਸੀਲਦਾਰ ਕੋਲ ਪਾਵਰ ਹੁੰਦੀ ਸੀ, ਇੱਕ ਰੈਫਰੀ ਨਿਯੁਕਤ ਕਰ ਸਕਦੇ ਸੀਗੇ। ਰੈਫਰੀ ਨਿਯੁਕਤ ਕਰ ਸਕਦੇ ਸੀ, ਜਿਹੜਾ ਰੈਫਰੀ ਸੀ ਉਹ ਨੋਟਿਸ ਜਾਰੀ ਕਰਕੇ ਪਹਿਲਾਂ ਪਾਰਟੀਆਂ ਨੂੰ ਨੋਟਿਸ ਜਾਰੀ ਕਰਕੇ ਮੌਕੇ ਤੇ ਜਾਂਦਾ ਸੀਗਾ। ਮੌਕੇ ਤੇ ਜਾ ਕੇ ਜਿਹੜੀ ਪਾਰਟੀ ਉਹਨਾਂ ਨੂੰ ਹੈਗਾ ਲੋੜ ਦੇ ਮੁਤਾਬਕ ਜਿਹੜਾ ਹਰ ਪੁਆਇੰਟ ਨੂੰ ਦੇਖਦੇ ਹੋਏ ਨਾਲ ਲੱਗਦੇ ਗੁਆਂਢੀਆਂ ਦੇ ਖੇਤਾਂ 'ਚ ਕਿੰਨੀ ਪੈਦਾਵਾਰ ਹੋਈ ਹੈ, ਕਿੰਨੀ ਜ਼ਮੀਨ ਉਹਦੇ ਕੋਲੇ ਹੋਈ ਹੈ, ਕਿੱਲੇ ਚੋਂ ਪਰ ਕਿੱਲੇ ਚੋਂ ਕਿੰਨੀ ਪੈਦਾਵਾਰ ਹੋਣੀ ਚਾਹੀਦੀ ਸੀ ਤੇ ਇਹ ਕਿੰਨੀ ਦਿਖਾਈ ਜਾ ਰਹੀ ਹੈ, ਉਹਦੇ ਮੁਤਾਬਕ ਜਿਹੜਾ ਤਹਿਸੀਲਦਾਰ ਵੱਲੋਂ ਰੈਫਰੀ ਨਿਯੁਕਤ ਕੀਤਾ ਜਾਂਦਾ ਸੀਗਾ। ਉਦੋਂ ਰਿਪੋਰਟ ਬਣਾ ਕੇ ਤਹਿਸੀਲਦਾਰ ਨੂੰ ਭੇਜ ਦਿੱਤੀ ਜਾਂਦੀ ਸੀ। ਜੇਕਰ ਠੀਕ ਸੀ ਲੱਗਦਾ ਉਸਨੂੰ ਤਾਂ ਮੌਕੇ ਤੇ ਦੀ ਜਿਹੜੀ ਵੰਡ ਸੀਗੀ ਉਹ ਕਰ ਦਿੱਤੀ ਜਾਂਦੀ ਸੀ ਪ੍ਰੋਡਿਊਸ ਦੀ। ਪਰ ਜੇਕਰ ਜ਼ਰੂਰਤ ਪੈਂਦੀ ਸੀ ਤਾਂ ਫਿਰ ਕੋਈ ਅਸੈਸਰ ਵੀ ਉਹ ਨਾਲ ਲੈ ਕੇ ਜਾ ਸਕਦਾ ਸੀਗਾ, ਜਿਹੜਾ ਅਸੈਸ ਕਰ ਸਕਦਾ ਸੀ ਉਹ ਵੀ 1 ਕਿੱਲੇ ਜ਼ਮੀਨ ਦੇ ਵਿੱਚੋਂ ਕਿੰਨੀ ਫਸਲ ਜਿਹੜੀ ਹੈਗੀ ਹੈ ਉਹ ਹੋਣੀ ਚਾਹੀਦੀ ਹੈ, ਤੇ ਕਿੰਨੇ ਕਿੱਲੇ ਜ਼ਮੀਨ ਹੈ ਜਿਹਦਾ ਝਗੜਾ ਹੈਗਾ ਤਾਂ ਟੋਟਲ ਫਸਲ ਕਿੰਨੀ ਹੋਣੀ ਚਾਹੀਦੀ ਹੈ, ਜਿਹੜਾ ਇਸ ਗੱਲ ਦੀ ਅਸੈਸਮੈਂਟ ਲਗਾ ਸਕਦਾ ਸੀ। ਉਹਦੀ ਅਸੈਸਰ ਦੀ ਡਿਊਟੀ ਵੀ ਤਹਿਸੀਲਦਾਰ ਵੱਲੋਂ ਲਗਾਈ ਜਾ ਸਕਦੀ ਸੀਗੀ ਇਸ ਕੰਮ ਦੇ ਮਕਸਦ ਲਈ। ਦੈਨ 58 ਪੇਮੈਂਟ ਆਫ ਦਾ ਰੈਂਟ ਥਰੂ ਤਹਿਸੀਲ। ਜਦੋਂ ਕੋਈ ਜਿਹੜਾ ਮਾਲਕ ਸੀਗਾ ਕਿਸੇ ਵੀ ਕਾਰਨ ਟੇਨੈਂਟ ਨੂੰ, ਜਦੋਂ ਟੇਨੈਂਟ ਉਸ ਨੂੰ ਕਿਰਾਇਆ ਦਿੰਦਾ ਸੀਗਾ, ਮਾਲਕ ਕਿਰਾਇਆ ਨਹੀਂ ਸੀ ਲੈਂਦਾ ਜਾਂ ਜੇ ਲੈਂਦਾ ਸੀ ਤਾਂ ਉਹਨੂੰ ਰਸੀਦ ਦੇਣ ਤੋਂ ਇਨਕਾਰ ਕਰਦਾ ਸੀਗਾ, ਤਾਂ ਉਹਦੇ ਕੋਲੇ ਰਾਈਟ ਹੈਗਾ ਸੀ ਟੇਨੈਂਟ ਕੋਲੇ, ਉਹ ਤਹਿਸੀਲਦਾਰ ਦੇ ਕੋਲੇ ਜਾ ਕੇ ਜਿਹੜਾ ਹੈਗਾ ਸੀ ਮਾਮਲਾ ਰੈਂਟ ਜਮ੍ਹਾਂ ਕਰਾ ਸਕਦਾ ਸੀਗਾ। ਤੇ ਤਹਿਸੀਲਦਾਰ ਵੱਲੋਂ ਫਿਰ ਨੋਟਿਸ ਜਾਰੀ ਕਰਕੇ ਲੈਂਡਲॉर्ड ਨੂੰ ਉਹਨੂੰ ਉਹਦੀ ਪੇਮੈਂਟ ਕਰ ਦਿੱਤੀ ਜਾਂਦੀ ਸੀ। ਇਹਦੇ ਵਿੱਚ ਕਿਹੜੇ ਕਾਰਨ ਸੀਗੇ, ਕਿਉਂ ਲੋੜ ਪੈਂਦੀ ਸੀ ਰੈਂਟ ਜਮ੍ਹਾਂ ਕਰਾਉਣ ਦੀ ਤਹਿਸੀਲ ਦੇ ਵਿੱਚ? ਜਾਂ ਤਾਂ ਮਾਮਲਾ ਜਾਂ ਤਾਂ ਲੈਂਡਲॉर्ड ਉਸ ਤੋਂ ਰਸੀਦ ਨਾ ਦੇਵੇ, ਉਸਨੂੰ ਰਿਫਿਊਜ਼ ਕਰ ਦੇਵੇ ਰਸੀਦ ਦੇਣ ਤੋਂ, ਜਾਂ ਲੈਂਡ ਓਨਰ ਕਿਰਾਇਆ ਲੈਣ ਤੋਂ ਇਨਕਾਰ ਕਰ ਦੇਵੇ, ਵੱਧ ਕਿਰਾਇਆ ਮੰਗਦਾ ਹੋਵੇ, ਜਾਂ ਫਿਰ ਟੇਨੈਂਟ ਨੂੰ ਕੋਈ ਏਦਾਂ ਦਾ ਡਾਊਟ ਹੋਵੇ ਵੀ ਜਿਹੜੇ ਲੈਂਡ ਓਨਰ 4-5-6 ਖੜੇ ਹੋ ਗਿਆ ਸਰ, ਜਿਹੜਾ ਟੇਨੈਂਟ ਸੀ ਅਸਲ ਲੈਂਡ ਓਨਰ ਦੀ ਡੈਥ ਹੋ ਗਈ, ਹੁਣ ਬਾਰਸਾਂ 'ਚ ਆਪਸੀ ਡਿਸਪਿਊਟ ਪੈ ਗਿਆ, ਮੈਂ ਰੈਂਟ ਦੇਵਾਂ ਕਿਹਨੂੰ ਤਾਂ ਕਿਹਨੂੰ ਦੇਵਾਂ। ਏਦਾਂ ਦੇ ਕਾਰਨਾਂ ਦੇ ਵਿੱਚ ਕੇਸਾਂ ਦੇ ਵਿੱਚ ਜਿਹੜਾ ਟੇਨੈਂਟ ਸੀਗਾ ਉਹ ਤਹਿਸੀਲਦਾਰ ਦੀ ਕੋਰਟ ਜਾ ਕੇ ਜਿਹੜਾ ਕਿਰਾਇਆ ਸੀ ਜਮ੍ਹਾਂ ਕਰਾ ਸਕਦਾ ਸੀਗਾ। ਦੈਨ 59 'ਚ ਕੀ ਹੈ, ਨੋਟਿਸ ਆਫ ਦਾ ਰਿਲਿੰਕੁਇਸ਼ਮੈਂਟ ਟੇਨੈਂਟ ਐਟ ਵਿਲ। ਆਪਾਂ ਇਹ ਵੀ ਪੜ੍ਹਿਆ ਸੀ, ਸੈਕਸ਼ਨ 41 'ਚ ਪੜ੍ਹਿਆ ਸੀਗਾ, ਸ਼ਾਇਦ ਤੁਹਾਨੂੰ ਯਾਦ ਹੋਏਗਾ। 41, 45 ਜਦੋਂ ਟੇਨੈਂਟ ਐਟ ਵਿਲ ਸੀਗੇ। ਟੇਨੈਂਟ ਐਟ ਵਿਲ ਕੌਣ ਹੁੰਦੇ ਸੀਗੇ? ਜਦੋਂ ਮਰਜ਼ੀ ਜਦੋਂ ਚਾਹਣ, ਠੀਕ ਹੈ, ਆਓ ਜ਼ਮੀਨ ਖਾਲੀ ਕਰ ਸਕਦੇ ਸੀਗੇ। ਯੂਜ਼ਲੀ ਹੋਲਡ ਬਾਈ ਦਾ ਈਅਰ ਓਨਲੀ, ਈਅਰ ਟੂ ਈਅਰ, ਜਿਵੇਂ ਹੁਣ ਜਮਾ ਚੱਲਦਾ ਹੈ, ਜਿਵੇਂ ਹੁਣ ਚੱਲਦਾ ਹੈ। ਅਕਸਰ ਆਪਾਂ ਲੋਕ ਆਪਣੀ ਜ਼ਮੀਨ ਬਟਾਈ ਤੇ ਦਿੰਦੇ ਆ, ਠੀਕ ਹੈ, ਬਟਾਈ ਤੇ ਦਿੰਦੇ ਆ, ਚਾਹੇ ਠੇਕੇ ਤੇ ਦਿੰਦੇ ਆ, ਇਹ ਕਹਿ ਲਓ, ਤਾਂ ਜਿੰਨੀ ਦੇਰ ਤੱਕ ਸਾਡੀ ਬਣਦੀ ਇੱਕ ਦੂਜੇ ਦੇ ਨਾਲ ਤਾਂ ਠੀਕ ਹੈ, ਬੰਦਾ ਸਾਲ ਦਰ ਸਾਲ ਅੱਗੇ ਦੇ ਅੱਗੇ ਵੱਧਦੀ ਰਹਿੰਦੀ ਹੈ। ਪਰ ਜਦੋਂ ਕਿਤੇ ਜ਼ਰੂਰਤ ਪੈਂਦੀ ਹੈ ਵੀ ਨਹੀਂ ਮੈਂ ਹੁਣ ਤੈਨੂੰ ਅਗਲੇ ਸਾਲ ਨਹੀਂ ਦੇਣੀ, ਤਾਂ ਉਹ ਐਗਰੀਕਲਚਰ ਈਅਰ ਖਤਮ ਹੋਣ ਤੋਂ ਪਹਿਲਾਂ ਜਿਹੜਾ ਹੈਗਾ ਉਸਨੂੰ ਦੱਸ ਦਿੱਤਾ ਜਾਂਦਾ ਹੈ ਟੇਨੈਂਟ ਨੂੰ, ਮਾਲਕ ਵੱਲੋਂ, ਵੀ ਮੈਂ ਜਿਹੜੀ ਜ਼ਮੀਨ ਹੈ ਛਡਵਾਉਣੀ ਹੈ, ਅੱਗੇ ਨੂੰ ਤੂੰ ਕਿਤੇ ਹੋਰ ਦੇਖ ਆਪਣਾ ਇੰਤਜ਼ਾਮ ਕਰ। ਜੇ ਟੇਨੈਂਟ ਛੱਡਣਾ ਚਾਹੁੰਦਾ ਹੈ ਤਾਂ ਉਹ ਵੀ ਮਾਲਕ ਨੂੰ ਕਹਿ ਦਿੰਦਾ ਹੈਗਾ ਵੀ ਮੈਂ ਜ਼ਮੀਨ ਜਿਹੜੀ ਛੱਡਣੀ ਹੈਗੀ ਹੈ। ਇਹ ਨੋਟਿਸ ਦੀ ਗੱਲ ਕੀਤੀ ਗਈ ਹੈ ਰਿਲਿੰਕੁਇਸ਼ਮੈਂਟ ਦੀ।
ਨੋਟਿਸ ਦੇਣਾ ਪੈਂਦਾ ਦੋਵੇਂ ਪਾਰਟੀਆਂ ਵੱਲੋਂ ਬਿਫੋਰ ਜਨਵਰੀ 15 ਜਨਵਰੀ ਤੋਂ ਪਹਿਲਾਂ ਟੈਨੈਂਟ ਹੂ ਪ੍ਰਪੋਜ਼ਸ ਟੂ ਕੁਇਟ, ਜੇ ਕੋਈ ਜਿਹੜਾ ਟੈਨੈਂਟ ਹੈਗਾ ਉਹ ਛੱਡਣੀ ਚਾਹੁੰਦਾ ਹੋਵੇ ਤਾਂ 15 ਜਨਵਰੀ ਤੋਂ ਪਹਿਲਾਂ ਨੋਟਿਸ ਦੇਵੇਗਾ। ਪਰ ਇਹ ਨਾਲ ਇਹ ਵੀ ਹੈਗੀ ਹੈ ਵੀ ਜਦੋਂ ਕੋਈ ਜ਼ਮੀਨ ਛੱਡਣੀ ਹੈ ਉਹ ਐਗਰੀਕਲਚਰ ਈਅਰ ਦੀ ਛੱਡਣੀ ਜਾਂਦੀ ਹੈ। ਐਗਰੀਕਲਚਰ ਈਅਰ ਕਦੋਂ ਸਟਾਰਟ ਹੁੰਦਾ ਹੈ? 16 ਜੂਨ ਤੋਂ ਸਟਾਰਟ ਹੁੰਦਾ ਹੈ। Then as section 60 notice of ejectment of yearly tenant, ਜਿਹੜੇ tenant yearly ਕਾਸ਼ਤ ਕਰਦੇ ਹੈਗੇ ਆ ਉਹਨਾਂ ਨੂੰ ਵੀ ਮਤਲਬ ਕਿ ਲੈਂਡਲॉर्ड ਵੱਲੋਂ ਜੇ ਕਿ ਜ਼ਮੀਨ ਛਡਾਣੀ ਹੋਵੇ ਤਾਂ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਕੋਰਟ ਦੇ ਵਿੱਚ, ਰੈਵਨਿਊ ਕੋਰਟ ਦੇ ਵਿੱਚ 15 ਨਵੰਬਰ ਤੋਂ ਪਹਿਲਾਂ ਠੀਕ ਹੈ। ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਦੀ ਕੋਰਟ 'ਤੇ ਐਪਲੀਕੇਸ਼ਨ ਦਿੱਤੀ ਜਾਂਦੀ ਹੈ। ਨੋਟਿਸ ਭੇਜਿਆ ਜਾਂਦਾ ਨਾਇਬ ਤਹਿਸੀਲਦਾਰ ਕੋਲ, ਜਦੋਂ ਤਹਿਸੀਲਦਾਰ ਕੋਲ ਜਾਂ ਨਾਇਬ ਤਹਿਸੀਲਦਾਰ ਕੋਲ ਨੋਟਿਸ ਆ ਜਾਂਦਾ ਤਾਂ ਉਹਨਾਂ ਵੱਲੋਂ ਜਿਹੜਾ ਨੋਟਿਸ ਹੈ ਉਸ ਟੈਨੈਂਟ ਨੂੰ ਭੇਜਿਆ ਜਾਂਦਾ ਹੈ ਵੀ ਜਿਹੜੀ ਇਹ ਲੈਂਡ ਹੈਗੀ ਹੈ ਨੈਕਸਟ ਐਗਰੀਕਲਚਰ ਈਅਰ ਤੋਂ ਪਹਿਲਾਂ ਜਿਹੜੇ ਤੁਸੀਂ ਇਹ ਖਾਲੀ ਕਰਨੀ ਹੈਗੀ ਹੈ। ਸੈਕਸ਼ਨ 45 'ਚ ਵੀ ਹੈਗਾ ਇਹ ਟੈਨੈਂਸੀ ਐਕਟ ਦੇ ਵਿੱਚ। ਕੰਟੈਂਟਸ ਆਫ ਦਾ ਨੋਟਿਸ ਦੇ ਕੰਟੈਂਟਸ ਕੀ ਹੋਣੇ ਚਾਹੀਦੇ ਨੇ, ਸਾਰਾ ਕੁਝ ਹੋਏਗਾ ਉਹਦੇ ਵਿੱਚ। ਮਾਲਕ ਕੌਣ ਹੈ, ਕਿਰਾਏਦਾਰ ਕੌਣ ਹੈ, ਠੀਕ ਹੈ। The notice requires the tenant to give up the land before 1 ਮਈ ਤੋਂ ਪਹਿਲਾਂ ਜਿਹੜੀ ਜ਼ਮੀਨ ਹੈਗੀ ਹੈ ਖਾਲੀ ਕਰਨ ਲਈ ਨੋਟਿਸ ਦਿੱਤਾ ਜਾਂਦਾ ਹੈ। ਸੈਕਸ਼ਨ 45 ਦੀ 3 ਦੇ ਸਬ ਸੈਕਸ਼ਨ 3 ਦੇ ਵਿੱਚ ਅਸੀਂ ਪੜ੍ਹਿਆ ਸੀਗਾ within 2 months। 1 ਮਈ ਤੋਂ ਪਹਿਲਾਂ ਖਾਲੀ ਕਰੇਗਾ ਜ਼ਮੀਨ ਨੂੰ, ਇਹ ਨੋਟਿਸ ਮਾਲਕ ਵੱਲੋਂ ਭੇਜਿਆ ਜਾਏਗਾ। He must within 2 months present an application, ਜਿਹੜੀ ਅਰਜ਼ੀ ਪਹਿਲਾਂ ਦਿੱਤੀ ਜਾਏਗੀ ਮਾਲਕ ਵੱਲੋਂ AC ਫਸਟ ਪੀਰੀਅਡ ਨੂੰ। ejectment order paragraph 62 ejectment order, ਜਦੋਂ ਕਿਸੇ the tenant may obey the notice and relinquish the land before 1 ਮਈ, ਜਦੋਂ ਉਹਨੂੰ ਕਿਹਾ ਗਿਆ ਨੋਟਿਸ ਦੇ ਰਾਹੀਂ ਵੀ ਤੈਨੇ 1 ਮਈ ਤੋਂ ਪਹਿਲਾਂ ਜਿਹੜੀ ਜ਼ਮੀਨ ਹੈ ਖਾਲੀ ਕਰਨੀ ਹੈ, ਛੱਡਣੀ ਹੈ, ਉਹ ਵੀ ਕਰਦਾ ਹੈ ਨੋਟਿਸ ਦਾ। ਇਹ ਅਸੀਂ ਪੜ੍ਹਿਆ ਸੀਗਾ, ਸ਼ਾਇਦ ਤੁਹਾਨੂੰ ਯਾਦ ਹੋਏ ਟੈਨੈਂਸੀ ਐਕਟ ਦੀ ਸੈਕਸ਼ਨ 45 ਆਉਂਦੀ ਸੀਗੀ, ਉਹਦੇ ਵਿੱਚ 45 46 ਹੈਗੀਆਂ ਨੇ। 1 ਮਈ ਤੋਂ 15 ਜੂਨ ਦੇ ਵਿੱਚ ਉਹਦੀ ਐਜੈਕਟਮੈਂਟ ਕੀਤੀ ਜਾ ਸਕਦੀ ਹੈ। ਜੋ ਨਹੀਂ ਮੰਨਦਾ, ਨਹੀਂ ਛੱਡਦਾ ਹੈਗਾ ਜ਼ਮੀਨ ਨੂੰ, ਤਾਂ ਜਿਹੜਾ ਐਜੈਕਟਮੈਂਟ ਦਾ ਜਿਹੜਾ ਆਰਡਰ ਹੈ ਤਹਿਸੀਲਦਾਰ ਵੱਲੋਂ ਜਾਰੀ ਕੀਤਾ ਜਾਂਦਾ ਹੈ ਅੰਡਰ ਸੈਕਸ਼ਨ 46 ਟੈਨੈਂਸੀ ਐਕਟ ਦੇ ਵਿੱਚ। 1 ਮਈ ਤੋਂ 15 ਜੂਨ ਦੇ ਵਿਚਕਾਰ ਉਦੋਂ ਕਬਜ਼ਾ ਜਿਹੜਾ ਲਿਆ ਜਾਂਦਾ ਹੈਗਾ। ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਸਮਾਂ ਹੈਗਾ ਐਗਰੀਕਲਚਰ ਲੈਂਡ ਦੇ ਵਿੱਚ, ਜੇ ਤੁਸੀਂ ਆਰਡਰ ਨੇ ਫਰੰਟ ਕਬਜ਼ਾ ਸੀ, ਤੁਸੀਂ ਫਰੰਟ ਕਬਜ਼ਾ ਦੀ ਤੁਸੀਂ ਇੰਪਲੀਮੈਂਟੇਸ਼ਨ ਕਰਨੀ ਹੈ, ਐਗਜ਼ੀਕਿਊਸ਼ਨ ਕਰਨੀ ਹੈ, ਫਰੰਟ ਕਬਜ਼ਾ ਦੀ ਕਾਰਵਾਈ ਕਰਨੀ ਹੈ, ਤਾਂ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਇਸ ਸਮੇਂ ਦੇ ਵਿੱਚ ਵੀ 1 ਮਈ ਤੋਂ 15 ਜੂਨ ਦੇ ਵਿਚਕਾਰ ਜਿਹੜੇ ਫਰੰਟ ਕਬਜ਼ੇ ਨੇ ਉਹ ਲਾਗੂ ਕੀਤੇ ਜਾਣੇ ਚਾਹੀਦੇ ਹੈ। ਪਰ ਬੇਸ਼ੱਕ ਜੇ ਕਿਸੇ ਸਿਵਲ ਕੋਰਟ ਵੱਲੋਂ ਕੋਈ ਆਰਡਰ ਹੋਵੇ, ਆਰਡਰ ਵਿੱਚ ਸਪੈਸੀਫਾਈ ਕੀਤਾ ਗਿਆ ਹੋਵੇ, ਠੀਕ ਹੈ, ਤਾਂ ਗੱਲ ਵੱਖਰੀ ਹੈਗੀ ਆ। ਨਹੀਂ ਤਾਂ ਅਦਰਵਾਈਜ਼ ਜੇ ਤੁਸੀਂ ਮੌਕੇ ਤੇ ਜਾਂਦੇ ਕੋਈ ਫਸਲ ਖੜੀ ਹੈਗੀ ਹੈ ਤਾਂ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਉੱਥੇ ਤੁਸੀਂ ਆਪਣੀ ਰਿਪੋਰਟ ਕਰੋਗੇ, ਪਹਿਲਾਂ ਰਿਪੋਰਟ ਕਰਕੇ ਲਿਖੋਗੇ ਵੀ ਇੱਥੇ ਆਹ ਫਸਲ ਖੜੀ ਹੈਗੀ ਹੈ, ਕਿ ਫਿਰ ਵੀ ਇਹ ਜਿਹੜਾ ਕਬਜ਼ਾ ਕਾਰਵਾਈ ਹੈ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ। ਪਰ ਲਾਅ ਦੇ ਵਿੱਚ ਇਹ ਪ੍ਰੋਵੀਜ਼ਨ ਹੈਗੀ ਹੈ ਵੀ ਜਿਹੜੀ ਕਬਜ਼ਾ ਕਾਰਵਾਈ ਹੈਗੀ ਹੈ ਉਹ 1 ਮਈ ਤੋਂ ਲੈ ਕੇ 15 ਜੂਨ ਦੇ ਵਿਚਕਾਰ ਹੀ ਕੀਤੀ ਜਾਣੀ ਵਾਜਬ ਹੁੰਦੀ ਹੈ। ਪ੍ਰੋਟੈਕਸ਼ਨ ਆਫ ਸਟੈਂਡਿੰਗ ਕ੍ਰੌਪਸ, ਦੇਖੋ ਪ੍ਰੋਟੈਕਸ਼ਨ ਆਫ ਸਟੈਂਡਿੰਗ ਕ੍ਰੌਪਸ, ਜਿਹੜੀ ਪ੍ਰੋਟੈਕਸ਼ਨ ਹੈ, ਕੋਈ ਫਸਲ ਖੜੀ ਹੈ ਤੁਸੀਂ ਕਬਜ਼ਾ ਕਾਰਵਾਈ ਕਰਨੀ ਹੈ, ਠੀਕ ਹੈ, ਤਾਂ ਉਹਨੂੰ ਪ੍ਰੋਟੈਕਟ ਵੀ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ। ਉਹਨੂੰ ਪੱਕਣ ਦਾ ਜਿਹੜਾ ਸਮਾਂ ਉਹ ਦਿੱਤਾ ਜਾਂਦਾ ਹੈ, ਠੀਕ ਹੈ, ਪਰ ਉਸ ਸਮੇਂ ਦੇ ਲਈ ਜਿਹੜਾ ਟੈਨੈਂਟ ਹੈਗਾ ਉਹ ਤੋਂ ਵੱਧ ਕਿਰਾਇਆ ਲਿਆ ਜਾਂਦਾ ਮਾਲਕ ਵੱਲੋਂ। ਪਰ ਜੇਕਰ ਮਾਲਕ ਹੈਗਾ ਐਟ ਏ ਟਾਈਮ ਕੋਈ ਪੇਮੈਂਟ ਅਦਾ ਕਰ ਦਿੰਦਾ, ਉਸ ਨੂੰ ਫਸਲ ਦੀ ਪੇਮੈਂਟ ਅਦਾ ਕਰਦਾ ਵੀ ਸਾਰੀ ਫਸਲ ਦੀ ਪੇਮੈਂਟ ਮੈਂ ਦਿੰਦਾ, ਠੀਕ ਹੈ, ਤਾਂ ਉਸ ਨੂੰ ਜਿਹੜੀ ਕਬਜ਼ਾ ਕਾਰਵਾਈ ਕਰ ਦਿੱਤੀ ਜਾਂਦੀ ਹੈ। ਤਾਂ ਉਹਦਾ ਜਿਹੜਾ ਮਾਲਕ ਹੋਏਗਾ ਫਿਰ ਉਹ ਉਹਦਾ ਜਿਹੜਾ ਖੜੀ ਫਸਲ ਦਾ ਜਿਹੜਾ ਮਾਲਕ ਹੈ, ਉਹ ਜਿਹਨੂੰ ਕਬਜ਼ਾ ਦਿੱਤਾ ਜਾਂਦਾ ਉਹ ਬਣ ਜਾਂਦਾ ਹੈ। Ejectment of the tenant 64 ejectment of the tenant for a fixed term and occupancy tenants, ਜੇ ਕਿਸੇ ਵਿਅਕਤੀ ਨੂੰ ਫਿਕਸ ਟਰਮ ਦੇ ਲਈ ਕੋਈ ਪੇਮੈਂਟ ਕੋਈ ਲੈਂਡ ਦਿੱਤੀ ਗਈ ਹੋਵੇ, ejectment of tenant for a fixed term and occupancy tenant, ਦੋ ਵੱਖਰੇ ਪੁਆਇੰਟ ਨੇ ਇਹਦੇ ਵਿੱਚ। ਇੱਕ ਤਾਂ ਕਿਸੇ ਟੈਨੈਂਟ ਨੂੰ ਕਿਸੇ ਮਾਲਕ ਵੱਲੋਂ ਕਿਸੇ ਫਿਕਸ ਟਰਮ ਲਈ 2 ਸਾਲ ਲਈ, 3 ਸਾਲ ਲਈ, 4 ਸਾਲ ਲਈ ਕੋਈ ਜ਼ਮੀਨ ਦਿੱਤੀ ਗਈ ਹੋਵੇ, ਜਾਂ ਫਿਰ ਟੈਨੈਂਟ ਜਿਹੜਾ ਹੋਵੇ ਐਕੂਪੈਂਸੀ ਟੈਨੈਂਟ ਹੋਵੇ, ਜਿਹਦੇ ਕੋਲੇ ਰਾਈਟਸ ਹੁੰਦੇ ਨੇ, ਓਨਰਸ਼ਿਪ ਜੈਸੇ ਰਾਈਟਸ ਹੁੰਦੇ ਨੇ ਆਕੂਪੈਂਸੀ ਟੈਨੈਂਟ ਕੋਲੇ। ਅਜਿਹੇ ਕਿਸਾਂ 'ਚ ਕੀ ਕਿਹਾ ਗਿਆ ਹੈਗਾ, ਜਿਵੇਂ ਹੁਣ ਆਪਾਂ ਕਹਾਂਗੇ ਤੈਨੂੰ ਦਿੱਤਾ ਫਿਕਸ ਟਰਮ ਲਈ 3 ਸਾਲ ਤਾਂ ਪੂਰੇ ਵਜੇ ਹੋਏ ਨਹੀਂ, ਮੈਂ ਖਾਲੀ ਮੇਰੀ ਐਕਟਮੈਂਟ ਕਿਉਂ ਹੋਣੀ ਚਾਹੀਦੀ ਹੈ,
ਪਰ ਜਿੱਥੇ ਕਿਤੇ ਕੋਈ ਟਰਮਸ ਐਂਡ ਕੰਡੀਸ਼ਨ ਨੂੰ ਕੋਈ ਬੰਦਾ ਫੋਲੋ ਨਹੀਂ ਕਰਦਾ ਹੈਗਾ, ਠੀਕ ਹੈ, ਉਹਦੇ ਅਗੇਂਸਟ ਚੱਲਦਾ ਹੈ, ਕੋਈ ਆਪਦੀਆਂ ਜਿਹੜੀਆਂ ਸ਼ਰਤਾਂ ਤੋੜਦਾ ਹੈਗਾ, ਤਾਂ ਉਹਦੀ ਜਿਹੜੀ ਹੈਗੀ ਆ ਮਾਲਕ ਵੱਲੋਂ ਐਡਜਸਟਮੈਂਟ ਕਰਾਈ ਜਾ ਸਕਦੀ ਹੈਗੀ ਹੈ। ਇਸੇ ਤਰੀਕੇ ਜਦੋਂ ਆਕੂਪੈਂਸੀ ਟੈਨੈਂਟਸ ਕੋਲ ਵੀ ਕੁਝ ਉਹਦੇ ਵੀ ਕੁਝ ਬੰਦਿਸ਼ਾਂ ਹੁੰਦੀਆਂ ਨੇ, ਕੋਈ ਜ਼ਮੀਨ ਦੀ ਇੰਪਰੂਵਮੈਂਟ ਕਰਵਾਉਣੀ, ਜ਼ਮੀਨ ਨੂੰ ਟ੍ਰਾਂਸਫਰ ਕਰਨਾ, ਇੱਦਾਂ ਦੀਆਂ ਜੇ ਕੋਈ ਜਿਹੜੀ ਹੈਗੀ ਕੋਈ ਗਲਤ ਕਾਰਵਾਈ ਕਿਸੇ ਫਿਕਸ ਟਰਮ ਟੈਨੈਂਟ ਵੱਲੋਂ ਕੀਤੀ ਜਾਂਦੀ ਹੈ ਜਾਂ ਕਿਸੇ ਆਕੂਪੈਂਸੀ ਟੈਨੈਂਟ ਵੱਲੋਂ ਕੀਤੀ ਜਾਂਦੀ ਹੈ, ਤਾਂ ਉਹਨੂੰ ਵੀ ਜਿਹੜੀ ਹੈਗੀ ਆ ਐਡਜਸਟਮੈਂਟ ਕੀਤੀ ਜਾ ਸਕਦੀ ਹੈ। ਆਪਾਂ ਡਿਟੇਲ 'ਚ ਪੜ੍ਹਿਆ ਸੀਗਾ ਸੈਕਸ਼ਨ 40 ਦੇ ਵਿੱਚ, ਟੈਨੈਂਸੀ ਐਕਟ ਦੇ ਵਿੱਚ ਪੜ੍ਹਿਆ ਸੀਗਾ, ਆਰਡਰ ਫॉर द ਐਡਜਸਟਮੈਂਟ ਆਫ, ਇਹ ਤਾਂ ਸਾਰੇ ਟੈਨੈਂਸੀ ਐਕਟ ਇਹਦੇ ਵਿੱਚ ਜਿਹੜਾ ਆਪਾਂ ਪੜ੍ਹ ਰਹੇ ਹੈਗੇ ਆ। ਆਰਡਰ ਫॉर द ਐਡਜਸਟਮੈਂਟ ਆਫ द ਆਕੂਪੈਂਸੀ ਟੈਨੈਂਟ ਫੇਲਿੰਗ ਟੂ ਸੈਟੀਸਫਾਈ ਦ ਡਿਗਰੀ ਫॉर ਰੈਂਟ, ਕਿਸੇ ਮਾਲਕ ਦੇ ਹੱਕ ਦੇ ਵਿੱਚ ਕੋਈ ਡਿਗਰੀ ਪਾਸ ਹੋ ਗਈ, ਕਿਸੇ ਆਕੂਪੈਂਸੀ ਟੈਨੈਂਟ ਨੇ ਕਿਰਾਇਆ ਨਹੀਂ ਦਿੱਤਾ, ਕਿਰਾਏ ਦਾ ਸ਼ਿਪ ਉਹ ਜਿਹੜਾ ਰੈਂਟ ਵਗੈਰਾ ਜਮ੍ਹਾਂ ਕੀਤਾ ਜਾਂਦਾ ਸੀਗਾ, ਠੀਕ ਹੈ, ਉਹ ਨਹੀਂ ਦਿੱਤਾ ਹੈਗਾ ਕਿਸੇ ਟੈਨੈਂਟ ਨੇ, ਤਾਂ ਆਕੂਪੈਂਸੀ ਜਿਹੜਾ ਟੈਨੈਂਟ ਸੀਗਾ, ਮਾਲਕ ਸੀਗਾ, ਉਹਦੀ ਜਿਹੜੀ ਐਡਜਸਟਮੈਂਟ ਦੀ ਡਿਗਰੀ ਹੈ ਉਹ ਉਹਦੇ ਹੱਕ ਮਤਲਬ ਕਿ ਟੈਨੈਂਟ ਦੇ ਖਿਲਾਫ ਪਾਸ ਹੋ ਗਈ ਨਾ ਅਦਾ ਕਰਨ ਦੀ ਇਵਜ਼ ਦੇ ਵਿੱਚੋਂ, ਤਾਂ ਫਿਰ ਉਹਦਾ ਜਿਹੜਾ ਹੈਗਾ ਉਹਦੇ ਆਰਡਰ ਵੀ ਐਡਜਸਟਮੈਂਟ ਤੇ ਕੀਤੇ ਜਾ ਸਕਦੇ ਆ ਜਦੋਂ ਉਹ ਡਿਗਰੀ ਸੈਟੀਸਫਾਈ ਨਾ ਹੋਈ ਹੋਵੇ। ਜੇ ਡਿਗਰੀ ਦੀ ਪੇਮੈਂਟ ਵਾਲਾ ਦੇ ਦੇਵੇ ਤਾਂ ਗੱਲ ਵੱਖਰੀ ਹੈਗੀ ਆ, ਫਿਰ ਐਡਜਸਟਮੈਂਟ ਨਹੀਂ ਹੁੰਦੀ। ਇਹ ਤੁਸੀਂ ਪੜ੍ਹਿਆ ਸੀ ਸੈਕਸ਼ਨ 39 'ਚ, ਟੈਨੈਂਸੀ ਐਕਟ ਪੜ੍ਹਿਆ ਸੀਗਾ। ਫਿਰ ਜਿਹੜੀ ਆਪਾਂ ਦੁਬਾਰਾ ਫਿਰ ਗੱਲ ਕਰਦੇ ਵੀ ਜੇ ਕਿਸੇ ਦੇ ਇੱਦਾਂ ਦੇ ਕੇਸ ਕਿਸੇ ਦੀ ਐਡਜਸਟਮੈਂਟ ਹੋਣੀ ਹੈ ਤਾਂ 1 ਮਈ ਤੋਂ ਲੈ ਕੇ 15 ਜੂਨ ਦੇ ਵਿਚਕਾਰ ਹੀ ਕੀਤੀ ਜਾਂਦੀ ਹੈ। ਰੂਲ 66 ਹੈਗਾ, remedy of the tenant dispossessed before a receipt of compensation due, ਕੋਈ ਜਿਹੜਾ ਟੈਨੈਂਟ ਹੈ ਉਹਨੂੰ ਐਜੈਕਟ ਕਰ ਦਿੱਤਾ, ਠੀਕ ਹੈ, ਪਰ ਉਹਨੇ ਉਸ ਜ਼ਮੀਨ ਦੇ ਉੱਪਰ ਕੋਈ ਇੰਪਰੂਵਮੈਂਟ ਕੀਤੀਆਂ ਸੀਗੀਆਂ, ਕੋਈ ਸੁਧਾਰ ਕੀਤੇ ਸੀਗੇ ਜਿਹਦੇ ਇਵਜ਼ ਦੇ ਵਿੱਚ ਉਹਦੀ ਕੁਝ ਪੇਮੈਂਟ ਡਿਊ ਸੀਗੀ ਮਾਲਕ ਦੇ ਵੱਲ, ਮਤਲਬ ਉਹਨੇ ਲੈਵਲਿੰਗ ਕਰਵਾਈ, ਕਰਾ ਲਗਵਾਇਆ, ਜ਼ਮੀਨ ਦੇ ਆਸੇ ਪਾਸੇ ਕੁਝ ਹੋਰ ਜ਼ਮੀਨ ਨਾਲ ਲੱਗਦੀ ਸੀ ਉਹ ਸੁਧਾਰੀ, ਇੱਦਾਂ ਦੀਆਂ ਕੁਝ ਇੰਪਰੂਵਮੈਂਟ ਸੀਗੀਆਂ। ਉਸ ਸਮੇਂ ਸਿਰਫ ਕੋਰਟ ਦੇ ਵਿੱਚ ਵੈਸੇ ਤਾਂ ਸਮਾਂ ਦਿੱਤਾ ਜਾਂਦਾ 2 ਮਹੀਨੇ ਦਾ, 2 ਮਹੀਨੇ ਦੇ ਅੰਦਰ ਅੰਦਰ ਨੋਟਿਸ ਜਾਰੀ ਕੀਤਾ ਜਾਂਦਾ ਵੀ ਤੂੰ ਜੇ ਤੇਰੀ ਕੋਈ ਇੰਪਰੂਵਮੈਂਟ ਦੇ ਤੇਰੀ ਕੋਈ ਇੰਟਾਈਟਲਮੈਂਟ ਬਣਦੀ ਆ, ਤੁਸੀਂ ਕੰਪੀਟੈਂਟ ਕੋਰਟ ਜਾ ਕੇ ਅਰਜੀ ਦੇ ਸਕਦੇ ਹੋ। ਇਹ ਨੋਟਿਸ ਜਾਰੀ ਕੀਤਾ ਜਾਂਦਾ ਕਿਸੇ ਨੂੰ ਐਡਜਸਟਮੈਂਟ ਕਰਨ ਤੋਂ ਪਹਿਲਾਂ, ਪਰ ਜੇਕਰ ਉਹਦੇ ਕੋਲੇ ਉਸ ਸਮੇਂ ਦੇ ਵਿੱਚ ਕੋਈ ਉਹ ਆਪਣੀ ਕੋਈ ਕਲੇਮ ਨਾ ਕਰ ਸਕਿਆ ਹੋਵੇ, ਫਿਰ ਵੀ ਉਹਨੂੰ ਰੈਮਡੀ ਦਿੱਤੀ ਗਈ ਹੈ ਇਸ ਲਾਅ ਦੇ ਵਿੱਚ। ਕੀ ਰੈਮਡੀ ਦਿੱਤੀ ਗਈ ਹੈ? 1 ਸਾਲ ਦੇ ਅੰਦਰ ਅੰਦਰ ਡਿਸਪੋਜੀਸ਼ਨ ਤੋਂ 1 ਸਾਲ ਦੇ ਅੰਦਰ ਅੰਦਰ ਉਹ ਕੰਪੀਟੈਂਟ ਕੋਰਟ ਜਾ ਕੇ ਅਪਲਾਈ ਕਰ ਸਕਦਾ ਹੈ ਵੀ ਮੇਰੀ ਆਹ ਜਿਹੜੀ ਹੈਗੀ ਸੀਗੀ ਇੰਪਰੂਵਮੈਂਟ ਮੈਂ ਕਰਾਈ ਸੀ, ਇੰਨੀ ਜਿਹੜੀ ਮੇਰੀ ਪੇਮੈਂਟ ਬਣਦੀ ਹੈ, ਇਹ ਡਿਊ ਬਣਦੀ ਹੈ ਮਾਲਕ ਦੇ ਵੱਲ, ਮੈਨੂੰ ਉਹ ਦਵਾਈ ਜਾਵੇ। ਤੇ ਉਹਦੀ ਕਾਰਵਾਈ ਅੱਗੇ ਚੱਲਦੀ ਹੈਗੀ ਹੈ ਵੀ ਦਵਾਈ ਜਾਣੀ ਹੈ ਜਾਂ ਨਹੀਂ ਦਵਾਈ ਜਾਣੀ, ਉਹਦੀ ਪ੍ਰੋਸੀਡਿੰਗ ਚੱਲਦੀਆਂ ਨੇ ਫਿਰ ਕੋਰਟ ਦੇ ਵਿੱਚ। 67 'ਚ ਕੀ ਕਿਹਾ ਗਿਆ? ਗਰਾਊਂਡਸ ਆਫ ਐਕਸ਼ਨ ਫॉर द ਐਡਜਸਟਮੈਂਟ ਐਂਡ ਰੀਇਨਸਟੇਟਮੈਂਟ, ਜਦੋਂ ਕਿਸੇ ਦੀ ਐਡਜਸਟਮੈਂਟ ਹੁੰਦੀ ਹੈ ਤਾਂ ਉਹ 'ਚ ਗਰਾਊਂਡਸ ਹੁੰਦੀਆਂ ਕਿਉਂ ਅਸੀਂ ਇੰਜੈਕਟ ਕਰ ਰਹੇ ਹਾਂ। ਜੇ ਕਿਤੇ ਰੌਂਗਫੁਲੀ ਡਿਸਪੈਚ ਕਿਸ ਨੂੰ ਕੀਤਾ ਗਿਆ ਤਾਂ ਰੀਇਨਸਟੇਟਮੈਂਟ ਵੀ ਉਹਨੂੰ ਵਾਪਸ ਵੀ ਉਹਨੂੰ ਕਬਜ਼ਾ ਦਿੱਤਾ ਜਾ ਸਕਦਾ ਹੈ। ਇਹ ਜਿਹੜਾ ਰੂਲ ਹੈ 67 ਕਹਿੰਦਾ ਹੈ। Then 68 ਕੀ ਹੈ? nullity of entries in record of rights of the agreement in increasing landlord's power of the adjustment, बहुत इंपॉर्टेंट है जी। सेक्शन 68 रूल 68 nullity of entries in the revenue record, ਕਿਤੇ ਜਮ੍ਹਾਂ ਹੁੰਦੀ ਸੀ ਮਾਲਕ ਨੇ ਕਿਰਾਏਦਾਰ ਨੇ ਰੈਂਟ ਟੈਨੈਂਟ ਨੇ ਜਮ੍ਹਾਂ ਹੁੰਦੀ ਕੋਈ ਐਸੀ ਐਂਟਰੀ ਪਵਾ ਲਈ ਜਾਂ ਐਗਰੀਮੈਂਟ ਦੀ ਕੁਝ ਐਸੀਆਂ ਸ਼ਰਤਾਂ ਲਿਖ ਲਈਆਂ ਜਿਹੜੀਆਂ ਉਸ ਵੇਲੇ ਜਿਹੜਾ ਮਾਲਕ ਸੀਗਾ ਉਹ ਮਨਾ ਨਹੀਂ ਕਰ ਸਕਦਾ ਸੀਗਾ ਕਿਉਂਕਿ ਉਹਨੂੰ ਪੈਸੇ ਦੀ ਲੋੜ ਸੀਗੀ, ਠੀਕ ਹੈ। ਕੁਝ ਐਸੀਆਂ ਸ਼ਰਤਾਂ ਲਿਖ ਲਈਆਂ ਜਿਹੜੀਆਂ ਲਾਅ ਦੇ ਅਗੇਂਸਟ ਜਾਂਦੀਆਂ ਨੇ, ਤਾਂ ਉੱਥੇ ਉਹਨੂੰ ਕਿਹਾ ਨਲਟੀ ਨੇ ਉਹ ਸਾਰੀਆਂ ਸ਼ਰਤਾਂ ਇੱਦਾਂ ਦੀਆਂ। ਜਮਾਬੰਦੀ 'ਚ ਕੋਈ ਰਫਟ ਪਵਾ ਲਈ, ਰੋਜ਼ਾਨਾ 'ਚ ਰਫਟ ਦਰਜ ਕਰਵਾ ਕੇ ਜਿਹੜਾ ਟੈਨੈਂਟ ਹੈਗਾ ਉਸਨੇ ਕੋਈ ਇੱਦਾਂ ਦੀ ਰਫਟ ਪਵਾ ਲਈ ਜਿਹਦੇ ਨਾਲ ਕੀ ਹੋਏਗਾ, ਮਾਲਕ ਦੀਆਂ ਪਾਵਰਾਂ ਘਟਦੀਆਂ ਹੋਣ, ਲਾਅ ਤੋਂ ਵੀ ਘਟਦੀਆਂ ਹੋਣ, ਕਾਨੂੰਨ ਦੇ ਮੁਤਾਬਕ ਜੋ ਪਾਵਰਾਂ ਮਾਲਕ ਨੂੰ ਹੁੰਦੀਆਂ ਨੇ ਉਹ ਪਾਵਰਾਂ ਉਹਦੀਆਂ ਡਿਮਿਨਿਸ਼ ਹੁੰਦੀਆਂ ਹੋਣ, ਰਿਡਿਊਸ ਹੁੰਦੀਆਂ ਹੋਣ, ਤਾਂ ਇੱਦਾਂ ਦੀ ਕੋਈ ਐਂਟਰੀ ਦੀ ਕਹਿੰਦੀ ਹੈਗੀ ਹੈ ਕੋਈ ਵੈਲਿਊ ਨਹੀਂ ਹੈਗੀ, ਉਹ ਨਲਟੀ ਹੋਣਗੀਆਂ, ਵਾਇਡ ਹੋਣਗੀਆਂ। ਨਲ ਐਂਡ ਵਾਇਡ ਕਿਹਾ ਗਿਆ ਉਹਨਾਂ ਨੂੰ ਐਂਟਰੀਜ਼ ਨੂੰ। ਜੇ ਐਗਰੀਮੈਂਟ ਦੇ ਵਿੱਚ ਵੀ ਕੋਈ ਇੱਦਾਂ ਦੀ ਕੋਈ ਐਂਟਰੀ ਪਾਈ ਗਈ ਹੋਵੇ, ਚਾਹੇ ਜਮਾਬੰਦੀ 'ਚ ਕਿਸੇ ਨੇ ਕੋਈ ਐਂਟਰੀ ਕਰਵਾ ਲਈ ਹੋਵੇ ਟੈਨੈਂਟ ਨੇ। ਰੂਲ 7 'ਚ ਕੀ ਹੈ? ਇੰਪਰੂਵਮੈਂਟ ਦੀ ਗੱਲ ਕੀਤੀ ਗਈ ਹੈ। ਇੰਪਰੂਵਮੈਂਟ ਬਾਰੇ ਆਪਾਂ ਬਹੁਤ ਡਿਟੇਲ 'ਚ ਪੜ੍ਹਿਆ ਹੈਗਾ ਪਹਿਲਾਂ, ਸ਼ਾਇਦ ਤੁਹਾਨੂੰ ਯਾਦ ਹੋਏਗਾ ਟੈਨੈਂਸੀ ਐਕਟ ਦੇ ਵਿੱਚ ਇੰਪਰੂਵਮੈਂਟ ਬਾਏ ਦਾ ਲੈਂਡ ਓਨਰ, ਇੰਪਰੂਵਮੈਂਟ ਬਾਏ ਦਾ ਟੈਨੈਂਟ। ਕੋਈ ਇੰਪਰੂਵਮੈਂਟ ਜਦੋਂ ਮਾਲਕ ਵੱਲੋਂ ਕਰਾਈ ਜਾਂਦੀ ਹੈ, ਮੰਨ ਲਓ ਮਾਲਕ ਨੇ ਟਿਊਬਵੈਲ ਲਗਵਾਤਾ, ਠੀਕ ਹੈ, ਮਾਲਕ ਨੇ ਆਪਣੀ ਜ਼ਮੀਨ 'ਚ ਹੋਰ ਸੁਧਾਰ ਕਰਾਤਾ, ਤਾਂ ਮਾਲਕ ਕੀ ਕਹੇਗਾ, ਮੇਰਾ ਕਿਰਾਇਆ ਵਧਾਓ, ਠੀਕ ਹੈ। ਜੇਕਰ ਟੈਨੈਂਟ ਨੇ ਕੋਈ ਇੰਪਰੂਵਮੈਂਟ ਕਰਤੀ ਜ਼ਮੀਨ ਦੇ ਵਿੱਚ,
ਕੋਈ ਆਸੇ ਪਾਸੇ ਬਾੜ ਲਗਵਾਤੀ, ਕੋਈ ਹੋਰ ਸੁਧਾਰ ਕਰ ਦਿੱਤਾ, ਕੋਈ ਪੱਕੇ ਖਾਲ ਬਣਵਾਤੇ, ਕੋਈ ਕੋਠਾ ਬਣਵਾਤਾ, ਕੋਈ ਟਿਊਬਵੈਲ ਲਗਵਾਤਾ ਟੇਨੈਂਟ ਨੇ ਜ਼ਮੀਨ ਦੇ ਵਿੱਚ, ਤਾਂ ਫਿਰ ਟੇਨੈਂਟ ਕੀ ਕਹੇਗਾ, ਮੇਰਾ ਕਿਰਾਇਆ ਕਟਵਾਓ। ਠੀਕ ਹੈ, ਇਦਾਂ ਦੇ ਜਿਹੜੇ ਟੈਨੈਂਸੀ ਐਕਟ ਅਸੀਂ ਬਹੁਤ ਸਾਰਾ ਪੜ੍ਹਿਆ ਹੈਗਾ, ਸੈਕਸ਼ਨ 61 'ਚ ਪੜ੍ਹਿਆ ਸੀਗਾ ਅਸੀਂ, ਸ਼ਾਇਦ ਤੁਹਾਨੂੰ ਯਾਦ ਹੋਏਗਾ, ਇੰਪਰੂਵਮੈਂਟ ਇਨ ਦਾ ਟੇਨੈਂਟਸ ਹੋਲਡਿੰਗ ਮੇ ਵੀ। ਤਾਂ ਫਿਰ ਇਹ ਜਿਹੜਾ ਦਾਵਾ ਹੈਗਾ ਉਹ ਚੱਲਦਾ ਉਹਦੇ ਮੁਤਾਬਕ ਹੈਗਾ, ਲੈਂਡਲੋਰਡ ਵੀ ਇੰਪਰੂਵਮੈਂਟ ਕਰਾ ਸਕਦਾ ਹੈ ਤੇ ਟੇਨੈਂਟ ਵੀ ਇੰਪਰੂਵਮੈਂਟ ਕਰ ਸਕਦਾ ਹੈ। ਜੇ ਲੈਂਡਲੋਰਡ ਕਰਾਦਾ ਤਾਂ ਉਹ ਕਿਰਾਇਆ ਵਧਣ ਦੀ ਗੱਲ ਕਰ ਸਕਦਾ ਹੈ, ਜੇ ਟੇਨੈਂਟ ਵੱਲੋਂ ਇੰਪਰੂਵਮੈਂਟ ਕਰਾਈ ਜਾਂਦੀ ਹੈ ਤਾਂ ਉਹ ਕਿਰਾਇਆ ਘਟਾਉਣ ਦੀ ਗੱਲ ਕਰ ਸਕਦਾ ਹੈ ਵੀ ਮੇਰਾ ਕਿਰਾਇਆ ਘਟਾਇਆ ਜਾਵੇ। ਇੰਪਰੂਵਮੈਂਟ ਬਾਈ ਦਾ ਟੇਨੈਂਟ ਐਟ ਵਿਲ, ਟੇਨੈਂਟ ਐਟ ਵਿਲ ਮਰਜ਼ੀ ਮੁਤਾਬਕ ਜਿਹੜਾ ਚੱਲ ਰਿਹਾ, ਦੋਹਾਂ ਦੀ ਮਰਜ਼ੀ ਨਾਲ ਚੱਲ ਰਿਹਾ ਹੈਗਾ। ਟੇਨੈਂਟ ਐਟ ਵਿਲ ਕੈਨ ਓਨਲੀ ਮੇਕ ਐਨ ਇੰਪਰੂਵਮੈਂਟ ਵਿਦ ਦਾ ਅਸੈਂਟ ਆਫ ਦਾ ਲੈਂਡਲੋਰਡ। ਲੈਂਡਲੋਰਡ ਦੀ ਮਨਜ਼ੂਰੀ ਤੋਂ ਬਗੈਰ ਜਿਹੜਾ ਟੇਨੈਂਟ ਐਟ ਵਿਲ ਹੈਗਾ ਉਹ ਕੋਈ ਵੀ ਇੰਪਰੂਵਮੈਂਟ ਨਹੀਂ ਕਰ ਸਕਦਾ। ਜੇ ਕੋਈ ਕਰਦਾ ਤਾਂ ਫਿਰ ਉਹ ਕਲੇਮ ਨਹੀਂ ਕਰ ਸਕਦਾ। ਫਿਰ ਆ ਗਿਆ ਕੰਪਨਸੇਸ਼ਨ ਫਾਰ ਦਾ ਡਿਸਟਰਬੈਂਸ। ਡਿਸਟਰਬੈਂਸ ਕੀ ਹੁੰਦੀਆਂ ਨੇ? ਡਿਸਟਰਬੈਂਸ ਉਹ ਹੁੰਦੀਆਂ ਨੇ, ਮੰਨ ਲਓ ਕਿਸੇ ਟੇਨੈਂਟ ਨੇ 2 ਕਿੱਲਿਆਂ ਦੀ ਟੈਨੈਂਸੀ ਲਈ, 2 ਕਿੱਲੇ ਕਿਰਾਏ ਤੇ ਜ਼ਮੀਨ ਲਈ ਵਾਹਨ ਦੀ ਖਾਤਰ ਕਿਸੇ ਮਾਲਕ ਦੀ 1 ਕਿੱਲਾ ਜ਼ਮੀਨ ਨਾਲ ਲੱਗਦੀ ਹੋਰ ਪਈ ਸੀਗੀ, ਉਹ ਪਈ ਸੀ ਝਾੜੀਆਂ ਉੱਗੀਆਂ ਵੀਆਂ, ਕਿੱਕਰਾਂ ਉੱਗੀਆਂ ਵੀਆਂ ਹੈਗੀਆਂ ਨੇ, ਜੰਗਲ ਬਣਿਆ ਹੋਇਆ ਹੈਗਾ, ਉਹ ਵਾਹਨ ਦੇ ਕਾਬਲ ਨਹੀਂ ਹੈਗੀ। ਠੀਕ ਹੈ, ਫਿਰ ਉਹ ਟੇਨੈਂਟ ਸੀਗਾ, ਉਸਨੇ ਉਸ ਜ਼ਮੀਨ ਵਿੱਚੋਂ 1 ਕਿੱਲਾ ਜਿਹੜੀ ਨਾਲ ਲੱਗਦੀ ਜ਼ਮੀਨ ਸੀ, ਮਾਲਕ ਦੀ 4-5 ਕਿੱਲੇ ਪਈ ਸੀ, ਹੋਰ 2 ਕਿੱਲੇ ਜ਼ਮੀਨ ਵਹਿੰਦੀ ਸੀਗੀ। ਅਸਲ ਜਿਹੜੀ ਟੈਨੈਂਸੀ ਹੈ ਉਹ 2 ਕਿੱਲਿਆਂ ਦੀ, ਐਗਰੀਮੈਂਟ 2 ਕਿੱਲਿਆਂ ਦਾ ਹੋਇਆ ਹੋਇਆ, ਪਰ ਫਿਰ ਵੀ ਮਾਲਕ ਨੇ, ਕਿਰਾਏਦਾਰ ਨੇ ਆਪਣੀ ਜ਼ਮੀਨ ਨੂੰ, ਨਾਲ ਲੱਗਦੀ ਜ਼ਮੀਨ ਨੂੰ, ਮਾਲਕ ਦੀ ਨਾਲ ਲੱਗਦੀ ਜ਼ਮੀਨ ਨੂੰ ਸੁਧਾਰ ਕੇ ਕਿੱਲਾ ਹੋਰ ਵਿੱਚ ਲਾ ਲਿਆ, 1 ਕਿੱਲਾ ਲਾ ਲਿਆ, 2 ਕਿੱਲੇ ਲਾ ਲਏ। ਠੀਕ ਹੈ, ਉਹਦੇ ਤੇ ਖਰਚਾ ਹੋਇਆ ਉਹਦਾ ਬਹੁਤ ਸਾਰਾ। ਠੀਕ ਹੈ, ਇਹ ਇਹਦੀ ਡਿਸਟਰਬੈਂਸ ਹੁੰਦੀ ਹੈ। ਇਹ ਜੇ ਇਦਾਂ ਦੀ ਕੋਈ ਕਾਰਵਾਈ ਉਸ ਵੱਲੋਂ ਕੀਤੀ ਜਾਂਦੀ ਹੈ, ਟੇਨੈਂਟ ਵੱਲੋਂ ਕੀਤੀ ਜਾਂਦੀ ਹੈ, ਤਾਂ ਇਹਦੀ ਜਦੋਂ ਕਦੇ ਉਹਦੀ ਐਜੈਕਟਮੈਂਟ ਹੁੰਦੀ ਹੈ, ਟੇਨੈਂਟ ਦੀ ਕਿਸੇ ਕਾਰਨ ਹੁੰਦੀ ਹੈ, ਐਜੈਕਟਮੈਂਟ ਹੁੰਦੀ ਹੈ, ਤਾਂ ਇਹਦੀ ਇੰਪਰੂਵਮੈਂਟ ਦੀ ਪੇਮੈਂਟ ਦੇ ਲਈ ਵੀ ਉਹ ਕੰਪਨਸੇਸ਼ਨ ਕਲੇਮ ਕਰ ਸਕਦਾ ਹੈ ਮਾਲਕ ਵੱਲੋਂ। ਪਰ ਜਿਹੜੀ ਇਹ ਕੰਪਨਸੇਸ਼ਨ ਹੁੰਦੀ ਹੈ ਇਹ 5 ਸਾਲ ਦੇ ਰੈਂਟ ਤੋਂ ਵੱਧ ਨਹੀਂ ਹੋ ਸਕਦੀ। Then rule 74 improvements by the occupancy tenants। occupancy tenant ਕੀ ਇੰਪਰੂਵਮੈਂਟ ਕਰਾ ਸਕਦਾ? ਉਹਦੇ ਕੋਲ ਰਾਈਟਸ ਕਾਫੀ ਹੁੰਦੇ ਹੈਗੇ ਆ। occupancy ਜਿਹੜੇ ਟੈਨੈਂਟ ਹੁੰਦਾ ਉਹਦੇ ਰਾਈਟਸ ਐਜ਼ ਪਰ ਮਤਲਬ ਕਿ ਲਗਭਗ ਮਾਲਕ ਵਰਗੇ ਹੁੰਦੇ ਆ। ਬਾਅਦ ਦੇ ਵਿੱਚ ਜਿਹੜੇ occupancy tenant ਸੀਗੇ ਇਹਨਾਂ ਨੂੰ ਓਨਰਸ਼ਿਪ ਰਾਈਟਸ ਦਿੱਤੇ ਗਏ ਸੀਗੇ। ਇਹ ਵੀ ਅਸੀਂ ਪੜ੍ਹਿਆ ਸੀਗਾ, ਸੈਕਸ਼ਨ 63 ਚ ਪੜ੍ਹਿਆ ਸੀਗਾ ਟੈਨੈਂਸੀ ਐਕਟ ਦੇ ਵਿੱਚ। The little of occupancy tenants to make improvement on their own holding is asserted in 63 section, which लिखा हुआ है section 63 of the act, but when Punjab was first annexed, देखो ਜਦੋਂ ਇੰਪਰੂਵਮੈਂਟ ਕਰਾਈ ਜਾਂਦੀ ਹੈ ਆਕੂਪੈਂਸੀ ਟੈਨੈਂਟ ਵੱਲੋਂ ਤਾਂ ਉਸ ਨੂੰ ਕੀ ਲੋੜ ਨਹੀਂ ਹੁੰਦੀ ਵੀ ਜਿਹੜਾ ਮਾਲਕ ਹੈਗਾ ਉਹਦੇ ਤੋਂ ਪਰਮਿਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈਗੀ। Then rule 75 ਆ ਜਾਂਦਾ, provisions of the tenancy act as the tenants of the improvement। ਇੱਥੇ ਆ ਕੇ ਗੱਲ ਕਰ ਦਿੱਤੀ ਨੇ, ਗੱਲ ਖਤਮ ਨਿਬੇੜ ਦਿੱਤੀ ਵੀ ਜਿੱਥੇ ਕਿਤੇ ਲੋੜ ਪੈਂਦੀ ਹੈਗੀ ਹੈ ਇੰਪਰੂਵਮੈਂਟ ਦੀ ਗੱਲ ਦਾ, ਕੋਈ ਡਿਸਪਿਊਟ ਕ੍ਰੀਏਟ ਹੁੰਦਾ ਕਿਸੇ ਕੋਰਟ ਦੇ ਵਿੱਚ, ਡਿਸਪਿਊਟ ਕ੍ਰੀਏਟ ਹੁੰਦਾ ਤਾਂ ਤੁਸੀਂ ਜਿਹੜਾ ਫੈਸਲਾ ਕਰਨਾ ਹੈ ਉਹ ਜਿਹੜਾ ਸੈਕਸ਼ਨ 64 ਤੋਂ ਲੈ ਕੇ 66 ਹੈਗੇ ਆ ਟੈਨੈਂਸੀ ਐਕਟ ਦੇ, ਉਹਦੀਆਂ ਜਿਹੜਾ ਪ੍ਰੋਵੀਜ਼ਨਸ ਹੈਗੀਆਂ ਨੇ ਉਹਨਾਂ ਨੂੰ ਕੰਪਲਾਈ ਵਿਦ ਕੀਤਾ ਜਾਵੇਗਾ, ਉਹਦੇ ਮੁਤਾਬਕ ਡਿਸੀਜਨ ਹੋਣਗੇ। ਰੂਲ 76 adjustment and enhancement of rent barred till tenant has received compensation। adjustment and enhancement of rent, ਕਿਸੇ ਟੈਨੈਂਟ ਨੂੰ ਚਾਹੇ ਤਾਂ adjustment ਕਰਨੀ ਹੋਵੇ ਚਾਹੇ ਉਹਦਾ ਕਿਰਾਇਆ ਵਧਾਉਣ ਦੀ ਗੱਲ ਹੋਵੇ, barred till tenant has received the compensation, ਉਦੋਂ ਤੱਕ ਉਹਨੂੰ ਰੋਕਿਆ ਜਾਂਦਾ ਹੈ। adjustment ਨਹੀਂ ਕੀਤੀ ਜਾ ਸਕਦੀ ਟੈਨੈਂਟ ਦੀ ਜਦੋਂ ਤੱਕ ਉਹਦੀ ਕੋਈ ਕੰਪਨਸੇਸ਼ਨ ਡਿਊ ਹੋਵੇ ਮਾਲਕ ਦੇ ਵੱਲ ਕਿਸੇ ਟੈਨੈਂਟ ਦੀ ਕੰਪਨਸੇਸ਼ਨ ਡਿਊ ਹੋਵੇ, ਨਾ ਤਾਂ ਉਹਦਾ ਕਿਰਾਇਆ ਵਧਾਇਆ ਜਾਵੇਗਾ ਉਦੋਂ ਤੱਕ, ਤੇ ਨਾ ਹੀ ਕਿਸੇ ਲਾਅ ਦੇ ਵਿੱਚ, ਕਿਸੇ ਕੇਸ ਦੇ ਵਿੱਚ, ਕਿਸੇ ਮੁਕੱਦਮੇ ਦੇ ਵਿੱਚ ਨਾ ਹੀ ਉਹਦੇ ਖਿਲਾਫ ਐਡਜਸਟਮੈਂਟ ਦੀ ਡਿਗਰੀ ਪਾਸ ਕੀਤੀ ਜਾਵੇਗੀ ਤੇ ਨਾ ਹੀ ਰੈਂਟ ਵਧਾਉਣ ਦੀ ਡਿਗਰੀ ਪਾਸ ਕੀਤੀ ਜਾਵੇਗੀ ਕਿਸੇ ਕੋਰਟ ਵੱਲੋਂ, ਜਦੋਂ ਤੱਕ ਉਹਦੀ ਜਿਹੜੀ ਪੇਮੈਂਟ ਹੈਗੀ ਆ ਉਹ ਮਾਲਕ ਵੱਲੋਂ ਅਦਾ ਨਹੀਂ ਕੀਤੀ ਜਾਂਦੀ। ਦੈਨ ਹੈਗਾ 77 ਚ ਕੈਲਕੂਲੇਸ਼ਨ ਆਫ ਦਾ ਕੰਪਨਸੇਸ਼ਨ ਦੀ ਜਿਹੜੀ ਕੈਲਕੂਲੇਸ਼ਨ ਹੈ ਉਹ ਕਿਵੇਂ ਕੀਤੀ ਜਾਂਦੀ ਹੈ। ਆਪਾਂ ਬਹੁਤ ਡਿਟੇਲ 'ਚ ਪੜ੍ਹਿਆ ਸੀਗਾ, ਸ਼ਾਇਦ ਤੁਹਾਨੂੰ ਯਾਦ ਹੋਏਗਾ। ਫਿਰ ਸੈਕਸ਼ਨ ਉਹਦੇ ਵਿੱਚ ਟੈਨੈਂਸੀ ਐਕਟ ਦੇ ਵਿੱਚ ਤਹਿਸੀਲਦਾਰ ਵੱਲੋਂ ਇਹ ਕੈਲਕੂਲੇਸ਼ਨ ਕੀਤੀਆਂ ਜਾਂਦੀਆਂ ਨੇ। ਇਹ 'ਚ ਕੀ ਦੇਖਿਆ ਜਾਂਦਾ ਹੈਗਾ ਵੀ ਜਿਹੜੀ ਇਹ ਇੰਪਰੂਵਮੈਂਟ ਕਰਾਈ ਗਈ ਹੈ, ਆ ਜਿਹੜੇ ਪੁਆਇੰਟਸ ਕੁਛ ਹੈਗੇ ਦਿੱਤੇ ਗਏ ਜਿਹੜੇ ਇਹਨੂੰ ਕੰਸੀਡਰ ਕਰਨਾ ਹੁੰਦਾ ਹੈ। ਸਭ ਤੋਂ ਪਹਿਲਾਂ ਦੇਖਿਆ ਜਾਂਦਾ ਹੈਗਾ ਵੀ ਜਿਹੜੀ ਇਹ
ਜਿਹੜੀ ਇੰਪਰੂਵਮੈਂਟ ਕਿਸੇ ਮਾਲਕ ਵੱਲੋਂ ਕਰਾਈ ਗਈ ਹੈ ਇਹ ਕਿੰਨੀ ਕੁ ਦੇਰ ਲਈ ਚੱਲੇਗੀ ਜਾਂ ਕਿੰਨੀ ਕੁ ਦੇਰ ਲਈ ਇਸ ਨੂੰ ਠੇਕੇ ਤੇ ਜ਼ਮੀਨ ਦਿੱਤੀ ਗਈ ਹੈ। ਜੇ ਹੁਣ ਕਿਸੇ ਠੇਕੇਦਾਰ ਨੂੰ ਜਿਹੜੀ ਜ਼ਮੀਨ ਹੈ ਉਹਦੀ ਜਿਹੜੀ ਟੈਨੈਂਸੀ ਹੈ ਉਹ ਵਧਾ ਦਿੱਤੀ ਜਾਵੇ ਤਾਂ ਉਹਦੇ ਜਿਹੜੇ ਇੰਪਰੂਵਮੈਂਟ ਦੇ ਜਿਹੜੇ ਬੈਨੀਫਿਟ ਨੇ ਇੰਜੋਏ ਉਹ ਕਰੇਗਾ ਜਿਹੜਾ ਟੈਨੈਂਟ ਹੋਏਗਾ, ਤਾਂ ਫਿਰ ਜਿਹੜੀ ਹੈਗੀ ਕੰਪਨਸੇਸ਼ਨ ਨਹੀਂ ਦਿੱਤੀ ਜਾਂਦੀ। ਜੇਕਰ ਜਿਹੜੀ ਇੰਪਰੂਵਮੈਂਟ ਹੈ ਉਹ ਟੈਂਪਰੇਰੀ ਕੀਤੀ ਗਈ ਹੋਵੇ ਮਾਲਕ ਵੱਲੋਂ, ਕਿਰਾਏਦਾਰ ਵੱਲੋਂ ਜਾਂ ਮਾਲਕ ਵੱਲੋਂ ਟੈਂਪਰੇਰੀ ਇੰਪਰੂਵਮੈਂਟ ਕੀਤੀ ਗਈ ਹੋਵੇ ਜਿਹਦਾ ਅੱਧਾ ਸਾਲ ਹੀ 2 ਸਾਲ ਹੀ ਅਸਰ ਰਹਿੰਦਾ ਹੋਵੇ, ਤਾਂ ਉਹਦੇ ਵਿੱਚ ਵੀ ਜਿਹੜੀ ਕੰਪਨਸੇਸ਼ਨ ਹੈ ਨਹੀਂ ਦਿੱਤੀ ਜਾਂਦੀ। ਕਿੰਨੀ ਕੁ ਲੇਬਰ ਖਰਚ ਹੋਈ ਹੈ, ਕਿੰਨੀ ਕੁ ਕੈਪੀਟਲ ਅਮਾਊਂਟ ਖਰਚ ਹੋਈ ਹੈ ਟੈਨੈਂਟ ਦੀ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਸਾਰੀਆਂ ਕੰਸੀਡਰ ਕੀਤੀਆਂ ਜਾਣਗੀਆਂ ਜਦੋਂ ਕਿਸੇ ਕੈਲਕੂਲੇਸ਼ਨ ਕੀਤੀ ਜਾਂਦੀ ਹੈ। ਕੰਪਨਸੇਸ਼ਨ ਦੀ ਗੱਲ ਦੀ ਕੈਲਕੂਲੇਟ ਕੀਤਾ ਜਾਂਦਾ ਵੀ ਕਿੰਨਾ ਜਿਹੜਾ ਮੁਆਵਜ਼ਾ ਬਣਦਾ ਹੈਗਾ। ਮਾਲਕ ਦਾ ਕਿਰਾਏਦਾਰ ਤਾਂ ਕਹਿੰਦਾ ਮੇਰਾ ਇੰਨਾ ਮਾਮਲਾ ਇੰਨੀ ਅਮਾਊਂਟ ਖਰਚ ਹੋ ਗਈ ਹੈ, ਪਰ ਇਹ ਸਾਰਾ ਤਹਿਸੀਲਦਾਰ ਨੇ ਦੇਖਣਾ ਹੈਗਾ ਵੀ ਕਿੰਨੀ ਖਰਚ ਹੋਈ ਹੈ। ਉਹ ਸਾਰਾ ਆਸ-ਪਾਸ ਪੁੱਛ ਪੁਛਾ ਕੇ ਤੇ ਜਿਹੜੀ ਹੈਗੀ ਹੈ ਅਕਾਊਂਟ ਬਣਾਏਗਾ ਵੀ ਕਿੰਨੀ ਦੀ ਕੰਪਨਸੇਸ਼ਨ ਅਸਲ ਦੇ ਵਿੱਚ ਕਿੰਨੀ ਬਣਦੀ ਹੈਗੀ ਹੈ। ਠੀਕ ਹੈ, ਇਹ ਤੁਸੀਂ ਆਪਾਂ ਪੜ੍ਹਿਆ ਸੀਗਾ ਸੈਕਸ਼ਨ 72 ਟੈਨੈਂਸੀ ਐਕਟ ਪੜ੍ਹ ਕੇ ਗਏ ਹਾਂ ਪਹਿਲਾਂ ਆਪਾਂ, ਉੱਥੇ ਡਿਟੇਲ ਪੂਰੀ ਦਿੱਤੀ ਗਈ ਹੈਗੀ ਹੈ। ਦੈਨ ਰੂਲ 78 ਹੈਗਾ ਕੰਪਨਸੇਸ਼ਨ ਬਾਈ ਦ ਗ੍ਰਾਂਟ ਆਫ ਲੀਜ਼ ਔਰ ਰਿਡਕਸ਼ਨ ਆਫ ਦਾ ਰੇਟ ਆਫ ਬੈਟਲ। ਇੱਥੇ ਗੱਲ ਕੀਤੀ ਗਈ ਹੈ ਵੀ ਜੇ ਕਿਸੇ ਕਿਰਾਏਦਾਰ ਨੂੰ ਤੁਸੀਂ ਕੰਪਨਸੇਸ਼ਨ ਦੇਣੀ ਹੈ, ਠੀਕ ਹੈ, ਉਹਦੀ ਇੰਪਰੂਵਮੈਂਟ ਦੀ ਕੰਪਨਸੇਸ਼ਨ ਦੇਣੀ ਹੈ, ਉਹਨੇ ਜ਼ਮੀਨ 'ਚ ਸੁਧਾਰ ਕੀਤੇ ਹੈ, ਜ਼ਮੀਨ ਦੀ ਲੈਵਲਿੰਗ ਕੀਤੀ ਹੈ, ਕਰਾਹ ਲਗਾਇਆ ਹੈ, ਠੀਕ ਹੈ, ਉਹ 'ਚ ਹੋਰ ਉਹਨਾਂ ਕੋਈ ਇੱਦਾਂ ਦੇ ਕੁਛ ਪਾ ਕੇ ਕਲਰ ਜ਼ਮੀਨ ਸੀ ਉਹਨੂੰ ਉਪਜਾਊਯੋਗ ਬਣਾਇਆ ਹੈਗਾ, ਉਹ 'ਚ ਪਾਣੀ ਦੇ ਕੋਈ ਸਾਧਨ ਪੈਦਾ ਕੀਤੇ ਨੇ, ਇਰੀਗੇਸ਼ਨ ਸੋਰਸਿਸ ਵਧਾਏ ਹੈਗੇ ਹੈ, ਹੁਣ ਜਿਹੜਾ ਹੈਗਾ ਉਸਨੂੰ ਕੰਪਨਸੇਟ ਕਰਨਾ ਹੈ। ਕੰਪਨਸੇਟ ਕਿਵੇਂ ਕੀਤਾ ਜਾ ਸਕਦਾ ਹੈ? ਜਾਂ ਤਾਂ ਉਹਨੂੰ ਜ਼ਮੀਨ ਹੈ ਜਿਹੜੀ ਉਹ ਲੰਮੇ ਸਮੇਂ ਲਈ ਕਿਰਾਏ ਤੇ ਦੇ ਦਿਓ, ਉਹਦੀ ਟੈਨੈਂਸੀ ਹੈ ਉਹਦਾ ਸਮਾਂ ਵਧਾ ਦਿਓ ਵੀ ਜੇ ਤੈਨੇ ਕੋਈ ਜ਼ਮੀਨ 'ਚ ਇੰਪਰੂਵਮੈਂਟ ਕੀਤੀ ਹੈ ਤਾਂ ਲੈ ਫਿਰ 10 ਸਾਲ ਦੀ ਤੇਰੀ ਟੈਨੈਂਸੀ ਵਧਾਤੀ, ਤੁਸੀਂ ਹੁਣ ਇਹਦਾ ਜਿਹੜਾ ਹੈਗਾ ਇੰਜੋਏ ਤੂੰ ਕਰ, ਤਾਂ ਕਿ ਜਿਹੜੀ ਪੈਦਾਵਾਰ ਹੈ ਤੇਰੀ ਵਧੇਗੀ, ਤੂੰ ਇਹਦਾ ਇੰਜੋਏ ਕਰ ਸਕਦਾ ਹੈ। ਇਸ ਤਰੀਕੇ ਵੀ ਉਹਦੀ ਕੰਪਨਸੇਸ਼ਨ ਨੂੰ ਅਕੋਮੋਡੇਟ ਕੀਤਾ ਜਾ ਸਕਦਾ ਹੈ ਜਾਂ ਫਿਰ ਰਿਡਕਸ਼ਨ ਕੀਤੀ ਜਾ ਸਕਦੀ ਹੈ ਰੇਟ ਦੇ ਵਿੱਚ, ਉਹਦਾ ਕਿਰਾਇਆ ਹੈਗਾ ਉਹ ਘਟਾਇਆ ਜਾ ਸਕਦਾ ਹੈਗਾ। ਦੈਨ ਹੈਗਾ ਪਾਵਰਸ ਆਫ ਦਾ ਰੈਵਨਿਊ ਆਫਿਸਰ ਪਾਵਰਸ। ਲੈਂਡ ਰੈਵਨਿਊ ਐਕਟ ਸੈਕਸ਼ਨ 6 ਪੜ੍ਹੋਗੇ ਤੁਸੀਂ, ਜਵਾਨੀ ਯਾਦ ਹੋਣਾ ਚਾਹੀਦਾ ਇਹ ਤੁਹਾਨੂੰ ਪੇਪਰ 'ਚ ਆਏਗਾ। ਪਾਵਰਸ ਆਫ ਦਾ ਰੈਵਨਿਊ ਆਫਿਸਰ ਕੀ ਹੁੰਦੀਆਂ ਨੇ? ਰੈਵਨਿਊ ਆਫਿਸਰ ਸੈਕਸ਼ਨ 6 ਪੜ੍ਹਿਆ ਸੀਗਾ। FCR ਹੈਗਾ, ਪੂਰੇ ਪੰਜਾਬ 'ਚ ਪਾਵਰਾਂ ਹੁੰਦੀਆਂ ਉਹਦੇ ਕੋਲੀਆਂ, ਜਿੰਨੇ ਵੀ ਪੰਜਾਬ ਦੇ ਜਿੰਨੇ ਆਫਿਸਰਸ ਹੁੰਦੇ ਆ ਸਾਰੇ ਉਹਦੇ ਸਬੋਰਡੀਨੇਟ ਹੁੰਦੇ ਆ। ਕਮਿਸ਼ਨਰ ਹੈਗਾ, ਕਮਿਸ਼ਨਰ ਦੇ ਜਿਹੜੇ ਸਬੋਰਡੀਨੇਟ ਹੈ, ਪੂਰੀ ਡਿਵੀਜ਼ਨ ਦੇ ਜਿਹੜੇ ਆਫਿਸਰਸ ਹੁੰਦੇ ਆ ਉਹਦੇ ਸਬੋਰਡੀਨੇਟ ਹੁੰਦੇ ਆ। ਕਲੈਕਟਰ ਦੇ ਸਬੋਰਡੀਨੇਟ ਕੌਣ ਹੁੰਦੇ ਆ? ਪੂਰੇ ਡਿਸਟ੍ਰਿਕਟ ਦੇ ਵਿੱਚ ਜਿਹਨੇ ਅਸਿਸਟੈਂਟ ਕਲੈਕਟਰ, ਫਸਟ ਗ੍ਰੇਡ, ਸੈਕੰਡ ਗ੍ਰੇਡ ਹੁੰਦੇ ਆ, ਉਹ ਸਾਰੇ ਉਹਦੇ ਸਬੋਰਡੀਨੇਟ ਹੁੰਦੇ ਆ। ਠੀਕ ਹੈ, AC ਫਸਟ AC ਸੈਕੰਡ ਆਪਦੇ ਏਰੀਆ ਦੇ ਵਿੱਚ ਜਿਹੜੇ ਹੈਗੇ ਉਹ ਆਪਦਾ ਕੰਮ ਕਰ ਸਕਦੇ ਆ। ਜਿਹੜਾ ਕਲੈਕਟਰ DC ਦਾ, ਜਿਹੜਾ DC ਹੁੰਦਾ ਜ਼ਿਲ੍ਹੇ ਦਾ, ਉਹ ਜ਼ਿਲ੍ਹੇ ਦਾ ਕਲੈਕਟਰ ਕਿਹਾ ਜਾਂਦਾ ਉਸਨੂੰ। ਸਰ ਜੇ ਇਸ ਤਰ੍ਹਾਂ ਪਰਚਾ ਆਉਂਦਾ ਹੈ ਤਾਂ ਤੀਜੇ ਪੇਪਰ 'ਚ ਤਾਂ ਲੈਂਡ ਰੈਵਨਿਊ ਐਕਟ ਮੁਤਾਬਕ ਲਿਖਾਂਗੇ ਜਾਂ ਇਸ ਮੁਤਾਬਕ ਹੈ ਸਰ? ਤੁਸੀਂ ਜੇ ਤੀਜੇ 'ਚ ਆਉਂਦਾ ਫਿਰ ਤੁਸੀਂ ਆਹ ਲਿਖੋਗੇ ਪੈਰਾ 250 ਠੀਕ ਹੈ, ਵਿੱਚ ਹਵਾਲਾ ਦੇ ਸਕਦੇ ਹੋ ਅੱਗੇ ਉਹਦਾ, ਸੈਕਸ਼ਨ 6 ਦਾ ਹਵਾਲਾ ਵਿੱਚ ਦੇ ਸਕਦੇ ਹੋ। ਉਹ ਹੋਰ ਵੀ ਇਫੈਕਟਿਵ ਹੋ ਜਾਂਦਾ ਕੁਐਸਚਨ ਤੁਹਾਡਾ ਆਨਸਰ। ਜੇ ਤੁਸੀਂ ਕਿਸੇ ਹੋਰ ਐਕਟ ਦੀ ਰੈਫਰੈਂਸ ਨਾਲ ਦਿੰਦੇ ਹੋ ਤਾਂ ਉਹਦਾ ਨੁਕਸਾਨ ਨਹੀਂ, ਫਾਇਦਾ ਜ਼ਿਆਦਾ ਹੁੰਦਾ ਹੈ, ਨੰਬਰ ਜ਼ਿਆਦਾ ਪਤਾ ਲੱਗਦਾ ਹੈ ਐਗਜ਼ਾਮੀਨਰ ਨੂੰ ਵੀ ਹਾਂ ਇਹ ਜਿਹੜਾ ਵਿਅਕਤੀ ਹੈਗਾ ਇਸ ਨੂੰ ਜ਼ਿਆਦਾ ਨੌਲੇਜ ਹੈਗੀ ਹੈ, ਸਾਰੇ ਐਕਟ ਦੀ ਜਾਣਕਾਰੀ ਹੈਗੀ ਹੈ। ਐਵੇਂ ਮੱਖੀ ਤੇ ਮੱਖੀ ਨਹੀਂ ਮਾਰੀ ਹੈਗੀ ਵੀ ਦੇਖ ਕੇ ਕਾਪੀ ਕਰ ਦਿੱਤੀ, ਹੋਰ ਵੀ ਜਾਣਕਾਰੀ ਹੈਗੀ ਹੈ। ਠੀਕ ਹੈ, 251 ਚਾਹੀਦਾ ਪਾਵਰ ਆਫ ਦਾ ਫਾਈਨੈਂਸ਼ੀਅਲ ਕਮਿਸ਼ਨਰ। ਫਾਈਨੈਂਸ਼ੀਅਲ ਕਮਿਸ਼ਨਰ ਨੂੰ ਕਿਹੜੀਆਂ ਪਾਵਰਾਂ ਹੁੰਦੀਆਂ ਨੇ? ਸਾਰਾ ਲੈਂਡ ਰੈਵਨਿਊ ਐਕਟ ਹੈਗਾ, ਟੈਨੈਂਸੀ ਐਕਟ ਹੈਗਾ, ਮੇਕ ਰੂਲਸ ਬਣਾ ਸਕਦੇ ਆ। ਟੈਨੈਂਸੀ ਐਕਟ ਦੇ ਵਿੱਚ ਵੀ ਲੈਂਡ ਰੈਵਨਿਊ ਐਕਟ ਜਿਹੜੇ ਰੂਲ ਬਣਾਏ ਜਾਂਦੇ ਹੈਗੇ ਆ, ਜਿਹੜੇ ਰੂਲ ਬਣਾਏ ਜਾਂਦੇ ਆ ਫਿਰ ਇਹ 'ਚ ਸਰਕਾਰ ਦੀ ਸੈਂਕਸ਼ਨ ਵੀ ਲਈ ਜਾਂਦੀ ਹੈਗੀ ਹੈ। ਐਗਜ਼ੈਕਟਿਵ ਪਾਵਰਸ, ਐਗਜ਼ੈਕਟਿਵ ਆਰਡਰਸ ਬਹੁਤ ਸਾਰੇ ਹੁੰਦੇ ਆ। ਡੇਟਾਂ ਫਿਕਸ ਕਰਨੀਆਂ, ਜਮ੍ਹਾਂ ਹੁੰਦੀਆਂ ਕਦੋਂ ਬਣਨੀਆਂ ਨੇ, ਕਦੋਂ ਨਹੀਂ ਬਣਨੀਆਂ, ਮਾਮਲੇ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹ ਬਣਾਉਣੀਆਂ, ਇਹ ਐਗਜ਼ੈਕਟਿਵ ਆਰਡਰਸ ਹੁੰਦੇ ਆ। ਸਮੇਂ ਸਮੇਂ ਤੇ ਤੁਸੀਂ ਦੇਖਦੇ ਹੋ ਸਟੈਂਡਿੰਗ ਆਰਡਰ ਜਾਰੀ ਕੀਤੇ ਜਾਂਦੇ ਆ FCRs ਵੱਲੋਂ, ਇਹ ਸਾਰੇ ਹੀ ਉਹਨਾਂ ਦੇ ਪਾਵਰ 'ਚ ਆ ਜਾਂਦੇ ਨੇ। ਕਿਸੇ ਜ਼ਮੀਨ ਦੀ ਕੋਈ ਮਾਮਲਾ ਨਾ ਦੇਵੇ, ਲੈਂਡ ਰੈਵਨਿਊ ਕਿਵੇਂ ਰਿਕਵਰੀ ਕੀਤੀ ਜਾਂਦੀ ਹੈ, ਸੈਕਸ਼ਨ 61 ਤੋਂ ਲੈ ਕੇ 96 ਤੱਕ ਜਿਹੜੇ ਆਰਡਰ ਆ ਜਾਂਦੇ ਨੇ, ਸੈਕਸ਼ਨਸ ਆ ਜਾਂਦੇ ਨੇ ਲੈਂਡ ਰੈਵਨਿਊ ਐਕਟ ਦੇ ਵਿੱਚ। ਕਿਸੇ ਕੋਈ ਮਾਲਕ ਨਾ ਦੇਵੇ ਜ਼ਮੀਨ, ਮਾਲਕ ਫਿਰ ਵੀ ਜਿਹੜਾ ਮਾਮਲਾ ਅਦਾ ਨਾ ਕਰੇਗਾ ਤਾਂ ਉਹਦੀ ਜਿਹੜੀ ਜ਼ਮੀਨ ਹੈ ਉਹਦੀ ਅਸੈਸਮੈਂਟ ਹੈ ਉਹਦੀ ਅਨਲ ਕਰ ਦਿੱਤੀ ਜਾਂਦੀ ਹੈ। ਠੀਕ ਹੈ, ਇਹ ਸਾਰੇ ਜਿਹੜੀਆਂ ਪਾਵਰਸ ਆ ਜਾਂਦੀਆਂ ਨੇ ਉਹਦੀਆਂ FCR ਦੀਆਂ ਆ ਜਾਂਦੀਆਂ ਨੇ। ਸਾਰੇ ਸਮੇਂ ਸਮੇਂ ਤੇ ਆਪਣੇ ਜਿਹੜੇ ਸਪੈਸ਼ਲ ਐਕਟ ਹੈਗੇ ਆ, ਸਟੇਟ ਐਕਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹਨਾਂ ਐਕਟਾਂ 'ਚ ਰੂਲ ਬਣਾਏ ਜਾ ਸਕਦੇ ਨੇ, ਅਮੈਂਡਮੈਂਟ ਕੀਤੀ ਜਾ ਸਕਦੀ ਹੈ। ਐਗਜ਼ੈਕਟਿਵ ਆਰਡਰ ਬਾਹਰ ਸਮੇਂ ਸਮੇਂ ਤੇ ਪਾਸ ਕੀਤੇ ਜਾਂਦੇ ਨੇ। ਆਪਦੇ ਜਿਹੜੇ ਸਬੋਰਡੀਨੇਟ ਆਫਿਸਰਸ ਹੁੰਦੇ ਆ ਉਹਨਾਂ ਨੂੰ ਸਮੇਂ ਸਮੇਂ ਤੇ ਜਿਹੜੀਆਂ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਨੇ
ਤੁਸੀਂ ਦੇਖਦੇ ਹੋ ਰੋਜ਼ ਰੂਟੀਨ 'ਚ ਆਪਣੇ ਕੋਲੇ ਅਕਸਰ ਹੀ ਆਰਡਰਸ ਐਫਸੀਆਰ ਵੱਲੋਂ ਆਉਂਦੇ ਰਹਿੰਦੇ ਨੇ, ਜਿਨ੍ਹਾਂ ਦੀ ਅਸੀਂ ਪਾਲਣਾ ਕਰਦੇ ਹਾਂ। ਦੈਨ ਪਾਵਰ ਆਫ ਕਮਿਸ਼ਨਰ ਕੀ ਕਿਹਾ ਹੈਗਾ? ਪਾਵਰ ਆਫ ਕਮਿਸ਼ਨਰ ਸੀਗਾ ਲੈਂਡ ਰੈਵਨਿਊ ਐਕਟ ਦੇ ਵਿੱਚ ਵੀ ਪਾਵਰਾਂ ਹੁੰਦੀਆਂ ਨੇ, ਟੈਨੈਂਸੀ ਐਕਟ 'ਚ ਵੀ ਕਮਿਸ਼ਨਰ ਨੂੰ ਪਾਵਰਾਂ ਹੁੰਦੀਆਂ ਨੇ। ਠੀਕ ਹੈ, ਕੋਈ ਸੇਲ ਕਨਫਰਮ ਕਰਨੀ ਹੈ, ਸੇਲ ਕੀਤੀ ਗਈ ਹੈ ਥੱਲੇ ਰੈਵਨਿਊ ਆਫਿਸਰ ਵੱਲੋਂ ਜਦੋਂ ਅਸੀਂ ਕਨਫਰਮ ਕਰਾਉਂਦੇ ਹਾਂ ਤਾਂ ਅਸੀਂ ਕਮਿਸ਼ਨਰ ਕੋਲੇ ਭੇਜਦੇ ਹਾਂ। ਇਸ ਲਈ ਕਿ ਕਮਿਸ਼ਨਰ ਹੈਗਾ ਉਹ ਸਾਰਾ ਕੰਟਰੋਲ ਕਰਦਾ ਆਪਣੇ ਸਬਆਰਡੀਨੇਟਸ ਨੂੰ, ਜਿੰਨੇ ਡਿਵੀਜ਼ਨ 'ਚ ਕਮਿਸ਼ਨਰ ਕੰਮ ਕਰਦੇ ਹੈਗੇ ਆ, ਸੇਲ ਹੈਗੀ ਆ ਮਤਲਬ ਪ੍ਰਾਪਰਟੀ ਦੀ, ਉਹਦੀ ਵੀ ਪਰਮਿਸ਼ਨ ਅੱਗੇ ਕਨਫਰਮ ਕੀਤੀ ਜਾਂਦੀ ਕਮਿਸ਼ਨਰ ਵੱਲੋਂ। ਕਲੈਕਟਰ ਦੀਆਂ ਪਾਵਰਾਂ ਦੀ ਗੱਲ ਕੀਤੀ ਗਈ ਹੈ ਅੱਗੇ 253 ਦੇ ਵਿੱਚ ਪਾਵਰ ਆਫ ਦਾ ਕਲੈਕਟਰ, ਅਸਿਸਟੈਂਟ ਕਲੈਕਟਰਸ ਕੀ ਹੁੰਦੀਆਂ ਨੇ। ਲੈਂਡ ਰੈਵਨਿਊ ਐਕਟ ਦੇ ਵਿੱਚ ਵਾਸਟ ਪਾਵਰ ਹੈਗੀਆਂ ਨੇ, ਡਿਕਲੇਅਰਸ ਆਰਡਰਸ ਜਿਹੜਾ ਵਰਕ ਕੀਤਾ ਜਾਂਦਾ ਹੈ ਸਾਰਾ ਇਹ ਲੈਂਡ ਰੈਵਨਿਊ ਐਕਟ ਦੇ ਤਹਿਤ, ਟੈਨੈਂਸੀ ਐਕਟ ਦੇ ਤਹਿਤ ਚੈਪਟਰ 9 ਅਸੀਂ ਪੜ੍ਹ ਕੇ ਗਏ ਲੈਂਡ ਰੈਵਨਿਊ ਐਕਟ ਦੇ ਵਿੱਚ ਪਾਰਟੀਸ਼ਨ ਕੀਤੀ ਜਾਂਦੀ ਹੈ। ਪਾਰਟੀਸ਼ਨ ਦੇ ਪਾਵਰਾਂ ਹੁੰਦੀਆਂ ਅਸਿਸਟੈਂਟ ਕਲੈਕਟਰ ਨੂੰ 110 ਤੋਂ ਲੈ ਕੇ 126 ਅਸੀਂ ਸੈਕਸ਼ਨ ਪੜ੍ਹੇ ਸੀਗੇ। ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਸੈਕਸ਼ਨ 10 ਵੀ ਹੈਗਾ। ਗਵਰਨਮੈਂਟ ਡਿਟਰਮਿਨ ਦਾ ਫੰਕਸ਼ਨਸ ਆਫ ਦਾ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਸੈਕੰਡ ਗ੍ਰੇਡ ਰੂਲ ਬਣਾਏ ਗਏ ਨੇ, ਉਹਦੇ ਵਿੱਚ ਸਾਨੂੰ ਪਾਵਰਾਂ ਹੈਗੀਆਂ ਬਹੁਤ ਸਾਰੀਆਂ। ਇਫ ਨਾਟ ਮੈਂਸ਼ਨ ਇਨ ਦਾ ਐਕਟ ਟੈਨੈਂਸੀ ਐਕਟ ਕੀ ਹੈ ਜਿਵੇਂ ਅਸੀਂ ਪੜ੍ਹ ਕੇ ਗਏ ਹਾਂ, ਟੈਨੈਂਸੀ ਐਕਟ ਵੀ ਪੜ੍ਹਿਆ ਸੀਗਾ। ਫਾਈਨ 500 ਰੁਪਏ ਤੱਕ ਦਾ ਜਿਹੜੇ ਕੇਸ ਨੇ ਤਹਿਸੀਲਦਾਰ ਨੇ ਦੇਖਣੇ ਨੇ। 500 ਰੁਪਏ ਤੋਂ ਉੱਪਰ 1000 ਰੁਪਏ ਤੱਕ ਦੇ ਜਿਹੜੇ ਕੇਸ ਨੇ ਟੈਨੈਂਸੀ ਐਕਟ ਦੇ ਜੋ ਤਹਿਸੀਲਦਾਰ ਸੁਣੇਗਾ, ਉਸ ਤੋਂ ਵੱਧ ਜਿਹੜੇ ਕੇਸ ਹੈਗੇ ਕਲੈਕਟਰ ਵੱਲੋਂ ਸੁਣੇ ਜਾਂਦੇ ਨੇ। ਕਲੈਕਟਰ ਵੱਲੋਂ ਏਸੀ ਕਲੈਕਟਰ, ਅਸਿਸਟੈਂਟ ਕਲੈਕਟਰ ਵੱਲੋਂ ਟੈਨੈਂਸੀ ਐਕਟ ਦੇ ਜਿਹੜੇ ਕਿਰਾਏ ਨੇ ਵਧਾਏ ਘਟਾਏ ਜਾ ਸਕਦੇ ਨੇ। ਰੈਂਟ ਦੀ ਇਨਹਾਂਸਮੈਂਟ ਕੀਤੀ ਜਾਂਦੀ ਹੁੰਦੀ ਹੈ। ਠੀਕ ਹੈ, ਕਿਰਾਇਆ ਲੈਂਡਲੋਰਡ ਤੇ ਟੈਨੈਂਟ ਦੇ ਜਿਹੜੇ ਡਿਸਪਿਊਟ ਨੇ ਉਹ ਵੀ ਕੀਤੇ ਜਾਂਦੇ। ਫਿਰ ਇੰਪਰੂਵਮੈਂਟ ਦੇ ਸੰਬੰਧ 'ਚ ਕੋਈ ਡਿਸਪਿਊਟ ਆਉਂਦਾ ਹੈ ਉਹ ਵੀ ਜਿਹੜਾ ਅਸਿਸਟੈਂਟ ਕਲੈਕਟਰ ਵੱਲੋਂ ਸਾਈਡ ਕੀਤੇ ਜਾਂਦੇ ਆ। 254 'ਚ ਹੈ ਇਨਕੁਆਇਰੀਜ਼ ਬਾਈ ਦਾ ਸਬਆਰਡੀਨੇਟ ਆਫੀਸਰਸ। ਇਹ ਕਿਹਾ ਗਿਆ ਜਦੋਂ ਕਿਸੇ ਸੁਪੀਰੀਅਰ ਕੋਰਟ ਦੇ ਵਿੱਚ ਕੋਈ ਦਾਅਵਾ ਚੱਲ ਰਿਹਾ ਹੋਵੇ, ਕਿਸੇ ਕਮਿਸ਼ਨਰ ਦੀ ਕੋਰਟ ਚੱਲ ਰਿਹਾ ਹੋਵੇ, ਡੀਸੀ ਦੀ ਕੋਰਟ ਚੱਲ ਰਿਹਾ ਹੋਵੇ, ਐਫਸੀਆਰ ਦੀ ਕੋਰਟ 'ਚ ਕੋਈ ਦਾਅਵਾ ਚੱਲ ਰਿਹਾ ਹੋਵੇ, ਤਾਂ ਜੇ ਕਿਤੇ ਕਿਸੇ ਇਨਕੁਆਇਰੀ ਦੀ ਲੋੜ ਪੈਂਦੀ ਹੈ, ਕਿਤੇ ਮੌਕਾ ਦੇਖਣਾ ਹੈਗਾ, ਤਾਂ ਉਹਨਾਂ ਆਫੀਸਰਸ ਵੱਲੋਂ ਆਪਣੇ ਕਿਸੇ ਸਬਆਰਡੀਨੇਟ ਨੂੰ ਨਿਯੁਕਤ ਕੀਤਾ ਜਾ ਸਕਦਾ। ਰੈਵਨਿਊ ਆਫੀਸਰ ਨੂੰ ਨਿਯੁਕਤ ਕੀਤਾ ਕਰਕੇ ਰੈਫਰ ਕਰਕੇ ਆਰਡਰ ਕੀਤਾ ਜਾਂਦਾ ਹੈ ਵੀ ਇਸ ਕੇਸ ਦੇ ਸੰਬੰਧ ਵਿੱਚ ਮੌਕਾ ਦੇ ਕੇ ਮੈਨੂੰ ਰਿਪੋਰਟ ਕੀਤੀ ਜਾਵੇ। ਠੀਕ ਹੈ, ਦੈਨ ਹੈਗਾ ਐਕਸਕਲੂਜਨ ਆਫ ਦਾ ਜੁਰਿਸਡਿਕਸ਼ਨ ਆਫ ਦਾ ਸਿਵਲ ਕੋਰਟ। ਇਹ ਜਿਹੜਾ ਪੈਰਾ 255 ਹੈਗਾ ਲੈਂਡ ਰੈਵਨਿਊ ਐਕਟ ਪੜ੍ਹਿਆ ਸੀ ਤੁਸੀਂ, ਸੈਕਸ਼ਨ 158 ਹੈ, ਜਿੱਥੇ ਸਿਵਲ ਕੋਰਟਾਂ ਜਿਹੜੀਆਂ ਹੈਗੀਆਂ ਰੈਵਨਿਊ ਕੋਰਟਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੀਆਂ ਹੈਗੀਆਂ, ਉਹਨਾਂ ਨੂੰ ਬਾਹਰ ਕੀਤਾ ਗਿਆ, ਐਕਸਕਲੂਡ ਕੀਤਾ ਗਿਆ ਰੈਵਨਿਊ ਮਾਮਲਿਆਂ ਦੇ ਵਿੱਚ। ਇੱਥੇ 255 ਹੈ, ਤੁਸੀਂ ਯਾਦ ਰੱਖਣਾ ਹੈ ਇਹ ਵਾਲਾ ਪੈਰਾ 255 LAM ਦੇ ਵਿੱਚ। ਤੇ ਜੇ ਲੈਂਡ ਰੈਵਨਿਊ ਐਕਟ ਵਿੱਚ ਕੁਐਸਚਨ ਆਉਂਦਾ ਹੈ ਤਾਂ ਤੁਸੀਂ ਪੈਰਾ ਲਿਖਣਾ ਹੈ, ਲੈਂਡ ਰੈਵਨਿਊ ਐਕਟ ਸੈਕਸ਼ਨ ਲਿਖਣੀ ਹੈ 158। ਠੀਕ ਹੈ ਜੀ, ਸਿਵਲ ਕੋਰਟਾਂ ਦਖਲਅੰਦਾਜ਼ੀ ਨਹੀਂ ਕਰਦੀਆਂ। ਫਿਰ ਹੈਗਾ 256 ਐਗਜੀਕਿਊਸ਼ਨ ਬਾਈ ਰੈਵਨਿਊ ਆਫੀਸਰਸ ਆਫ ਸਰਟਨ ਆਰਡਰਸ ਆਫ ਦਾ ਸਿਵਲ ਕੋਰਟਸ। ਜਦੋਂ ਸਾਡੇ ਕੋਲੇ ਜੀ ਸਰ ਥੋੜਾ ਪੈਰੇ ਦਾ ਫਰਕ ਆ ਸਾਡੇ ਕੋਲ ਜਿਹੜੀ ਬੁੱਕ ਆ, ਇਹ ਜਿਹੜਾ ਤੁਸੀਂ 253 ਪੜਾਇਆ ਐਕਸਕਲੂਜਨ ਆਫ ਜੁਰਿਸਡਿਕਸ਼ਨ। ਯਾਰ ਪਤਾ ਕੀ ਹੈ, ਮੇਰੀ ਜਿਹੜੀ ਬੁੱਕ ਸੀਗੀ ਨਾ, ਅਸਲ 'ਚ ਮੇਰੀ ਬੁੱਕ ਕਿਸੇ ਨੇ ਲੈ ਲਈ ਸੀਗੀ, ਮੈਨੂੰ ਬੁੱਕ ਵਾਪਸ ਨਹੀਂ ਮਿਲੀ ਹੈਗੀ। ਮੈਂ ਇਹ ਪ੍ਰਿੰਟ ਲਿਆ ਹੈਗਾ ਉਹਦੇ ਤੋਂ ਆਪਣਾ ਨੈਟ ਤੋਂ ਲਿਆ ਹੈਗਾ, ਮੈਂ ਉਹਦੇ ਬੇਸ ਤੇ ਪੜ੍ਹਾ ਰਿਹਾ। ਤੁਸੀਂ ਆਪਣੇ ਆਪ ਨੂੰ ਕਰੈਕਟ ਕਰ ਲਿਓ ਪਲੀਜ਼। ਠੀਕ ਹੈ, ਜਿਹੜਾ ਸਾਡੇ ਵਾਲਾ ਤੁਸੀਂ ਸਮਾਨ ਵੀ ਹੈ ਸਾਡੇ ਕੋਲ। ਮੈਂ ਉਹੀ ਕਹਿੰਦਾ, ਤੁਸੀਂ ਮੈਂ ਬੁੱਕ ਤੋਂ ਨਹੀਂ ਪੜ੍ਹਾ ਰਿਹਾ, ਮੈਂ ਤਾਂ ਨੈਟ ਤੋਂ ਲੈ ਕੇ ਮੇਰੀ ਬੁੱਕ ਮੈਨੂੰ ਨਹੀਂ ਲੱਭੀ ਹੈਗੀ ਅਚਾਨਕ, ਤੇ ਫਿਰ ਮੈਨੂੰ ਐਮਰਜੈਂਸੀ ਦੇ ਵਿੱਚ ਮੈਨੂੰ ਨੈਟ ਤੋਂ ਇਹ ਜਿਹੜਾ ਹੈਗਾ ਪ੍ਰਿੰਟ ਆਊਟ ਲੈ ਕੇ ਮੈਨੂੰ ਸਟੱਡੀ ਕਰਨੀ ਪੈ ਰਹੀ ਸੀਗੀ ਤੇ ਮੈਂ ਉਹ ਪੜ੍ਹਿਆ ਸੀਗਾ। ਤੁਸੀਂ ਆਪਦੇ ਆਪ ਨੂੰ ਕਰੈਕਟ ਕਰ ਲਿਓ, ਜੇ ਮੈਂ ਕਿਤੇ ਗਲਤ ਬੋਲ ਰਿਹਾ ਨਾ ਤਾਂ ਤੁਸੀਂ ਬੁੱਕ ਦੇ ਐਜ਼ ਪਰ ਬੁੱਕ ਤੁਸੀਂ ਉਹਨੂੰ ਸਹੀ ਕਰ ਲੈਣਾ ਪਲੀਜ਼। ਠੀਕ ਹੈ ਜੀ। ਨਹੀਂ ਸਰ, ਤੇ ਅਸੀਂ ਤਾਂ ਇਸ ਕਰਕੇ ਨਹੀਂ ਕਰ ਰਹੇ ਕਿ ਸਰ ਪਹਿਲਾਂ ਠੀਕ ਲਿਖੋ ਜਾਂ ਸਾਡੇ ਕੋਲੋਂ ਆਹ ਗੱਲ ਹੈ ਇਸ ਕਰਕੇ। ਹਾਂ, ਤੁਸੀਂ ਮੇਰੀ ਜਿਹੜੀ ਪ੍ਰਿੰਟ ਹੈ ਗਲਤ ਹੋਵੇ, ਤੁਸੀਂ ਬੁੱਕ ਦੇ ਐਜ਼ ਪਰ ਬੁੱਕ ਤੁਸੀਂ ਪਹਿਲਾਂ ਸਹੀ ਦਿਓ। ਠੀਕ ਹੈ, ਹਾਂ। then 255 ਐਕਸਕਲੂਜਨ ਆਫ ਪੜ੍ਹ ਚੁੱਕੇ ਹਾਂ। 158 ਹੈ ਲੈਂਡ ਰੈਵਨਿਊ ਐਕਟ ਦੀ ਹੈ, ਇਹ ਤਾਂ ਤੁਹਾਨੂੰ ਸ਼ਾਇਦ ਸਾਰਿਆਂ ਨੂੰ ਜਵਾਨੀ ਯਾਦ ਹੋਵੇਗਾ। 158 'ਚ ਬਹੁਤ ਲੰਮੀ ਚੌੜੀ ਲਿਸਟ ਦਿੱਤੀ ਗਈ ਹੈਗੀ ਹੈ ਵੀ ਕਿਹੜੇ ਕਿਹੜੇ ਕੇਸਾਂ ਦੇ ਵਿੱਚ ਓਨਲੀ ਪਾਵਰਸ ਵਿਦ ਦਾ ਰੈਵਨਿਊ ਆਫੀਸਰਸ, ਨਾਟ ਪਾਵਰਸ ਵਿਦ ਦਾ ਸਿਵਲ ਕੋਰਟ ਨਹੀਂ ਦਖਲਅੰਦਾਜ਼ੀ ਕਰਦੀਆਂ। ਇੱਥੇ ਜਿਹੜਾ ਪਹਿਰਾ ਇਹ ਤੁਹਾਡਾ ਦਿੱਤਾ ਗਿਆ ਹੈ ਲੈਂਡ ਰੈਵਨਿਊ LAM ਦੇ ਵਿੱਚ। Yes, please. हाँ जी।
ਨੈਕਸਟ ਹੈ 256 ਐਗਜ਼ੀਕਿਊਸ਼ਨ ਆਫ ਦਾ ਰੈਵਨਿਊ ਆਫੀਸਰਸ ਸਰਟਨ ਆਰਡਰ ਸਿਵਲ ਕੋਡ। ਆਪਾਂ ਗੱਲ ਕਰ ਰਹੇ ਹਾਂ, ਬਹੁਤ ਵਾਰੀ ਗੱਲ ਕੀਤੀ ਹੈਗੀ ਆ, ਜਦੋਂ ਕਿਤੇ ਕਿਸੇ ਸਿਵਲ ਕੋਡ ਦਾ ਜਿਹੜਾ ਆਰਡਰ ਹੈਗਾ ਸਾਡੇ ਰੈਵਨਿਊ ਕੋਰਟਾਂ ਵਿੱਚ ਆਉਂਦਾ ਐਗਜ਼ੀਕਿਊਸ਼ਨ ਦੀ ਖਾਤਰ, ਜੇ ਉਹ ਅਟੈਚਮੈਂਟ ਦਾ ਆਰਡਰ ਹੋਵੇ, ਜੇ ਉਹ ਸੇਲ ਦਾ ਆਰਡਰ ਹੁੰਦਾ ਹੈ, ਤਾਂ ਅਸੀਂ ਕੀ ਗੱਲ ਕਰਦੇ ਹਾਂ, ਤਾਂ ਲੈਂਡ ਰੈਵਨਿਊ ਰੂਲਸ ਸੈਕਸ਼ਨ 40 ਰੂਲ 47 ਤੋਂ ਲੈ ਕੇ 50 ਦੇ ਅਧੀਨ ਕੰਮ ਕਰਦੇ ਹੈਗੇ ਆ। ਲੈਂਡ ਰੈਵਨਿਊ ਐਕਟ ਦੇ ਵਿੱਚ 141 ਜਿਹੜਾ ਹੈਗਾ ਦਿੱਤਾ ਗਿਆ ਹੈਗਾ, ਸੈਕਸ਼ਨ ਦਿੱਤਾ ਗਿਆ ਲੈਂਡ ਰੈਵਨਿਊ ਐਕਟ ਦੇ ਵਿੱਚ। Civil or criminal court issue attachment, sale, delivery of the land be executed through the collector revenue। collector ਕੋਲ ਭੇਜੇ ਜਾਂਦੇ ਨੇ ਆਰਡਰ, ਜਾਂ ਡਾਇਰੈਕਟਲੀ ਤਹਿਸੀਲਦਾਰ ਕੋਲ ਵੀ ਆ ਜਾਂਦੇ ਨੇ, ਰੈਵਨਿਊ ਆਫੀਸਰ ਕੋਲ ਵੀ ਆ ਜਾਂਦੇ ਨੇ। ਫਿਰ ਰੈਵਨਿਊ ਆਫੀਸਰ ਵੱਲੋਂ as per the order sent by the ਜੁਡੀਸ਼ੀਅਲ ਕੋਰਟ ਜਿਹੜਾ ਉਹਦੀ ਐਗਜ਼ੀਕਿਊਸ਼ਨ ਕੀਤੀ ਜਾਂਦੀ ਹੈ, ਤੇ ਨਾਲ ਹੀ ਨਾਲ ਜਿਹੜਾ ਹੈਗਾ ਆਪਣੇ ਵੱਲੋਂ ਜਿਹੜੇ ਪੂਰੇ ਹੈਗੇ ਜਿਹੜੇ ਇਹ ਐਕਟ ਹੈਗੇ ਇਹਨਾਂ ਦੀ ਪਾਲਣਾ ਵੀ ਕੀਤੀ ਜਾਂਦੀ ਹੈ। FCR ਦਾ ਜਿਹੜਾ ਸਟੈਂਡਿੰਗ ਆਰਡਰ ਤੁਸੀਂ ਪੜ੍ਹਿਆ ਹੋਏਗਾ, ਯਾਦ ਹੋਗਾ ਸ਼ਾਇਦ ਤੁਹਾਨੂੰ, FCR ਦੇ ਸਟੈਂਡਿੰਗ ਆਰਡਰ ਸੀਗੇ 64। CPS ਦੇ ਵਿੱਚ ਵੀ ਇੱਕ ਹੈਗਾ ਜਿਹੜਾ ਇਹਦੇ ਵਿੱਚ ਆਰਡਰ ਹੈਗਾ 21 ਹੈਗਾ, CPS ਦੇ ਵਿੱਚ ਆਰਡਰ 21 ਹੈ, ਤੇ FCR ਦੇ ਸਟੈਂਡਿੰਗ ਆਰਡਰ 64 ਹੈਗੇ ਆ, ਤੇ ਲੈਂਡ ਰੈਵਨਿਊ ਐਕਟ ਹੈ 47 ਤੋਂ 50 ਤੱਕ ਦੇ ਪਹਿਰੇ ਬਣਦੇ ਆ ਉਹਦੇ ਵਿੱਚ, ਤੇ ਲੈਂਡ ਰੈਵਨਿਊ ਰੂਲ ਦੇ ਵਿੱਚ 47 ਤੋਂ 50 ਪਹਿਰੇ ਹੈਗੇ ਆ, ਤੇ ਜਿਹੜਾ ਸਾਡਾ ਲੈਂਡ ਰੈਵਨਿਊ ਐਕਟ ਹੈ ਉਹਦੇ ਵਿੱਚ ਸੈਕਸ਼ਨ 141 ਹੈ, ਜਿਹਦੇ ਵਿੱਚ ਇਹ ਸਾਰਾ ਹਾਊ ਟੂ ਐਗਜ਼ੀਕਿਊਟ ਦਾ ਆਰਡਰਸ ਆਫ ਦਾ ਸਿਵਲ ਕੋਰਟ, ਅਸੀਂ ਕਿਵੇਂ ਕਿਵੇਂ ਕਾਰਵਾਈ ਕਰਨੀ ਹੈ। ਠੀਕ ਹੈ ਜੀ, ਉਹਦੇ ਮੁਤਾਬਕ ਅਸੀਂ ਕਾਰਵਾਈ ਕਰਦੇ ਹਾਂ। ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਪ੍ਰੈਕਟੀਕਲ ਨੌਲੇਜ ਹੈਗੀ ਹੈ, ਜਿਵੇਂ ਜਿਵੇਂ ਤੁਸੀਂ ਕਰਦੇ ਹੋ ਖੇਤਾਂ 'ਚ ਅਕਸਰ ਤੁਸੀਂ ਜਾਂਦੇ ਰਹਿੰਦੇ ਹੋ ਇਹਨਾਂ ਦੀ ਪਾਲਣਾ ਖਾਤਰ। ਫਿਰ ਹੈਗਾ 257 ਫੰਕਸ਼ਨਸ ਆਫ ਦਾ ਕਲੈਕਟਰਸ ਅੰਡਰ ਸੈਕਸ਼ਨ 72 ਕੀ ਹੈ, ਅਟੈਚਮੈਂਟ ਹੁੰਦੀ ਹੈ। CPC ਦੇ ਤਹਿਤ ਅਸੀਂ ਜਦੋਂ ਕਦੇ ਅਟੈਚਮੈਂਟ ਕਰਦੇ ਹਾਂ ਪ੍ਰੋਪਰਟੀ ਦੀ, ਸਾਡਾ ਜਿਹੜਾ ਸੈਕਸ਼ਨ ਹੈ ਉਹ ਲੈਂਡ ਰੈਵਨਿਊ ਐਕਟ ਦਾ ਸੈਕਸ਼ਨ 72 ਹੈਗਾ। ਠੀਕ ਹੈ, ਅਟੈਚਮੈਂਟ ਕਰਨ ਵਾਲੇ ਵੀ ਅਸੀਂ ਇਹ ਜਿਹੜੇ ਲਾਅ ਸਾਡੇ ਹੈਗੇ ਨੇ, ਲੈਂਡ ਰੈਵਨਿਊ ਐਕਟ ਸੈਕਸ਼ਨ 72 ਹੈ, FCR ਦੇ ਸਟੈਂਡਿੰਗ ਆਰਡਰ ਹੈ 64 ਹੈ। ਠੀਕ ਹੈ, ਡਿਗਰੀ ਦੀ ਪਾਲਣਾ ਵਾਸਤੇ ਜਦੋਂ ਕੁਝ ਗੁਜ਼ਾਰੇ ਦੇ ਲਈ ਜਿਹੜੀ ਫਸਲ ਸਾਨੂੰ ਛੱਡੀ ਜਾਂਦੀ ਹੈ, ਆਪਾਂ ਪਹਿਲਾਂ ਪੜ੍ਹ ਕੇ ਗਏ ਹਾਂ, ਜਦੋਂ ਕਿਤੇ ਅਟੈਚਮੈਂਟ ਕਰਨੀ ਹੈ, ਅਸੀਂ ਕਿਸੇ ਫਸਲ ਅਟੈਚ ਕਰਨੀ ਹੈ, ਕਿਸੇ ਦੀ ਮਾਲਕ ਉਹਦੀ ਕਿਸਾਨ ਦੀ ਫਸਲ ਅਟੈਚ ਕਰਨੀ ਹੈ, ਤਾਂ ਕੀ ਦੇਖਣਾ ਹੁੰਦਾ ਹੈ, ਉਹਦੇ ਜਿਹੜੇ ਸੰਦ ਹੁੰਦੇ ਨੇ, ਖੇਤੀਬਾੜੀ ਦੇ ਸੰਦ, ਟਰੈਕਟਰ ਵਗੈਰਾ ਕੋਈ ਚੌਂਆਂ ਹੈਗੀਆਂ ਨੇ, ਹਲ ਹੈਗੇ ਨੇ, ਉਹ ਅਸੀਂ ਅਟੈਚ ਨਹੀਂ ਕਰ ਸਕਦੇ। ਤੇ ਫਿਰ ਉਹਦੇ ਨਾਲ ਦਾ ਜਿਹੜਾ ਖੇਤ ਹੈਗਾ, ਕੋਈ ਜਿੱਥੇ ਉਹ ਰਹਿੰਦਾ ਹੈਗਾ ਉਹਦੇ ਨਾਲ ਦੀ ਕੋਈ ਹੋਰ ਬਿਲਡਿੰਗ ਜਿੱਥੇ ਉਹਦੇ ਕੋਈ ਡੰਗਰ ਪਸ਼ੂ ਰੱਖੇ ਜਾਂਦੇ ਨੇ, ਜਾਂ ਨੀਰਾ ਤੂੜੀ ਵਗੈਰਾ ਰੱਖੀ ਜਾਂਦੀ ਹੈ, ਜਾਂ ਉਹਦੇ ਕੋਈ ਨੌਕਰ ਰਹਿੰਦੇ ਆ, ਠੀਕ ਹੈ, ਜਾਂ ਉਹਦੇ ਖਾਣ ਦੇ ਲਈ ਦਾਣੇ, ਘਰ ਦੇ ਲਈ ਅਗਲੀ ਫਸਲ ਤੇ ਆਉਣ ਤੱਕ ਉਹਨੇ ਦਾਣੇ ਵੀ ਛੱਡਣੇ ਪੈਂਦੇ ਆ, ਡੰਗਰਾਂ ਦੇ ਲਈ ਚਾਰਾ ਵਗੈਰਾ। ਠੀਕ ਹੈ, ਇਹ ਤੁਸੀਂ ਸਾਰਾ ਉਹਨਾਂ 'ਚੋਂ ਆਪਾਂ ਬਹੁਤ ਵਾਰੀ ਪੜ੍ਹਿਆ ਹੈਗਾ, ਇਹ ਉਹਦੇ ਮੁਤਾਬਕ ਅਸੀਂ ਜਿਹੜੀ ਕਾਰਵਾਈ ਕਰਦੇ ਹੈਗੇ ਆ। ਪ੍ਰੋਸੀਜਰ ਆਫ ਦਾ ਰੈਵਨਿਊ ਆਫੀਸਰਸ, ਰੈਵਨਿਊ ਆਫੀਸਰ ਨੇ ਕੀ ਪ੍ਰੋਸੀਜਰ ਅਡਾਪਟ ਕਰਨੇ ਹੁੰਦੇ ਜਦੋਂ ਕੋਈ ਕਾਰਵਾਈ ਕਰੀ ਜਾਂਦੀ ਹੈ, ਤਾਂ ਅਸੀਂ ਸਭ ਤੋਂ ਪਹਿਲਾਂ ਸਾਡੀ ਲੈਂਡ ਰੈਵਨਿਊ ਐਕਟ ਦੇ ਤਹਿਤ ਜਦੋਂ ਕੋਈ ਕੰਮ ਕਰਦੇ ਹਾਂ ਤਾਂ ਸਮਨਿੰਗ ਆ ਜਾਂਦੀ ਹੈ। ਲੈਂਡ 18 ਤੋਂ 23 ਜਿਹੜੇ ਸੈਕਸ਼ਨ ਹੈਗੇ ਆ, ਸਮਨਿੰਗ ਕਰਦੇ ਹਾਂ। ਜੇ ਕੋਈ ਆਰਬਿਟ੍ਰੇਸ਼ਨ ਦੀ ਗੱਲ ਆ ਜਾਂਦੀ ਹੈ, ਫਿਰ ਸਾਡੇ 127 ਤੋਂ ਲੈ ਕੇ 135 ਜਿਹੜੇ ਹੈਗੇ ਆ ਰੂਲ ਹੈਗੇ ਆ, ਸੈਕਸ਼ਨ ਨੇ 127 ਤੋਂ 135 ਲੈਂਡ ਰੈਵਨਿਊ ਐਕਟ ਦੇ 152 ਦੇ ਵਿੱਚ ਹੈਗਾ, ਕਾਸਟ ਆਫ ਦਾ ਕੋਡ ਰੈਵਨਿਊ ਆਫੀਸਰ ਕੋਲ ਅਧਿਕਾਰ ਹੈਗਾ ਵੀ ਕਿਹੜੇ ਵਿਅਕਤੀ ਨੂੰ ਕਾਸਟ ਪਾਣੀ ਹੈ, ਦਾਵਾ ਪਾਉਣ ਵਾਲੇ ਨੂੰ ਪਾਣੀ ਹੈ, ਜਾਂ ਜਿਹਦੇ ਅਗੇਂਸਟ ਦਾਵਾ ਹੋਇਆ ਉਹਨੂੰ ਪਾਣੀ ਹੈ, ਜਾਂ ਫਿਰ ਪ੍ਰੋਪੋਰਸ਼ਨਲੀ ਪਾਣੀ ਹੈ, ਅੱਧੀ ਪਾਣੀ ਹੈ ਉਸ ਦੇ ਖਰਚੇ ਦੀ, ਦਾਅਵੇ ਦੀ। ਆਰਬਿਟ੍ਰੇਸ਼ਨ ਦੀ ਗੱਲ ਦੁਬਾਰਾ ਫਿਰ ਚੱਲ ਰਹੀ ਹੈ ਇਹਦੇ ਵਿੱਚ 259 ਦੇ ਵਿੱਚ, ਜਿੱਥੇ ਕਿਤੇ ਆਰਬਿਟ੍ਰੇਸ਼ਨ ਕੀ ਹੁੰਦੀ ਹੈ, ਬਹੁਤ ਵਾਰੀ ਪੜ੍ਹਿਆ ਪਹਿਲਾਂ। ਆਰਬਿਟ੍ਰੇਸ਼ਨ ਜੋ ਕੋਈ ਸਮਝੌਤਾ ਬਾਹਰ ਦੀ ਬਾਹਰ ਕਰਵਾਉਣਾ ਹੋਵੇ ਅਦਾਲਤ ਨੂੰ ਲੱਗਦਾ ਹੋਵੇ ਵੀ ਇੱਥੇ ਕੋਰਟ ਦੇ ਵਿੱਚ ਆ ਕੇ ਬਹੁਤ ਲੰਮਾ ਸਮਾਂ ਲੱਗੇਗਾ, ਇਹ ਜਿਹੜਾ ਪਾਰਟੀਆਂ ਦਾ ਜਿਹੜਾ ਡਿਸਪਿਊਟ ਹੈ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ, ਇਹ ਕੋਈ ਮੀਡੀਏਟਰ ਵਿਚਕਾਰ ਪਾ ਕੇ, ਕੋਈ ਸਾਲਸ ਪਾ ਕੇ ਇਸ ਨੂੰ ਜਿਹੜਾ ਹੈਗਾ ਸੁਲਝਾਇਆ ਜਾ ਸਕਦਾ ਹੈ। ਤਾਂ ਜਿਹੜਾ ਕੇਸ ਹੈਗਾ ਆਰਬਿਟ੍ਰੇਟਰ ਨੂੰ ਭੇਜਿਆ ਜਾ ਸਕਦਾ ਤਹਿਸੀਲਦਾਰ ਵੱਲੋਂ। ਜੇ ਕਿਤੇ AC ਫਸਟ ਗ੍ਰੇਡ ਤੇ AC ਸੈਕੰਡ ਗ੍ਰੇਡ ਨੇ ਕਿਸੇ ਕੇਸ ਨੂੰ ਕਿਸੇ ਆਰਬਿਟ੍ਰੇਟਰ ਕੋਲ ਭੇਜਣਾ ਹੁੰਦਾ ਹੈ, ਤਾਂ ਉਹਦੇ ਵਿੱਚ ਜਿਹੜੀ ਕੰਸੈਂਟ ਲਈ ਜਾਂਦੀ ਹੈ ਪਾਰਟੀਆਂ ਦੀ। ਪਰ ਜੇ ਕਿਤੇ ਕਲੈਕਟਰ ਚਾਹੇ ਕਿਸੇ ਆਰਬਿਟ੍ਰੇਟਰ ਕੋਲ ਕੇਸ ਨੂੰ ਭੇਜਣਾ, ਉਹਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੋਵੇ, ਤਾਂ ਕਲੈਕਟਰ ਨੂੰ ਪਾਰਟੀਆਂ ਦੀ ਕੰਸੈਂਟ ਲੈਣ ਦੀ ਲੋੜ ਨਹੀਂ ਹੁੰਦੀ। ਲੀਗਲ ਪ੍ਰੈਕਟੀਸ਼ਨਰ ਐਕਟ ਦੇ ਤਹਿਤ ਜਿਹੜਾ ਕੋਈ ਵਿਅਕਤੀ ਕੋਲ ਪਾਵਰਾਂ ਹੁੰਦੀਆਂ ਨੇ, ਉਹ ਜਿਹੜੀ ਇਲੈਕਟਿਵ ਪ੍ਰੈਕਟਿਸ ਦੇ ਲੀਗਲ ਅਥਾਰਟੀ ਲੈ ਕੇ ਕਿਸੇ ਵਿਅਕਤੀ ਦੀ ਜਿਹੜੀ ਕੇਸ ਦੀ ਕਾਰਵਾਈ ਹੈਗੀ ਸਿਵਲ ਰੈਵਨਿਊ ਕੋਰਟਾਂ ਦੇ ਵਿੱਚ ਕਰ ਸਕਦਾ ਹੈਗਾ। ਐਡਮਿਨਿਸਟ੍ਰੇਟਿਵ ਕੰਟਰੋਲ ਅਸੀਂ ਪਹਿਲਾਂ ਵੀ ਪੜ੍ਹਿਆ ਹੈਗਾ, ਪਰ ਕਮਿਸ਼ਨ ਦਾ ਜਿਵੇਂ ਕਿ ਆਪਾਂ ਗੱਲ ਕਰ ਲਿਆ, ਆਲ ਦਾ ਰੈਵਨਿਊ ਆਫੀਸਰਸ
ਜਿੰਨੇ ਵੀ ਰੈਵਨਿਊ ਆਫਿਸਰ ਹੁੰਦੇ ਆ, ਏਸੀ ਫਸਟ ਹੁੰਦੇ ਆ, ਏਸੀ ਸੈਕੰਡ ਹੁੰਦੇ ਆ, ਉਹ ਡਿਸਟ੍ਰਿਕਟ ਕਲੈਕਟਰ ਦੇ ਕੰਟਰੋਲ 'ਚ ਕੰਮ ਕਰਦੇ ਆ। ਤੇ ਇਸੇ ਤਰੀਕੇ ਜਿਹੜੇ ਜਿੰਨੇ ਵੀ ਕਲੈਕਟਰ ਹੈ ਜਾਂ ਥੱਲੇ ਅਸਿਸਟੈਂਟ ਕਲੈਕਟਰ ਹੈ, ਉਹ ਸਾਰੇ ਡਿਵੀਜ਼ਨ ਦੇ ਕੰਟਰੋਲ 'ਚ, ਪੂਰੀ ਡਿਵੀਜ਼ਨ ਵਾਲੇ ਕਮਿਸ਼ਨਰ ਦੇ ਕੰਟਰੋਲ 'ਚ ਕੰਮ ਕਰਦੇ ਆ। ਇਸ ਤਰੀਕੇ ਜਿੰਨੇ ਵੀ ਸਾਡੇ ਰੈਵਨਿਊ ਆਫਿਸਰਸ, ਚਾਹੇ ਉਹ ਏਸੀ ਫਸਟ ਹੋਵੇ, ਚਾਹੇ ਸੈਕੰਡ ਹੋਵੇ, ਚਾਹੇ ਕਲੈਕਟਰ ਹੋਵੇ, ਚਾਹੇ ਚਾਹੇ ਕਮਿਸ਼ਨਰ ਹੋਵੇ, ਉਹ ਸਾਰੇ ਹੀ ਜਿਹੜੇ ਆਫਿਸਰਸ ਹੁੰਦੇ ਆ ਇਹ ਐਫਸੀਆਰ ਦੇ ਕੰਟਰੋਲ 'ਚ ਕੰਮ ਕਰਦੇ ਆ। ਐਫਸੀਆਰ ਦਾ ਜਿਹੜਾ ਫੁੱਲ ਕੰਟਰੋਲ ਪੂਰੇ ਪੰਜਾਬ ਦੇ ਉੱਪਰ ਹੁੰਦਾ ਹੈ। ਦੈਨ ਸੈਕਸ਼ਨ 262 ਰਿਵਿਊ ਆਫ ਦਾ ਆਰਡਰਸ। ਕਿਸੇ ਵੀ ਆਰਡਰ ਨੂੰ ਰਿਵਿਊ ਕਰਨ ਦੀ ਖਾਤਰ ਬਹੁਤ ਵਾਰੀ ਪੜ੍ਹਿਆ ਅਸੀਂ ਲੈਂਡ ਰੈਵਨਿਊ ਐਕਟ ਦੇ ਵਿੱਚ। ਇੱਥੇ ਤੁਹਾਡਾ ਇਹ ਪੈਰਾ ਹੈਗਾ 262 ਹੈ ਜਾਂ 3 ਹੈ, ਮੈਨੂੰ ਦੇਖ ਲੈਣਾ ਪਲੀਜ਼, ਹੈ ਨਾ। ਅਸੀਂ ਪੜ੍ਹਿਆ ਸੀ ਸੈਕਸ਼ਨ 15 ਪੜ੍ਹਿਆ ਸੀ, ਰਿਵਿਊ ਕੋਈ ਆਫਿਸਰ ਬਾय of the order ਨੂੰ by his own motion ਜਾਂ on the application of the party concerned order ਨੂੰ ਰਿਵਿਊ ਕਰ ਸਕਦਾ ਹੈਗਾ with the sanction of the ਜਿਹੜੀ ਉਹਦੀ ਹਾਇਰ ਅਥਾਰਟੀ ਹੈਗੀ ਆ, ਉਹ ਤੋਂ ਪਰਮਿਸ਼ਨ ਲੈ ਕੇ ਆਰਡਰ ਨੂੰ ਰਿਵਿਊ ਕੀਤਾ ਜਾ ਸਕਦਾ ਹੈਗਾ। ਰਿਵਿਊ ਕਰਕੇ ਆਰਡਰ ਨੂੰ ਚੇਂਜ ਵੀ ਕਰ ਸਕਦਾ ਹੈ, ਆਰਡਰ ਨੂੰ ਕਨਫਰਮ ਵੀ ਕਰ ਸਕਦਾ ਹੈ, ਆਰਡਰ ਨੂੰ ਮੋਡੀਫਾਈ ਵੀ ਕਰ ਸਕਦਾ ਹੈ। ਪਰ ਜੇ ਕੋਈ ਪਾਰਟੀ ਐਪਲੀਕੇਸ਼ਨ ਦੇਣਾ ਚਾਹੁੰਦੀ ਹੋਵੇ ਤਾਂ ਉਹ ਜਿਹੜੀ ਪਾਰਟੀ ਕੋਲ ਜਿਹੜਾ ਸਮਾਂ ਹੈਗਾ ਇਹਦੇ ਵਿੱਚ ਨਿਸ਼ਚਿਤ ਕੀਤਾ ਗਿਆ 90 ਡੇਜ਼ ਦੇ ਅੰਦਰ ਅੰਦਰ ਜਿਹੜੀ ਐਪਲੀਕੇਸ਼ਨ ਹੈ ਉਹ ਦਿੱਤੀ ਜਾਣੀ ਹੁੰਦੀ ਹੈ। ਡਿਟੇਲ 'ਚ ਤੁਸੀਂ ਪਹਿਲਾਂ 15 ਪੜ੍ਹ ਲਓਗੇ, ਸਾਰਾ ਠੀਕ ਹੈਗਾ, ਉਹਦੇ ਵਿੱਚ ਲਿਖਿਆ ਹੋਇਆ। ਅੱਗੇ ਰਿਵੀਜ਼ਨ ਦੀ ਗੱਲ, ਰਿਵੀਜ਼ਨ ਕੀ ਹੁੰਦੀ ਹੈ? ਰਿਵੀਜ਼ਨ ਜਦੋਂ ਕੋਈ ਕੇਸ ਚੱਲ ਰਿਹਾ ਹੁੰਦਾ ਕਿਸੇ ਕੋਰਟਾਂ ਦੇ ਵਿੱਚ, ਤਾਂ ਜਿਹੜੀ ਕਮਿਸ਼ਨਰ ਹੈ, ਕਲੈਕਟਰ ਹੈਗਾ, ਉਹਨਾਂ ਨੂੰ ਪਾਵਰ ਹੈ ਆਪਦੇ ਅਧੀਨ ਜਿਹੜੀ ਚੱਲ ਰਹੀਆਂ ਕੋਰਟਾਂ ਵਿੱਚ ਕੋਈ ਕੇਸ ਚੱਲ ਰਿਹਾ ਹੈਗਾ, ਠੀਕ ਹੈ, ਕੋਈ ਇੰਟਰਮ ਆਰਡਰ ਪਾਸ ਹੋਇਆ ਹੋਇਆ ਹੈ, ਤਾਂ ਉਸ ਕਿਸੇ ਫਾਈਲ ਨੂੰ ਮੰਗਵਾ ਕੇ ਜਿਹੜੀ ਕਮਿਸ਼ਨਰ ਹੈ ਜਾਂ ਕਲੈਕਟਰ ਹੈ ਉਹ ਫਾਈਲ ਨੂੰ ਮੰਗਾ ਕੇ ਆਪਣੇ ਅਧੀਨ ਆਫਿਸਰ ਦੀ ਫਾਈਲ ਨੂੰ ਮੰਗਾ ਕੇ ਚੈੱਕ ਕਰ ਸਕਦੇ ਨੇ, ਦੇਖ ਸਕਦੇ ਨੇ। ਜੇ ਕਿਤੇ ਉਹਨੂੰ ਲੱਗਦਾ ਵੀ ਜਿਹੜਾ ਹੈ ਜਿਹੜੀ ਕਾਰਵਾਈ ਹੈ ਇਹ ਸਹੀ ਨਹੀਂ ਚੱਲ ਰਹੀ ਹੈਗੀ, ਤਾਂ ਆਪਣੇ ਕਮੈਂਟਸ ਲਿਖ ਕੇ ਉਹ ਜਿਹੜੀ ਕਾਰਵਾਈ ਹੈਗੀ ਉਸ ਨੂੰ ਐਫਸੀਆਰ ਨੂੰ ਭੇਜ ਸਕਦੇ ਨੇ। ਇਹ ਤੁਸੀਂ ਪੜ੍ਹਿਆ ਸੀਗਾ ਲੈਂਡ ਰੈਵਨਿਊ ਐਕਟ ਦੇ ਸੈਕਸ਼ਨ 16 ਹੈਗਾ ਸੀ ਰਿਵੀਜ਼ਨ ਦੇ ਸੰਬੰਧ ਵਿੱਚ। ਦੈਨ ਹੈਗਾ ਅਪੀਲ। ਅਪੀਲ ਅਸਿਸਟੈਂਟ ਕਲੈਕਟਰ ਦੀ ਅਪੀਲ ਕਿੱਥੇ ਹੁੰਦੀ ਹੈ? ਕਲੈਕਟਰ ਕੋਲੇ ਹੁੰਦੀ ਹੈ। ਕਲੈਕਟਰ ਦੇ ਫੈਸਲੇ ਦੀ ਅਪੀਲ ਕਮਿਸ਼ਨਰ ਕੋਲੇ, ਕਮਿਸ਼ਨਰ ਦੇ ਫੈਸਲੇ ਦੀ ਅਪੀਲ ਜਿਹੜੀ ਹੁੰਦੀ ਹੈ ਉਹ ਐਫਸੀਆਰ ਕੋਲੇ ਹੁੰਦੀ ਹੈ। ਇਹ ਅਸੀਂ ਪੜ੍ਹਿਆ ਸੀਗਾ ਸੈਕਸ਼ਨ 13 ਪੜ੍ਹਿਆ ਸੀਗਾ ਲੈਂਡ ਰੈਵਨਿਊ ਐਕਟ ਦੇ ਵਿੱਚ, ਡਿਟੇਲ ਦਿੱਤਾ ਹੋਇਆ ਹੈਗਾ। ਪਰ ਕੁਝ ਅਮੈਂਡਮੈਂਟਸ ਵੀ ਜਿਹੜੀਆਂ ਹੋਈਆਂ ਨੇ ਉਹ ਵੀ ਤੁਸੀਂ ਕੰਸੀਡਰ ਕਰ ਲਿਓ, ਠੀਕ ਹੈ। ਲਿਮਿਟੇਸ਼ਨ ਆਫ ਅਪੀਲ ਕਿਹੜੀਆਂ ਹੁੰਦੀਆਂ ਸੀਗੀਆਂ? ਜਿਹੜੀ ਕਿ ਪਹਿਲੀ ਜਿਹੜੀ ਅਪੀਲ ਦਾ ਸਮਾਂ ਹੈਗਾ 30 ਦਿਨ ਨਿਸ਼ਚਿਤ ਕੀਤਾ ਗਿਆ, ਪਰ ਹੁਣ ਕੁਝ ਅਮੈਂਡਮੈਂਟ ਆਈਆਂ, ਉਹ ਤੁਸੀਂ ਮੈਂ ਤੁਹਾਨੂੰ ਦੱਸਿਆ ਸੀਗਾ ਐਕਟ ਦੇ ਵਿੱਚ, ਦੇਖ ਲੈਣਾ ਕਿਹੜੀ ਕਿਹੜੀ ਅਮੈਂਡਮੈਂਟ ਹੈਗੀ ਹੈ। 30 ਦਿਨ ਦਾ ਸਮਾਂ ਸੀਗਾ ਪਹਿਲੀ ਅਪੀਲ ਦਾ, ਦੂਜੀ ਅਪੀਲ ਦਾ 60 ਦਿਨ ਦਾ ਕਮਿਸ਼ਨਰ ਕੋਲੇ, ਜੇ ਐਫਸੀਆਰ ਕੋਲੇ ਜਾਣਾ ਹੈਗੀ ਅਪੀਲ ਦਾ ਜਿਹੜਾ ਹੈਗਾ 90 ਡੇਜ਼ ਦਾ ਸਮਾਂ ਦਿੱਤਾ ਗਿਆ ਹੈਗਾ। ਠੀਕ ਹੈ ਜੀ, ਆਪਾਂ ਇੱਥੇ ਜਿਹੜਾ ਹੈਗਾ ਹੁਣ ਇਹ ਟਾਈਮ ਹੋ ਗਿਆ, ਅੱਜ ਦਾ ਲੈਕਚਰ ਤੇ ਬੰਦ ਕਰਾਂਗੇ, ਬਾਕੀ ਸ਼ਾਮ ਨੂੰ ਪੜਾਂਗੇ। ਸ਼ਾਮ ਨੂੰ ਅਸੀਂ ਪੜਾਂਗੇ ਜੀ ਚੈਪਟਰ ਨੰਬਰ 8 ਵਿਲੇਜ ਹੈਡਮੈਨ ਤੇ ਜੈਲਦਾਰ ਦੇ ਸੰਬੰਧੀ। ਜਿਹੜਾ ਪਟਵਾਰੀ ਵਾਲਾ ਚੈਪਟਰ ਹੈ, ਕਾਨੂੰਨ ਵਾਲਾ ਚੈਪਟਰ, ਉਹ ਮੈਂ ਨਹੀਂ ਸਟੱਡੀ ਕਰਵਾਵਾਂਗਾ, ਤੁਸੀਂ ਆਪ ਪੜੋਗੇ। ਬਹੁਤ ਪੁਰਾਣਾ ਹੈਗਾ, ਉਹਦੇ 'ਚ ਹੁਣ ਇਸ ਵੇਲੇ ਉਹ ਰੈਲੀਵੈਂਟ ਨਹੀਂ ਹੈਗਾ ਜੋ ਇਸ ਪਰ ਜੋ ਸੀਰੀਜ਼ ਹੁਣ ਚੱਲ ਰਹੀ ਹੈਗੀ ਆ। ਕਾਫੀ ਪੁਰਾਣੀ ਗੱਲਾਂ 'ਚ ਦੱਸੀਆਂ ਵੀ ਨੇ, ਅਨਨੈਸੈਸਰੀ ਵੇਸਟਿੰਗ ਆਫ ਟਾਈਮ ਕਾਫੀ ਲੱਗਦੀ ਉਹਦੇ ਵਿੱਚ ਮੈਨੂੰ, ਤੁਸੀਂ ਆਪ ਦੇਖ ਲੈਣਾ ਪਲੀਜ਼, ਠੀਕ ਹੈ ਜੀ। ਸ਼ਾਮ ਨੂੰ ਅਸੀਂ ਪੜਾਂਗੇ 6 ਵਜੇ ਚੈਪਟਰ ਨੰਬਰ 8। ਟਾਈਮਿੰਗ ਕੀ ਹੈ ਸਰ? 6 ਵਜੇ ਤੋਂ ਲੈ ਕੇ 7 ਵਜੇ ਤੱਕ, ਓਕੇ ਸਰ। ਠੀਕ ਹੈ ਜੀ। ਅੱਜ ਦਾ ਜਿਹੜਾ ਲੈਕਚਰ ਖਤਮ ਹੋਣ ਤੋਂ ਪਹਿਲਾਂ ਕੋਈ ਕੁਐਸਚਨ ਕਰ ਸਕਦਾ ਹੈ ਜੀ? ठीक है जी, क्लास इज ओवर, थैंक यू वेरी मच।